ਐਵਰੀ ਮਾਰਨਿੰਗ ਜਦੋਂ ਤੁਸੀਂ ਉੱਠਦੇ ਹੋ ਸਭ ਤੋਂ ਪਹਿਲਾਂ ਨੈਗੇਟਿਵ ਚੀਜ਼ਾਂ ਦੇਖ ਲੈਂਦੇ ਹੋ। ਰੀਲ ਨੂੰ ਸਕਰੋਲ ਕਰੀ ਚੱਲੋ ਤੇ ਨੈਗੇਟਿਵਿਟੀ। ਅੱਜ ਕੱਲ ਇੰਸਟਾਗ੍ਰਾਮ ਦਾ ਹੀ ਹਾਲ ਹੋਇਆ ਪਿਆ। ਮੈਂ ਇਸ ਲਈ ਕਦੇ ਨਹੀਂ ਉੱਠਦੇ ਦੇਖਦੀ। ਰੱਬ ਦੇ ਵੱਲੋਂ ਚੀਜ਼ਾਂ ਆਲਰੇਡੀ ਡਿਸਾਈਡਡ ਹੈ। ਫਿਰ ਐਸਟ੍ਰੋਲੋਜੀ ਦੀ ਇੰਪੋਰਟੈਂਸ ਕੀ ਹੈ ਕਿ ਆਪਾਂ ਕੀ ਕਰ ਲਾਂਗੇ ਪਤਾ ਕਰਕੇ ਵੀ ਮੇਰੇ ਨਾਲ ਇਦਾਂ ਹੋਣਾ ਹੈ। ਐਸਟ੍ਰੋਲੋਜੀ ਨੂੰ ਕਦੇ ਵੀ ਕੋਈ ਇਹੋ ਜਿਹਾ ਦੁਨੀਆ 'ਚ ਬੰਦਾ ਹੀ ਨਹੀਂ ਪੈਦਾ ਹੋਇਆ। ਆਹ ਸਾਲ ਮੰਗਲ ਦਾ ਸਾਲ ਹੈ। ਹਰ ਜਗ੍ਹਾ ਵਾਰਸ ਲੱਗ ਰਹੀ ਹੈ। ਇੰਨੇ ਲੋਕਾਂ ਦੇ ਉਹ ਰਿਸ਼ਤੇ ਵੀ ਟੁੱਟੇ ਆ ਜੋ 10-10 20-20 ਸਾਲ ਪੁਰਾਣੀ ਦੋਸਤੀ ਤੇ ਰਿਸ਼ਤੇਦਾਰੀਆਂ ਸੀਗੀਆਂ। ਕਈ ਲੋਕੀ ਆਪਣੀ ਮਾਂ ਨੂੰ ਨਹੀਂ ਪੁੱਛਦੇ, ਦੁਨੀਆ ਨੂੰ ਪੈਰੀ ਹੱਥ ਲਾਈ ਫਿਰਦੇ। ਅੱਜ ਕੱਲ ਤਾਂ ਬਹੁਤ ਈਜ਼ੀ ਹੋ ਗਿਆ। 30 ਸਾਲ ਦੇ ਬੰਦੇ ਨੂੰ ਹਾਰਟ ਅਟੈਕ ਆ ਰਿਹਾ ਹੈ, ਮਾਂ ਪਿਓ ਬੈਠੇ ਉਹਨਾਂ ਦੇ। ਹਲੇ ਤਾਂ ਸ਼ੁਰੂਆਤ ਹੈ, ਅੱਗੇ ਅੱਗੇ ਦੇਖਿਓ ਹੁੰਦਾ ਕੀ ਹੈ। ਦੁਨੀਆ ਦੇ ਵਿੱਚ ਐਦਾਂ ਦਾ ਕੋਈ ਕੁਐਸਚਨ ਨਹੀਂ ਹੈ ਜਿਹਦਾ ਆਨਸਰ ਨਹੀਂ ਹੈ। ਮੈਨੂੰ ਹੁਣ ਤੁਸੀਂ ਕਿਸੇ ਵੀ ਚੀਜ਼ ਬਾਰੇ ਕੁਝ ਵੀ ਪੁੱਛ ਲਓ, एनीथिंग। काफी सारे लोग कोई भी उपाय देख के उपाय करने लग जाते हैं। ਜੇ ਸਾਨੂੰ ਡੂਜ਼ ਐਂਡ ਡੋਂਟ ਸਮਝ ਆ ਗਏ, ਮੈਂ ਗਾਰੰਟੀ ਦਿੰਨੀ ਆ ਤੁਹਾਡੇ ਨਾਲ ਕਦੇ ਕੁਝ ਬੁਰਾ ਹੋਊਗਾ ਹੀ ਨਹੀਂ। कुछ डूज एंड डोंट्स बता दो जो सब पे वर्क करते हैं। ਮੇਰੇ ਕੋਲ ਬਹੁਤ ਲੋਕੀ ਆਂਦੇ ਆ, ਸਾਡੇ ਸਿਰ ਤੇ ਕਰਜ਼ਾ ਹੈ, ਸਾਡੇ ਸਿਰ ਤੇ ਕਰਜ਼ਾ ਹੈ, ਸਾਡੇ ਸਿਰ ਤੇ ਕਰਜ਼ਾ ਹੈ। ਮੈਂ ਤੁਹਾਨੂੰ ਇੱਕ ਉਪਾਅ ਦੱਸਦੀ ਆ, ਜਰਨਲ ਉਪਾਅ ਹੈ। ਇਹ ਹਰ ਇੱਕ ਲਈ ਵਰਕ ਕਰਦਾ, ਹਰ ਲਈ ਕੰਮ ਕਰਦਾ ਹੈ। और जिन्ना मर्जी कर जाओगे। ਤੁਹਾਡੇ ਮਹੱਲੇ ਦੇ ਵਿੱਚ ਕੋਈ ਡੈਥ ਹੋਈ ਹੈ ਨਾ, ਜੇ ਤੁਸੀਂ ਉਹਨਾਂ ਤੇ ਅਫਸੋਸ ਕਰਨ ਨਹੀਂ ਜਾਂਦੇ ਤਾਂ ਵੀ ਤੁਹਾਡੇ ਮੰਗਲ ਤੇ ਇੰਪੈਕਟ ਆ ਜਾਂਦਾ। ओके। ਤੁਸੀਂ ਸਿਰਫ ਅਫਸੋਸ ਕਰਨਾ ਹੈ। ਇੱਕ ਉਪਾਅ ਹੈ ਇਹ ਵੀ। अच्छा। लोग कहते हैं गंडमूल में बच्चे नहीं पैदा करने चाहिए। मेरी खुद की बेटी गंडमूल में पैदा हुई है, अच्छा। जबकि मैं खुद एस्ट्रोलॉजर हूँ। वास्तु की भी कोई स्पेशल चीजें हैं जो ये सबके लिए वर्क करती हैं कि ये चीजें तो नहीं ही होनी चाहिए। जो लोग फेसिंग की बात करते हैं या कुछ भी बोलते हैं, मेरे को ऐसे लगता है वो सब लोगों को मैनिपुलेट करते हैं कि कुछ भी बोल के बस अपने घर चलाओ। हमारे आज के पॉडकास्ट के गेस्ट की लाइफ लिटरली एक मल्टी यूनिवर्स है। एनर्जी हीलर, एस्ट्रोलॉजर, सिलेब सैलून ओनर, वीडियो डायरेक्टर, डिजिटल मीडिया एंटरप्रेन्योर एंड फूड बिजनेस ओनर एंड अ लॉट मोर देन दैट। लेट्स वेलकम अरुणा राय चौहान। इतनी सारी सक्सेस एंड शाइनिंग रील्स के पीछे का माइंडसेट, स्ट्रगल्स एंड जर्नी सब हम डिस्कस करेंगे अरुणा राय से। इस एपिसोड की सबसे खास बात क्या है कि हमने जो प्लान किया था उससे भी कहीं ज़्यादा डीप बातें निकल के आई जो अरुणा ने पहले किसी के साथ भी शेयर नहीं की। तो आपको इस एपिसोड से बहुत ही इंस्पिरेशन मिलने वाली है। एंड मेरी आपसे एक रिक्वेस्ट है कि ये एपिसोड आप अपने किसी एक नियर वुमेन के साथ ज़रूर शेयर करना। ये उनको बहुत हेल्प करेगा एंड बहुत इंस्पायर करेगा। नाउ विदाउट वेस्टिंग एनी मोर टाइम, लेट्स वेलकम अरुणा राय चौहान। ਚਲੋ ਮੈਮ ਅੱਜ ਤੁਸੀਂ ਸਾਡੇ ਕੋਲ ਆਈ ਗਏ ਹੋ। थैंक यू सो मच। थैंक यू ਤੁਹਾਡਾ ਇੰਨੇ ਵਾਰੀ ਬੁਲਾਉਣ ਤੋਂ ਬਾਅਦ ਤੁਸੀਂ ਟਾਈਮ ਦਿੱਤਾ। ਮੈਂ ਮੇਰੀ ਬੜੀ ਗੰਦੀ ਪ੍ਰੋਬਲਮ ਹੈ, ਮੈਂ ਨਾ ਬਹੁਤ ਮੂਡੀ ਆ। ਮੈਨੂੰ ਸਮਝ ਹੀ ਨਹੀਂ ਆਉਂਦਾ। ਮੈਨੂੰ ਇਦਾਂ ਨਾ ਮਤਲਬ ਚਲੋ ਭਾਜੀ ਨਾਲ ਤਾਂ ਬਹੁਤ ਪੁਰਾਣਾ ਪਿਆਰ ਹੈ ਨਾ, ਆਈ ਨੋ ਹਿਮ ਸੋ ਲੌਂਗ। ਮੈਨੂੰ ਹਮੇਸ਼ਾ ਇਦਾਂ ਲੱਗਦਾ ਯਾਰ ਮੇਰੇ ਤੋਂ ਅੱਛੇ ਬਹੁਤ ਲੋਕੀ ਪਏ ਆ ਜਿਨ੍ਹਾਂ ਤੋਂ ਇੰਟਰਵਿਊ ਲੈ ਲੈਣ। ਮੈਨੂੰ ਇੰਟਰਵਿਊ ਨਹੀਂ ਦੇਣਾ ਆਉਂਦਾ। ਪ੍ਰੋਬਲਮ ਇਹ ਹੈ ਮੇਰੇ ਨਾਲ। ਇਹ ਤਾਂ ਪਤਾ ਕਿ ਚੱਕਰ ਲੱਗਦਾ ਹੈ ਇੰਟਰਵਿਊ ਆਪਾਂ ਮਾਈਕ ਮੂਹਰੇ ਬੈਠੇ ਇੰਟਰਵਿਊ ਨਹੀਂ ਹੈ ਭਾਜੀ ਮੈਂ ਬੈਕ ਆਫ ਕੈਮਰਾ ਵਾਲਾ ਬੰਦਾ ਨਾ, ਮੈਨੂੰ ਕੈਮਰੇ ਤੋਂ ਡਰ ਲੱਗਦਾ। ਨਹੀਂ ਕੈਮਰਾ ਹੈਗਾ ਹੀ ਨਹੀਂ, ਆਪਾਂ ਤਾਂ ਬਸ ਉਦਾਂ ਹੀ ਗੱਲ ਕਰ ਰਹੇ। ਦੇਖੋ ਆਪਾਂ ਕਾਫੀ ਟਾਈਮ ਤੋਂ ਜਾਣਦੇ ਇੱਕ ਦੂਜੇ ਨੂੰ। ਮੈਨੂੰ ਸੀਗਾ ਚਲੋ ਕਦੇ ਬੈਠੀਏ, ਚਲੋ ਅੱਜ ਤੁਹਾਡਾ ਮੂਡ ਬਣ ਗਿਆ ਹੈ ਨਾ। ਸਭ ਤੋਂ ਵਧੀਆ ਪਹਿਲੀ ਗੱਲ ਤਾਂ ਥੈਂਕ ਯੂ ਹੈ ਨਾ, ਰੱਬ ਨੂੰ ਵੀ ਤੇ ਤੁਹਾਨੂੰ ਵੀ ਮੂਡ ਤਾਂ ਬਣਿਆ। ਪਤਾ ਨਹੀਂ ਇਹਦੇ 'ਚ ਵੀ ਕੋਈ ਰੀਜ਼ਨ ਹੋਊਗਾ ਵੀਰੇ। ਹਰ ਚੀਜ਼ ਦੇ ਪਿੱਛੇ ਮੈਨੂੰ ਏਦਾਂ ਲੱਗਦਾ ਹੈ ਕਿ ਜਿਹੜੀ ਵੀ ਚੀਜ਼ ਹੁੰਦੀ ਹੈ ਨਾ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੈ। ਐਵਰੀਥਿੰਗ ਹੈਪਨਸ ਫॉर द ਰੀਜ਼ਨ, ਅਦਰਵਾਈਜ਼ ਨਹੀਂ ਹੁੰਦਾ। ਇਹ ਰਿਐਲਿਟੀ ਹੈ, ਤੁਸੀਂ ਜੋ ਮਰਜ਼ੀ ਕਰਕੇ ਦੇਖ ਲਿਓ। ਜੇ ਕੁਝ ਹੋ ਰਿਹਾ ਹੈ ਉਹਦੇ ਪਿੱਛੇ ਇੱਕ ਰੀਜ਼ਨ ਹੈ। ਲੇਟੈਸਟਲੀ ਨਾ ਹਲੇ ਅਸੀਂ ਬਾਕੂ ਜਾ ਰਹੇ ਸੀ। ਓਕੇ। ਔਰ ਜਦੋਂ ਅਸੀਂ ਨਿਕਲੇ ਆ ਤੇ ਇਜ਼ਰਾਈਲ ਤੇ ਈਰਾਨ ਦੀ ਲੜਾਈ ਸ਼ੁਰੂ ਹੋ ਗਈ। ਅੱਛਾ। ਰਸਤੇ 'ਚ ਕਾਰ ਦੇ ਵਿੱਚ ਸਾਨੂੰ ਫੋਨ ਆਇਆ, ਬਈ ਤੁਸੀਂ ਜਾ ਰਹੇ ਹੋ, ਉੱਥੇ ਲੜਾਈ ਲੱਗੀ, ਤੁਹਾਨੂੰ ਪ੍ਰੋਬਲਮਸ ਹੋਣਗੀਆਂ ਇਹ ਉਹ। ਮੈਂ ਕਿਹਾ ਹੁਣ ਤਾਂ ਅਸੀਂ ਅੱਧੇ ਰਸਤੇ ਪਹੁੰਚ ਗਏ, ਦਿੱਲੀ ਜਾ ਕੇ ਦੇਖਦੇ ਹਾਂ ਕੀ ਹੁੰਦਾ ਹੈ ਨਾ। ਤੇ ਉੱਥੇ ਕੀ ਹੋਇਆ, ਜਦੋਂ ਅਸੀਂ ਦਿੱਲੀ ਪਹੁੰਚੇ 12:30 ਵਜੇ ਸਾਡੀ ਫਲਾਈਟਸ ਕੈਂਸਲ ਦੀ ਨੋਟੀਫਿਕੇਸ਼ਨਸ ਆ ਗਿਆ। ਔਰ ਉੱਥੇ ਸਾਡਾ ਸਟੇ ਬੁੱਕ ਹੈ, ਸਾਰਾ ਕੁਝ ਬੁੱਕ ਹੈ। ਹੁਣ ਅਸੀਂ ਕਰੀਏ ਕੀ? ਓਕੇ। ਅਸੀਂ ਉਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਸਾਡੀ ਇੱਦਾਂ ਕਰਕੇ ਆਉਣ ਵਾਲੀ ਵੀ ਕੈਂਸਲ ਕਰ ਦਿਓ। ਉਹ ਕਹਿੰਦੇ ਜੀ ਉਹ ਕੈਂਸਲ ਨਹੀਂ ਹੋਈ, ਉਹ ਨਹੀਂ ਕਰ ਸਕਦੇ, ਤੁਸੀਂ ਇਹਨਾਂ ਨੂੰ ਕੈਂਸਲ ਕਰਾ ਲਓ ਜਾਂ ਪਲਾਨ ਬੀ ਲੈ ਲਓ। ਉਹਦੇ ਵਿੱਚ ਤੁਸੀਂ ਫਿਰ ਕੱਲ੍ਹ ਦੀ ਜਾਂ ਤਾਂ ਟਿਕਟ ਕਰਾ ਸਕਦੇ ਹੋ ਜਾਂ ਤਾਂ ਰਿਫੰਡ ਲੈ ਸਕਦੇ ਹੋ, ਤੇ ਜਾਣ ਵਾਲੀ ਕੋਈ ਹੋਰ ਕਰਾ ਲਓ। ਓਕੇ।
ਤੇ ਮੈਂ ਕਿਹਾ ਹੁਣ ਆਉਣ ਵਾਲੀ ਇਹਨਾਂ ਦੀ ਹੁਣ ਜਾਣ ਵਾਲੀ ਵੀ ਚਲੋ ਦੇਖੀ ਜਾਊਗੀ। ਲੜਾਈ ਤਾਂ ਬਾਕੂ ਤੇ ਇਜ਼ਰਾਈਲ ਦੀ, ਅਜ਼ਰਬਾਈਜਾਨ ਦਾ ਤਾਂ ਕੋਈ ਵਿੱਚ ਰੋਲ ਹੀ ਨਹੀਂ ਹੈ। ਠੀਕ ਹੈ। ਆਪਾਂ ਚੱਲਦੇ ਆ, ਅਸੀਂ ਪਲਾਨ ਬਣਾ ਕੇ ਚਲੇ ਗਏ ਕਿ ਕੱਲ ਦੀ ਫਲਾਈਟ ਕਰਾ ਲੈਂਦੇ ਆ, ਹਾਂ, ਇੱਕ ਦਿਨ ਦਿੱਲੀ ਰੁਕਦੇ ਹਾਂ। ਆ। ਅਸੀਂ ਦਿੱਲੀ ਰੁਕੇ, ਸਾਰਿਆਂ ਦੇ ਫੋਨ ਉੱਥੇ ਲੜਾਈ ਲੱਗੀ ਆ, ਉੱਥੇ ਲੜਾਈ ਲੱਗੀ ਆ, ਤੁਮ ਦੇਖ। ਹਮਨੇ ਵੀ ਭਾਜੀ ਨਿਊਜ਼ ਜੋ ਕਿ ਸਭ ਤੋਂ ਮੇਜਰ ਨੈਗੇਟਿਵ ਪੁਆਇੰਟ ਹੈ ਲਾਈਫ ਦੇ ਵਿੱਚ ਸਾਡੀ, ਜਦੋਂ ਅਸੀਂ ਸਵੇਰੇ ਉੱਠਦੇ ਸੀ ਸਾਡੇ ਪੇਰੈਂਟਸ ਹੂੰ। ਰੋਜ਼ ਪਾਪਾ ਚਾਹ ਦੇ ਨਾਲ ਅਖਬਾਰ ਨਿਊਜ਼ਪੇਪਰ ਵੀ ਜਾਂ ਪੜ੍ਹ ਰਹੇ ਟੀਵੀ। ਆ, ਐਵਰੀਬਡੀ ਇਜ਼ ਰੀਡਿੰਗ ਨਿਊਜ਼ 'ਚ ਕੀ ਲਿਖਿਆ ਹੁੰਦਾ ਹੈ, ਫਲਾਣੇ ਦੇ ਘਰ ਹੋਈ ਚੋਰੀ, ਇਹਨੇ ਕੀਤਾ ਇਹਦੇ ਨਾਲ ਇਹ। ਹੂੰ। ਐਵਰੀ ਮਾਰਨਿੰਗ ਜਦੋਂ ਤੁਸੀਂ ਉੱਠਦੇ ਹੋ ਸਭ ਤੋਂ ਪਹਿਲਾਂ ਨੈਗੇਟਿਵ ਚੀਜ਼ਾਂ ਦੇਖ ਲੈਂਦੇ ਹੋ। ਤੁਹਾਡਾ ਇੱਕ ਮਾਈਂਡ ਸੈਟ ਹੋ ਜਾਂਦਾ ਹੈ ਕਿ ਯਾਰ ਇਹ ਚੀਜ਼ਾਂ ਹੋ ਰਹੀਆਂ ਹੈ। ਤੁਸੀਂ ਆਫਿਸ ਜਾ ਰਹੇ ਹੋ, ਤੁਸੀਂ ਹਰ ਕਿਸੇ ਨੂੰ ਉਹਦਾ ਨਜ਼ਰਾਂ ਨਾਲ ਦੇਖਦੇ ਹੋ। ਮੈਂ ਸਾਈਕੋਲੋਜੀ ਹੈ ਨਾ, ਇਟਸ ਆਲ ਅਬਾਊਟ ਸਾਈਕੋਲੋਜੀ। ਤੁਹਾਡੇ ਨਾਲ ਕੁਝ ਹੋ ਵੀ ਰਿਹਾ ਹੋਗਾ, ਤੁਹਾਨੂੰ ਲੱਗਣ ਲੱਗ ਜਾਂਦਾ ਕਿ ਯਾਰ ਇਹਦਾ ਉਹਦੇ ਨਾਲ ਕੋਈ ਰਿਲੇਸ਼ਨ ਨਾ ਹੁੰਦੇ ਹੋਏ ਵੀ ਅਸੀਂ ਚੀਜ਼ਾਂ ਨੂੰ ਰਿਲੇਟ ਕਰਨ ਲੱਗ ਜਾਂਦੇ ਹਾਂ। ਤਾਂ ਕਦੇ ਵੀ ਅੱਜ ਕੱਲ੍ਹ ਇੰਸਟਾਗ੍ਰਾਮ ਦਾ ਹੀ ਹਾਲ ਹੋਇਆ ਪਿਆ, ਮੈਂ ਇਸ ਲਈ ਕਦੇ ਨਹੀਂ ਉੱਠਦੇ ਦੇਖਦੀ। ਫੇਸਬੁੱਕ ਤਾਂ ਜਮਾ ਹੀ ਨਹੀਂ ਦੇਖਦੀ। ਓਕੇ। ਫੇਸਬੁੱਕ ਇਜ਼ ਦਾ ਮੋਸਟ ਨੈਗੇਟਿਵ ਥਿੰਗ ਰਾਈਟ ਨਾਓ। ਤੁਸੀਂ ਫੇਸਬੁੱਕ ਦੀ ਇੱਕ ਰੀਲ ਚਲਾਓ, ਤੁਸੀਂ ਦੇਖੋ ਕਦੇ ਪੁਲਿਸ ਦੀ, ਕਦੇ ਕਿਸੇ ਦੀ, ਕਦੇ ਕਿਸੇ ਦੀ ਰੀਲ ਨੂੰ ਸਕਰੋਲ ਕਰੀ ਚੱਲੋ ਤੇ ਨੈਗੇਟਿਵਿਟੀ ਨੈਗੇਟਿਵਿਟੀ ਨੈਗੇਟਿਵਿਟੀ। ਅੱਧੇ ਘੰਟੇ 'ਚ ਤੁਹਾਡਾ ਦਿਮਾਗ ਖਰਾਬ ਹੋ ਜਾਂਦਾ, ਤੁਹਾਨੂੰ ਇੱਦਾਂ ਲੱਗਣ ਲੱਗ ਜਾਂਦਾ ਸਾਰੀ ਦੁਨੀਆ ਤੁਹਾਡੀ ਦੁਸ਼ਮਣ ਹੈ, ਤੁਹਾਡੇ ਰਿਸ਼ਤੇਦਾਰ ਤੁਹਾਡੇ ਦੁਸ਼ਮਣ ਹੈ, ਐਵਰੀਬਡੀ ਇਜ਼ ਯੋਰ ਐਨੇਮੀ। ਤੁਹਾਨੂੰ ਇਹ ਲੱਗਣ ਲੱਗ ਜਾਂਦਾ ਬਿਕੋਜ਼ ਅਸੀਂ ਸੋ ਮਚ ਇਨਟੂ ਨਿਊਜ਼ ਹੋ ਜਾਂਦੇ ਹਾਂ। ਇਹੀ ਸਾਡੇ ਨਾਲ ਪ੍ਰੈਕਟੀਕਲੀ ਉਦੋਂ ਹੋਇਆ, ਅਸੀਂ ਨਿਊਜ਼ ਦੇਖਦੇ ਰਹੇ ਤੇ ਐਵਰੀਬਡੀ, ਮੈਂ ਮੇਰੇ ਹਸਬੈਂਡ, ਮੇਰੀ ਬੇਟੀ, ਦੇ ਵਰ ਲਾਈਕ ਕਿ ਨਹੀਂ ਜਾਂਦੇ ਯਾਰ, ਨਹੀਂ ਜਾਂਦੇ। ਤੇ ਮੈਂ ਇਹਨਾਂ ਨੂੰ ਕਿਹਾ ਕਿ ਚਲੋ ਠੀਕ ਹੈ, ਨਹੀਂ ਜਾਂਦੇ, ਲੈਟਸ ਵੇਟ ਫॉर ਅਨਦਰ 1-2 ਆਵਰਸ, ਦੇਖਦੇ ਹਾਂ ਕੀ ਅਪਡੇਟ ਆਉਂਦੀ ਹੈ। ਬਾਈ ਚਾਂਸ ਸਾਡੇ ਇੱਥੇ ਫਰੈਂਡਸ ਬੈਠੇ ਸੀਗੇ ਆਲਰੇਡੀ 2 ਦਿਨ ਪਹਿਲਾਂ ਪਹੁੰਚੇ। ਦੇ ਵਰ ਸੋ ਹੈਪੀ। ਉਹਨਾਂ ਨੂੰ ਜਦੋਂ ਕਾਲ ਕਰਾਂ, ਇੱਥੇ ਤਾਂ ਮਜ਼ੇ ਆ ਰਹੇ। ਮੈਂ ਕਿਹਾ ਯਾਰ ਐਵੇਂ ਡਰੀ ਜਾਂਦੇ, ਉਹੀ ਗੱਲ ਹੈ ਜਿਹੜੀ ਛੋਟੇ ਹੁੰਦੇ ਤੋਂ ਨਿਊਜ਼ ਵਾਲੀ ਇਹ ਦਿਮਾਗ 'ਚ ਬੈਠੀ ਹੋਈ ਹੈ। ਤੇ ਅਸੀਂ ਕੀ ਕੀਤਾ, ਹੱਲਾਸ਼ੇਰੀ ਕਰਕੇ ਜੀ ਨਿਕਲ ਗਏ ਅਗਲੇ ਦਿਨ ਸਵੇਰੇ ਏਅਰਪੋਰਟ ਲਈ। ਜਿੱਦਾਂ ਅਸੀਂ ਏਅਰਪੋਰਟ ਲਈ ਨਿਕਲੇ ਹਾਂ ਤੇ ਸਾਨੂੰ ਫਿਰ ਤੋਂ ਮੈਸੇਜ ਆ ਗਿਆ ਆਉਣ ਵਾਲੀਆਂ ਟਿਕਟਾਂ ਕੈਂਸਲ ਹੋ ਗਈਆਂ। ਓਹੋ। ਤੇ ਅਸੀਂ ਕਿਹਾ ਹੁਣ ਕੀ ਹੋਊਗਾ, ਹੁਣ ਆਉਣ ਵਾਲੀਆਂ ਟਿਕਟਾਂ ਵੀ ਕੈਂਸਲ ਹੋ ਗਈਆਂ, ਹੁਣ ਅਸੀਂ ਕੀ ਕਰੀਏ। ਤੇ ਵਾਟ ਵੀ ਡਿਡ ਇਜ਼ ਕਿ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਬਈ ਤੁਸੀਂ ਸਾਨੂੰ ਦੂਜੀਆਂ ਟਿਕਟਾਂ ਦੇ ਦਿਓ। ਕਹਿੰਦੇ ਜੀ ਇਹੀ ਫਲਾਈਟ ਹੈ ਲਾਸਟ, ਸਾਡੀ 5 ਜੁਲਾਈ ਤੱਕ ਕੋਈ ਹੋਰ ਫਲਾਈਟ ਆਊਗੀ ਨਹੀਂ, ਇਹੀ ਫਲਾਈਟ ਸੀਗੀ ਲਾਸਟ, ਤੁਸੀਂ ਕੋਈ ਹੋਰ ਕੰਪਨੀ ਦੀ ਕਰਵਾ ਲਓ। ਅਸੀਂ ਦੇਖਿਆ ਅਜ਼ਰਬਾਈਜਾਨ ਦੀਆਂ ਫਲਾਈਟਸ ਅਵੇਲੇਬਲ ਸੀਗੀਆਂ, ਅਸੀਂ ਕਿਹਾ ਚਲੋ ਉਹ ਕਰਾ ਲਾਂਗੇ, ਅਸੀਂ ਚੱਲਦੇ ਹਾਂ। ਭਾਜੀ ਅਸੀਂ ਪਹੁੰਚ ਗਏ, ਸਾਡਾ ਵੀਜ਼ਾ ਚੈੱਕ ਹੁੰਦਾ ਹੈ, ਅਨਮੋਲ ਮੇਰੇ ਹਸਬੈਂਡ ਕਲੀਅਰ ਕਰ ਗਏ, ਮੇਰੀ ਬੇਟੀ ਕਲੀਅਰ ਕਰ ਗਈ। ਮੇਰਾ ਵੀਜ਼ਾ ਜਦੋਂ ਚੈੱਕ ਹੋਇਆ ਉਹ ਕਹਿੰਦੇ ਜੀ ਤੁਹਾਡਾ R0 ਦੀ ਜਗ੍ਹਾ RO ਲਿਖਿਆ, ਤੁਸੀਂ ਬਾਹਰ ਆ ਜਾਓ। ਅੱਛਾ। ਮੇਰੇ ਪਹਿਲੀ ਵਾਰ ਲਾਈਫ 'ਚ, ਆਈ ਟਰੈਵਲ ਸੋ ਮਚ, ਪਹਿਲੀ ਵਾਰ ਲਾਈਫ 'ਚ ਅਸੀਂ ਵੀਜ਼ਾ ਹੀ ਨਹੀਂ ਚੈੱਕ ਕੀਤਾ ਔਰ ਉੱਥੇ ਜਾ ਕੇ ਮੈਂ ਬਾਹਰ ਆ ਗਈ। ਇਹ ਕਹਿੰਦੇ ਅਸੀਂ ਵੀ ਨਹੀਂ ਜਾਣਾ, ਬਾਹਰ ਆਏ। ਵਿਦਿਨ 2 ਮਿੰਟਸ ਸਾਨੂੰ ਉੱਥੋਂ ਫੋਨ ਆ ਗਿਆ ਕਿ ਸਾਡੀਆਂ ਵੀ ਸਾਰੀਆਂ ਅਜ਼ਰਬਾਈਜਾਨ ਦੀਆਂ ਟਿਕਟਾਂ ਕੈਂਸਲ ਹੋ ਗਈਆਂ, ਜਿਹੜੇ ਨਾਲ ਦੇ ਸੀਗੇ ਨਾਲ ਦੇ ਉੱਥੇ ਗਏ ਹੋਏ, ਕਿ ਤੁਸੀਂ ਨਾ ਆਓ। ਓਕੇ। ਫਿਰ ਮੈਂ 에ਅਰਲਾਈਨ ਨੂੰ ਫੋਨ ਕੀਤਾ ਇੱਦਾਂ ਕਰਕੇ, ਫਿਰ ਉਹਨਾਂ ਨੇ ਵੀ ਮੇਰਾ ਸਾਰਾ ਰਿਫੰਡ ਕ੍ਰੀਏਟ ਕਰਤਾ। ਜਿਹੜੇ ਇੱਥੇ ਪਹਿਲਾਂ ਰਹਿ ਰਹੇ ਸੀ ਉਹਨਾਂ ਨੂੰ ਅਸੀਂ ਕਹੀ ਜਾ ਰਹੇ ਸੀ ਕਿ ਵੀ ਰਿਫੰਡ ਬਣਾ ਦਿਓ, ਉਹ ਕਹਿੰਦੇ ਨਹੀਂ ਜੀ ਅਸੀਂ ਨਹੀਂ ਬਣਾ ਸਕਦੇ, ਤੁਸੀਂ ਕੈਂਸਲ ਕਰ ਦਿਓ। ਉਹਨਾਂ ਨੇ ਦੇਖਿਆ ਕਿ ਉੱਥੇ ਫਲਾਈਟਾਂ ਕੈਂਸਲ ਹੋ ਗਈਆਂ, ਉਹਨਾਂ ਨੇ ਆਪਣੇ ਰੇਟਸ ਵਧਾਉਣ ਲਈ ਸਾਡੀ ਵੀ ਰਿਫੰਡ ਕਰਤਾ ਤੇ ਉੱਥੇ ਰੇਟ ਹਾਈ ਕਰਕੇ ਪ੍ਰਾਪਰਟੀ ਡਬਲ ਕਰਤੀ, ਸਾਨੂੰ ਉੱਥੋਂ ਵੀ ਰਿਫੰਡ ਆ ਗਿਆ। ਸੋ ਮਤਲਬ ਡੈਸਟੀਨੀ ਉੱਥੇ ਨਹੀਂ ਲੈ ਕੇ ਜਾ ਰਹੀ ਸੀ। ਤੇ ਜੇ ਹੋਣਾ ਹੈ ਨਾ ਉਹ ਹੋਣਾ ਹੀ ਹੈ। ਐਵਰੀਥਿੰਗ ਹੈਪਨਸ ਫॉर ਦ ਬੈਸਟ। ਸਾਡੇ ਫਰੈਂਡਸ ਜਦੋਂ ਵਾਪਸ ਆਏ ਆ, ਜਿਹੜੀ ਫਲਾਈਟ 'ਚ ਅਸੀਂ ਗਏ ਸੀ ਉਸੇ 'ਚ ਹੀ ਜਾ ਰਹੇ ਸੀ, ਉਸੇ 'ਚ ਹੀ ਆਇਆ ਤੇ ਉਹਨਾਂ ਨੇ 80,000 ਦੀ ਟਿਕਟ ਲਿੱਤੀ ਆਉਣ ਵਾਸਤੇ ਵਾਪਸ ਲਈ, ਕਿਉਂਕਿ 5 ਜੁਲਾਈ ਤੱਕ ਕੋਈ ਟਿਕਟ ਹੀ ਅਵੇਲੇਬਲ ਨਹੀਂ ਸੀ ਉਸ ਤੋਂ ਬਾਅਦ। ਔਰ ਐਕਸਪੈਂਸਿਵ ਹੋ ਜਾਂਦਾ ਉੱਥੇ ਰਹਿਣਾ, ਬਿਕੋਜ਼ ਲੜਾਈ ਲੱਗੀ ਹੈ ਆਪਸ 'ਚ ਤੇ ਤੁਹਾਨੂੰ ਕੋਈ ਫਲਾਈਟ ਨਹੀਂ ਮਿਲੀ। ਸੋ ਆਫਟਰ ਆਲ ਮੈਂ ਇਸ ਲਈ ਮੰਨਦੀ ਹਾਂ ਕਿ ਜੋ ਹੁੰਦਾ ਵਧੀਆ ਚੰਗੇ ਦੇ ਲਈ ਹੁੰਦਾ। ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ, ਅਸੀਂ ਤਾਂ ਤਿਆਰ ਹੋ ਗਏ ਸੀ ਨਾ ਜਾਣ ਨੂੰ, ਪਰ ਡੈਸਟੀਨੀ ਰੱਬ ਦੇ ਵੱਲੋਂ ਚੀਜ਼ਾਂ ਆਲਰੇਡੀ ਡਿਸਾਈਡਡ ਹੈ। ਮੈਮ ਜਿਵੇਂ ਆਪਾਂ ਕਹਿੰਦੇ ਹਾਂ ਕਿ ਆਲਰੇਡੀ ਡਿਸਾਈਡਡ ਹੈ ਸਾਰਾ ਕੁਝ, ਫਿਰ ਤੁਸੀਂ ਸਪੈਸ਼ਲੀ ਐਸਟਰੋਲੋਜੀ, ਨਿਊਮਰੋਲੋਜੀ, ਹੋਰ ਮੈਨੂੰ ਸ਼ਾਇਦ ਟਰਮਸ ਨਹੀਂ ਪਤਾ, ਤਾਂ ਤੁਸੀਂ ਇਹਨਾਂ 'ਚ ਐਕਸਪਰਟ ਹੋ, ਤੁਸੀਂ ਆਫ ਕੈਮਰਾ ਦੱਸ ਵੀ ਰਹੇ ਸੀ ਤੁਸੀਂ 12 ਇਅਰਸ ਦੀ ਏਜ ਤੋਂ ਕਰ ਰਹੇ ਹੋ, ਤਾਂ ਤੁਸੀਂ ਦੱਸੋ ਕਿ ਜੇ ਸਾਰਾ ਕੁਝ ਲਿਖਿਆ ਹੋਇਆ ਹੈ ਕਿ ਇੱਦਾਂ ਹੋਣਾ ਹੀ ਹੈ, ਫਿਰ ਐਸਟਰੋਲੋਜੀ ਦੀ ਇੰਪੋਰਟੈਂਸ ਕੀ ਹੈ ਕਿ ਆਪਾਂ ਕੀ ਕਰ ਲਾਂਗੇ ਪਤਾ ਕਰਕੇ ਵੀ ਮੇਰੇ ਨਾਲ ਇੱਦਾਂ ਹੋਣਾ ਹੈ? ਇਹ ਤਾਂ ਉਲਟਾ ਦਿਮਾਗ ਤੇ ਟੈਨਸ਼ਨ ਦੇਣ ਵਾਲੀ ਗੱਲ ਹੈ। ਹਾਂ, ਹੁਣ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਹਾਂ। ਸਾਨੂੰ ਪਤਾ ਹੈ ਮੀਂਹ ਪੈ ਰਿਹਾ ਹੈ, ਤੁਸੀਂ ਮੀਂਹ 'ਚ ਜਾਓਗੇ ਭਿੱਜ ਜਾਓਗੇ, ਬਿਲਕੁਲ। ਜੇ ਤੁਸੀਂ ਛਤਰੀ ਲਓਗੇ ਤਾਂ ਕੀ ਹੋਗਾ? ਬਚ ਜਾਓਗੇ। ਇਟ ਇਜ਼ ਆਲ ਲਾਈਕ ਦੈਟ। ਤੁਹਾਨੂੰ ਪਤਾ ਹੈ ਤੁਹਾਡੇ ਨਾਲ ਇਹ ਪ੍ਰੋਬਲਮਸ ਹੋ ਰਹੀਆਂ, ਬਟ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ। ਰੇਨਕੋਟ ਔਰ ਛਤਰੀ ਇਜ਼ ਅ ਸੇਵਰ ਵੈਨ ਯੂ ਵਿਲ ਗੋ ਆਊਟ। ਤੇ ਜਦੋਂ ਸਾਨੂੰ ਪਤਾ ਹੈ ਮੀਂਹ ਪੈ ਰਿਹਾ ਹੈ, ਅਸੀਂ ਬਾਹਰ ਨਹੀਂ ਜਾਣਾ, ਪਰ ਫਿਰ ਵੀ ਅਸੀਂ ਜਾਣਾ ਹੈ,
ਤੇ ਆਪਾਂ ਨੂੰ ਛਤਰੀ ਲੈ ਕੇ ਜਾਣਾ, ਅਸੀਂ ਨਹੀਂ ਭਿੱਜਾਂਗੇ ਨਾ ਭਾਜੀ। ਐਸਟ੍ਰੋਲੋਜੀ ਪਲੇਜ਼ ਦਾ ਸੇਮ ਰੋਲ ਇਨ ਯੋਰ ਲਾਈਫ। ਤੁਹਾਨੂੰ ਪਤਾ ਹੈ ਕਿ ਤੁਹਾਡੀ ਲਾਈਫ 'ਚ ਇਹ ਪ੍ਰੋਬਲਮ ਆ ਸਕਦੀ ਹੈ, ਬਟ ਤੁਸੀਂ ਖਤਮ ਕਿਸੇ ਚੀਜ਼ ਨੂੰ ਨਹੀਂ ਕਰ ਸਕਦੇ, ਘਟਾ ਸਕਦੇ ਹੋ, ਉਹਦੇ ਇੰਪੈਕਟਸ ਘਟਾ ਸਕਦੇ ਹੋ ਲਾਈਫ ਦੇ ਵਿੱਚ। ਐਸਟ੍ਰੋਲੋਜੀ ਨੂੰ ਕਦੇ ਵੀ ਕੋਈ ਇਹੋ ਜਿਹਾ ਦੁਨੀਆ 'ਚ ਬੰਦਾ ਹੀ ਨਹੀਂ ਪੈਦਾ ਹੋਇਆ ਜਿਹੜਾ ਹੋਣੀ ਨੂੰ ਟਾਲ ਸਕੇ, ਬਟ ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹੋ ਉਸ ਲੈਵਲ ਤੱਕ ਜਿਹੜਾ ਕਿ ਉਹ ਤੁਹਾਡੀ ਲਾਈਫ ਦੇ ਉੱਤੇ ਹਾਰਮਫੁਲ ਨਾ ਹੋ। ਮੇਰੇ ਅਕੋਰਡਿੰਗ ਐਸਟ੍ਰੋਲੋਜੀ ਇਹੀ ਹੈ। ਮੈਂ ਇਹ ਐਗਜ਼ਾਮਪਲ ਹਰ ਬੰਦੇ ਨੂੰ ਦਿੰਦੀ ਹਾਂ ਜਿਹੜਾ ਮੈਨੂੰ ਇਹ ਕਹਿੰਦਾ ਹੈ ਕਿ ਐਸਟ੍ਰੋਲੋਜੀ ਕਿੱਦਾਂ ਵਰਕ ਕਰਦੀ ਹੈ ਤੇ ਕਿੱਦਾਂ ਹੋਊਗਾ। ਬੇਸਿਕਲੀ ਆਪਾਂ ਚੀਜ਼ਾਂ ਨੂੰ ਫੁੱਲੀ ਮੋਡੀਫਾਈ ਨਹੀਂ ਕਰ ਸਕਦੇ, ਕਿਤੇ ਨਾ ਕਿਤੇ। ਭਾਜੀ ਫੁੱਲੀ ਮੋਡੀਫਾਈ ਕਰਨ ਲਈ ਨਾ ਤੁਹਾਡਾ ਮਾਈਂਡ ਜਿਹੜਾ ਹੈ ਨਾ ਉਹ ਤੁਹਾਡੇ ਕੰਟਰੋਲ 'ਚ ਹੋਣਾ ਚਾਹੀਦਾ 100%। ਤੁਸੀਂ ਕਦੇ ਵੀ ਦੇਖਿਓ, ਤੁਸੀਂ ਕੋਈ ਪਾਠ ਕਰਦੇ ਹੋ? ਰਾਈਟ, ਕਰਦੇ ਹੋ ਜੀ। ਤੁਸੀਂ ਅੱਖਾਂ ਬੰਦ ਕਰਕੇ ਵੀ ਪਾਠ ਕਰ ਰਹੇ ਹੋਗੇ ਨਾ, ਬੈਕ ਆਫ ਦਾ ਮਾਈਂਡ ਤੁਹਾਡੇ ਕੁਛ ਨਾ ਕੁਛ ਚੱਲਦਾ ਰਹਿੰਦਾ, ਬਿਲਕੁਲ ਚੱਲਦੇ ਰਹਿੰਦੇ। ਕਿਉਂ ਚੱਲਦਾ? ਕਿਉਂਕਿ ਤੁਹਾਡਾ ਮਾਈਂਡ ਤੁਹਾਡੇ ਕੰਟਰੋਲ 'ਚ ਹੀ ਨਹੀਂ ਹੈ। ਓਕੇ। ਬਹੁਤ ਸਾਰੇ ਲੋਕੀ, ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦੀ ਹਾਂ, ਬਹੁਤ ਸਾਰੇ ਲੋਕੀ ਸਿਗਰਟਸ ਜਾਂ ਦਾਰੂ ਪੀਂਦੇ ਆ, ਠੀਕ ਹੈ, ਉਹ ਕਹਿੰਦੇ ਕੱਲ ਤੋਂ ਛੱਡਦੇ ਨਹੀਂ ਆ, ਨਹੀਂ ਛੱਡ ਪਾਉਂਦੇ ਕਿਉਂਕਿ ਮਾਈਂਡ ਕੰਟਰੋਲ। ਤੁਸੀਂ ਕਹਿ ਰਹੇ ਹੋ ਕਿ ਨਹੀਂ ਪੀਣੀ, ਬਟ ਤੁਹਾਡਾ ਮਾਈਂਡ ਨਹੀਂ ਕਹਿ ਰਿਹਾ ਤੁਹਾਨੂੰ। ਬਟ ਮੇਰਾ ਮਾਈਂਡ ਕੰਟਰੋਲਡ ਹੈ। ਮੈਂ ਚਾਹਾਂ ਅੱਜ ਜੇ ਮੈਂ ਡਰਿੰਕ ਕਰ ਰਹੀ ਹਾਂ, ਮੈਂ ਚਾਹਾਂ ਕਿ ਮੈਂ ਨਹੀਂ ਕਰਨੀ, ਤਾਂ ਮੈਂ ਅਗਲੇ 1 ਮਿੰਟ 'ਚ ਛੱਡ ਸਕਦੀ ਹਾਂ ਉਸ ਚੀਜ਼ ਨੂੰ। ਬਿਕੋਜ਼ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਮਾਈਂਡ, ਆਪਣੇ ਥਾਟਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਉਹ ਕੰਟਰੋਲ ਕਰ ਗਏ ਨਾ, ਮੈਂ ਗਾਰੰਟੀ ਦਿੰਦੀ ਹਾਂ ਤੁਹਾਡੇ ਨਾਲ ਕਦੇ ਕੁਝ ਬੁਰਾ ਹੋਊਗਾ ਹੀ ਨਹੀਂ। ਪੋਸੀਬਲ ਹੈ ਵੈਸੇ ਕੰਟਰੋਲ ਪੋਸੀਬਲ ਹੈ ਕਰਨਾ? ਭਾਜੀ, ਬਿਲਕੁਲ ਪੋਸੀਬਲ ਹੈ। ਮੈਡੀਟੇਸ਼ਨ ਕਰੋ। ਅੱਛਾ, ਮੈਡੀਟੇਟ ਕਰੋ ਤੁਸੀਂ। ਜਦੋਂ ਅਸੀਂ ਮੈਡੀਟੇਟ ਕਰਦੇ ਹਾਂ ਨਾ, ਸਾਡੇ ਆਸ-ਪਾਸ ਦੀ ਸਾਡੀ એનર્ਜੀ, ਸਾਡੀ ਬਾਡੀ ਉਸ ਚੀਜ਼ ਨੂੰ ਹੀਲ ਕਰਦੀ ਹੈ। ਸਾਡੀ ਬਾਡੀ ਜਦੋਂ ਹੀਲ ਹੁੰਦੀ ਹੈ, ਅਸੀਂ ਆਪਣੇ ਆਪ ਹੀਲ ਹੋ ਕਰ ਉਹ ਚੀਜ਼ਾਂ ਨੂੰ ਇਟ ਇਜ਼ ਨਾਟ ਅ 1 ਡੇ ਪ੍ਰੈਕਟਿਸ, ਯੂ ਨੀਡ ਪ੍ਰੈਕਟਿਸ ਫॉर ਦੈਟ ਐਵਰੀ ਡੇ। ਤੁਸੀਂ ਕੰਟਰੋਲ ਕਰੋ ਚੀਜ਼ਾਂ ਨੂੰ ਤੁਹਾਡੇ ਮਾਈਂਡ ਦੇ ਵਿੱਚ। ਤੁਸੀਂ ਮੈਨੂੰ ਛੋਟੇ ਹੁੰਦੇ ਤੋਂ ਹਮੇਸ਼ਾ ਇੱਦਾਂ ਲੱਗਦਾ ਸੀ, ਯਾਰ ਮੇਰੇ ਪਾਪਾ ਨੂੰ ਨਾ ਕੁਛ ਹੋ ਜਾਏ, ਮੇਰੇ ਪਾਪਾ ਨੂੰ ਨਾ ਕੁਛ ਹੋ ਜਾਏ। ਐਵਰੀ ਟਾਈਮ ਦਿਨ 'ਚ 5-10 ਵਾਰ, ਰਿਐਲਿਟੀ ਦੱਸ ਰਹੀ ਹਾਂ ਭਾਜੀ, ਦਿਨ 'ਚ 5-10 ਵਾਰ ਮੈਨੂੰ ਇਹ ਪਤਾ ਨਹੀਂ ਕਿਉਂ ਮੇਰੇ ਦਿਮਾਗ 'ਚ ਖਿਆਲ ਚੱਲਦਾ ਰਹਿੰਦਾ ਸੀ, ਯਾਰ ਮੇਰੇ ਪਾਪਾ ਨੂੰ ਨਾ ਕੁਛ ਹੋ ਜਾਏ। ਐਂਡ ਹੀ ਡਾਈਡ ਵੈਨ ਹੀ ਵਾਜ਼ 51। ਉਸ ਦਿਨ ਔਰ ਮੈਂ ਛੋਟੀ ਸੀ ਉਦੋਂ, ਐਸਟ੍ਰੋਲੋਜੀ ਜਸਟ ਸਿੱਖੀ ਸੀ, ਉਦੋਂ ਮੈਨੂੰ ਇਹ ਚੀਜ਼ ਕਲੀਅਰ ਹੋ ਗਈ ਕਿ ਇੱਕ ਥਾਟ ਸੀ ਇੱਦਾਂ ਦਾ ਜਿਹਨੂੰ ਮੈਂ ਇੰਨਾ ਜ਼ਿਆਦਾ ਅਟਰੈਕਟ ਕਰ ਲਿਆ ਕਿ ਉਹ ਚੀਜ਼ ਹੋ ਗਈ, ਰੀਅਲ ਹੋ ਗਈ। ਤੇ ਇਟ ਇਜ਼ ਆਲ ਅਬਾਊਟ ਕੰਟਰੋਲਿੰਗ ਯੋਰ। ਉਸ ਦਿਨ ਤੋਂ ਮੈਂ ਆਪਣੇ ਆਪ ਨੂੰ ਇੰਨਾ ਪੱਕਾ ਕਰ ਲਿਆ ਕਿ ਮੇਰੇ ਹੁਣ ਮਾਈਂਡ 'ਚ ਕੋਈ ਵੀ ਨੈਗੇਟਿਵ ਥਾਟ ਆਉਂਦਾ, ਆਈ ਡੋਂਟ ਅਸੈਪਟ ਦੈਟ ਐਨਰਜੀ, ਮੈਂ ਲੈਂਦੀ ਨਹੀਂ। ਓਕੇ। I tell to universe that I don't accept this energy. This is not gonna happen to me. ਜਿਹਨੇ ਜੋ ਕਰਨਾ ਕਰ ਲੇ। Now I am in the mode ਕਿ ਮੈਂ ਤਾਂ ਇੱਦਾਂ ਹੀ ਕਰੂੰ ਔਰ ਇਹ ਇੱਦਾਂ ਹੋਊ, ਔਰ ਉਹ ਹੁੰਦਾ ਹੈ। ਅੱਛਾ, ਐਵੇਂ ਹੋ ਸਕਦਾ ਕਿ ਜਿਵੇਂ ਤੁਹਾਡੀ ਡੈਸਟੀਨੀ 'ਚ ਵੀ ਇਹ ਲਿਖਿਆ ਹੋਵੇ ਕਿ ਤੁਸੀਂ ਇਸ ਟਾਈਮ 'ਤੇ ਆਪਣਾ ਮਾਈਂਡ ਕੰਟਰੋਲ ਕਰ ਲੋਗੇ, ਔਰ ਜਿਹੜੇ ਨਹੀਂ ਕਰ ਪਾਉਂਦੇ ਉਹ ਵੀ ਲਿਖਿਆ ਹੀ ਹੋਇਆ ਉਹ ਨਹੀਂ ਹੀ ਕਰ ਪਾਉਣਗੇ, ਜਾਂ ਫਿਰ ਇਹ ਚੀਜ਼ ਓਪਨ ਹੈ ਕਿ ਅਗਰ ਕੋਈ ਲਿਖਿਆ ਹੋਇਆ ਨਹੀਂ ਹੈ, ਮਤਲਬ ਲਿਖਿਆ ਹੋਇਆ ਤਾਂ ਵੀ ਉਸ ਨੂੰ ਅਪੋਜ਼ਿਟਲੀ ਕਰ ਸਕਦੇ ਆ। ਤੁਸੀਂ ਸਮਝੇ? ਨਹੀਂ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਤੁਹਾਡਾ ਕੁਐਸਚਨ ਸਮਝ ਗਈ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਕਰ ਲੈਂਦੇ ਹੋ, ਤੁਹਾਨੂੰ ਤੁਹਾਡੀ ਡੈਸਟੀਨੀ 'ਚ ਲਿਖਿਆ ਹੋਇਆ ਸੀ ਤਾਂ ਤੁਸੀਂ ਕਰ ਪਾਏ, ਮੇਰੀ 'ਚ ਨਹੀਂ ਲਿਖਿਆ ਤੇ ਮੈਂ ਨਹੀਂ ਕਰ ਪਾਈ। ਹਾਂ, ਉਹਦੇ ਲਈ ਤੁਹਾਨੂੰ ਤਾਂ ਹੀ ਤਾਂ ਕਹਿੰਦੇ ਗੁਰੂ ਬਿਨਾਂ ਗਤੀ ਨਹੀਂ। ਉਹਦੇ ਲਈ ਤੁਹਾਨੂੰ ਇੱਕ ਮੈਂਟੋਰ ਚਾਹੀਦਾ ਹੈ ਜਿਹੜਾ ਕਿ ਤੁਹਾਨੂੰ ਉਸ ਲੈਵਲ ਤੱਕ ਲੈ ਜਾ ਸਕੇ, ਜਿਹੜਾ ਤੁਹਾਡੇ ਮਾਈਂਡ ਦੇ ਅੰਦਰ ਜੋ ਚੱਲ ਰਿਹਾ ਹੈ ਨਾ, ਕੀ ਚੱਲਦਾ ਹੈ ਮਾਈਂਡ 'ਚ? ਕੁਐਸਚਨਸ, right? And there is not a single question in the world which doesn't have any answer. ਮੈਥ ਦੀ ਪ੍ਰੋਬਲਮ ਵੀ 20 ਸਾਲਾਂ ਬਾਅਦ ਸੋਲਵ ਕੀਤੀ ਹੈ ਲੋਕਾਂ ਨੇ। ਹਾਂ, ਹੋਈ ਹੈ। 20 ਇਅਰਸ ਲੱਗ ਗਏ ਲੇਕਿਨ ਸੋਲਵ ਹੋਈ। ਤੇ ਦੁਨੀਆ ਦੇ ਵਿੱਚ ਐਦਾਂ ਦਾ ਕੋਈ ਕੁਐਸਚਨ ਨਹੀਂ ਹੈ ਜਿਹਦਾ ਆਨਸਰ ਨਹੀਂ ਹੈ। ਯੂ ਸ਼ੁੱਡ ਓਨਲੀ ਨੋ ਕਬ, ਕਹਾਂ, ਕੈਸੇ, ਕਿਹਦੇ ਨਾਲ ਆਪਾਂ ਬੈਠ ਕੇ ਕਿਹੜੀ ਗੱਲ ਕਰਨੀ ਹੈ, ਕਿਹਦੇ ਤੋਂ ਆਪਾਂ ਕੀ ਲੈ ਸਕਦੇ ਹਾਂ। ਹਰ ਮਾੜੇ ਬੰਦੇ ਦੇ ਵਿੱਚ ਵੀ ਇੱਕ ਗੁਣ ਚੰਗਾ ਹੋਊਗਾ। ਮੇਰਾ ਇੱਕ ਸਵੀਪਰ ਵੀ ਹੈ ਨਾ ਭਾਜੀ, ਉਹਦੇ ਵਿੱਚ ਵੀ ਕੋਈ ਚੰਗੀ ਚੀਜ਼ ਹੈ, ਮੈਂ ਲੈਂਦੀ ਹਾਂ। ਇਫ ਹੀ ਇਜ਼ ਟੈਲਿੰਗ ਮੀ ਸਮਥਿੰਗ and you should be open every time to accept and to ਮੇਨ ਪ੍ਰੋਬਲਮ ਪਤਾ ਕਿੱਥੇ ਆਉਂਦੀ ਹੈ? ਈਗੋ। ਮੈਨੂੰ ਏਦਾਂ ਲੱਗਦਾ ਯਾਰ ਇਹ ਤਾਂ ਮੇਰੇ ਕੋਲ ਕੰਮ ਕਰਦਾ ਹੈ, ਮੈਂ ਇਹਦੇ ਤੋਂ ਕੀ ਸਿੱਖਣਾ? ਐਸਾ ਹੀ ਹੁੰਦਾ ਹੈ ਜਨਰਲੀ 99% ਲੋਕ ਇਹੀ ਸੋਚਦੇ ਆ ਕਿ ਯਾਰ ਮੈਂ ਇਹਦੇ ਤੋਂ ਕੀ ਸਿੱਖ ਲੂੰਗਾ, ਇਹਨੇ ਮੇਰੇ ਤੋਂ ਸਿੱਖਣਾ, ਜੇ ਮੈਂ ਇਹਦੇ ਤੋਂ ਸਿੱਖਣਾ ਹੁੰਦਾ ਤੇ ਮੈਂ ਇਹਦੀ ਜਗ੍ਹਾ ਹੁੰਦਾ। ਏਦਾਂ ਨਹੀਂ ਹੁੰਦਾ। ਉਹਦੀ ਡੈਸਟੀਨੀ ਹੈ, ਤੁਹਾਡੀ ਡੈਸਟੀਨੀ ਹੈ, ਬਟ ਲਰਨਿੰਗ ਸ਼ੁੱਡ ਨੈਵਰ ਸਟਾਪ, ਹਮੇਸ਼ਾ ਤੋਂ। ਬਟ ਇਹ ਚੀਜ਼ ਮੇਰੇ ਨਾਲ ਸ਼ੁਰੂ ਤੋਂ ਸੀਗੀ, ਔਰ ਉਹਦੇ ਨਾਲ ਕੀ ਹੁੰਦਾ ਸੀ ਕਿ ਜੇ ਮੈਂ ਤੁਹਾਨੂੰ ਕੁਝ ਕਹਿ ਦੇਵਾਂ ਉਹ ਹੋ ਜਾਣਾ, ਚੰਗਾ ਮਾੜਾ। ਓਕੇ। ਇਹ ਮੇਰੇ ਨਾਲ ਸ਼ੁਰੂ ਤੋਂ ਹੈ, ਅੱਜ ਵੀ ਹੈ।
ਮੈਂ ਤੁਹਾਨੂੰ ਕਹਿ ਦਾਂ ਨਾ ਕਿ ਇਹ ਚੀਜ਼ ਹੋਣੀ ਹੈ ਤੇ ਹੋਣੀ ਹੈ, ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਮੇਰੇ ਇੱਕ ਚਾਚਾ ਜੀ ਹੈ, ਮਤਲਬ ਟਿਊਸ਼ਨ ਪੜ੍ਹਾਉਂਦੇ ਸੀ, ਅਸੀਂ ਹਾਂ। ਉਹਨੂੰ ਚਾਚਾ ਜੀ ਕਹਿੰਦੇ ਸੀ। ਉਹ ਆਏ, ਉਹ ਮੈਨੂੰ ਕਹਿੰਦੇ ਮੇਰੇ ਨਾ ਵਾਈਫ ਪ੍ਰੈਗਨੈਂਟ ਹੈ, ਮਤਲਬ ਟਿਊਸ਼ਨ ਪੜ੍ਹਾਉਂਦੇ ਸੀ ਮੈਂ। ਆਈ ਵਾਜ਼ ਇਨ 11 12 ਫਿਜ਼ਿਕਸ ਪੜ੍ਹਾਉਂਦੇ ਸੀ ਮੈਨੂੰ, ਮੈਡੀਕਲ 'ਚ ਸੀ ਨਾ ਮੈਂ, ਕੈਮਿਸਟਰੀ ਫਿਜ਼ਿਕਸ ਬਾਇਓ ਉਹੀ ਪੜ੍ਹਾਉਂਦੇ ਹੁੰਦੇ ਸੀ। ਤੇ ਉਹਨਾਂ ਨੇ ਮੈਨੂੰ ਕਿਹਾ ਮੇਰੇ ਬੇਬੀ ਹੋਣ ਵਾਲਾ ਹੈ, ਅੱਛਾ ਤੂੰ ਦੱਸ ਬੇਟਾ ਹੋਊਗਾ ਕਿ ਬੇਟੀ ਹੋਏਗੀ, ਕਿਉਂਕਿ ਇੰਨੀਆਂ ਅਫਵਾਹਾਂ ਤਾਂ ਸੀਗੀਆਂ ਹੀ ਸਾਰੇ ਨੋਨ 'ਚ ਸਭ ਕਿ ਘਰ ਇਹਨੂੰ 'ਚ, ਪੁੱਛ ਲਓ, ਹਾਂ। ਇਹਨੂੰ पता ਪੁੱਛ चल ਲਓ, ਇਹ जाता वो। है, हाँ। मैं कहा देखो 13 अक्टूबर हुआ है तो बेटा नहीं तो बेटी, और 13 अक्टूबर को बेटा ही हुआ है उनके। ओह वाओ, इतनी एक्यूरेट थी। हाँ। हाँ 13 अक्टूबर को बेटा, क्योंकि 13 अक्टूबर मेरा बर्थडे है, तो मैंने उनको बोल दिया कि मेरे बर्थडे पे होगा, बेटा ही होगा। आज भी बोलते हैं वो इस चीज़ को कि इसने बोला था बेटा ही होगा, और जबकि डेट थी उनकी 5 अक्टूबर, 13 अक्टूबर को बेटा ही हुआ है। ਇੱਦਾਂ ਦੇ ਇੰਸੀਡੈਂਟਸ ਬਹੁਤ ਹੋਏ ਆ ਹੁਣ ਆਪਣੀ ਇੰਡਸਟਰੀ ਤੋਂ ਹੀ ਨੇ। ਇਹ ਸਾਰਾ ਕੁਝ ਸਿੱਖਣ ਤੋਂ ਬਾਅਦ ਹੋਇਆ ਜਾਂ ਨਹੀਂ, ਇਹ ਤਾਂ ਸ਼ੁਰੂ ਤੋਂ ਹੀ ਹੈ ਮੇਰੇ ਨਾਲ। ਅੱਛਾ। ਦਿਸ ਇਜ਼ ਫਰੋਮ, ਤਾਂ ਹੀ ਤਾਂ ਮੈਂ ਕਹਿੰਦੀ ਹਾਂ ਕਿ ਇਹਨਾਂ ਚੀਜ਼ਾਂ ਤੋਂ ਮੈਂ ਥੋੜੀ ਬਲੈਸਡ ਆ। ਵਾਹਿਗੁਰੂ ਦੀ ਕਿਰਪਾ ਹੈ, ਮਾਤਾ ਰਾਣੀ ਦੀ ਕਿਰਪਾ ਹੈ, ਕੁਛ ਮਰਜ਼ੀ ਕਹਿ ਲਓ, ਇਹ ਸ਼ੁਰੂ ਤੋਂ ਰਿਹਾ ਮੇਰੇ ਨਾਲ। ਤੇ ਮੈਂ ਆਪਣੀ ਇੰਡਸਟਰੀ ਤੋਂ ਨੇ, ਇੱਕ ਮਿਊਜ਼ਿਕ ਡਾਇਰੈਕਟਰ ਹੈ ਨਾ, ਉਹਨਾਂ ਦਾ ਕਿਸੇ ਦੇ ਨਾਲ ਅੱਛਾ ਖਾਸਾ ਰਿਲੇਸ਼ਨ ਸੀ, ਸਭ ਕੁਝ ਸੀ, ਬਹੁਤ ਵਧੀਆ ਸੀ। ਹੀ ਵਾਂਟਿਡ ਟੂ ਮੈਰੀ, ਕਿ ਬਸ ਹੁਣ ਮੇਰਾ ਵਿਆਹ ਹੋ ਜਾਏ, ਇਹ ਉਹ ਹੈ ਨਾ। ਤੇ ਉਹ ਮੈਨੂੰ ਕੁੰਡਲੀ ਦਿਖਾਉਂਦੇ ਹੁੰਦੇ ਸੀ ਸ਼ੁਰੂ ਤੋਂ ਹੀ, 1-1.5 ਸਾਲ ਤੋਂ ਅੱਛਾ ਸਾਡਾ ਅੱਛਾ ਖਾਸਾ ਉਹ ਸੀ। ਤੇ ਅਗਸਤ 'ਚ ਉਹਨਾਂ ਦਾ ਬ੍ਰੇਕਅਪ ਹੋ ਗਿਆ। ਓਕੇ। ਮੈਂ ਉਹਨਾਂ ਨੂੰ ਕਿਹਾ ਹੋਇਆ ਸੀ ਕਿ ਤੁਹਾਡਾ ਵਿਆਹ ਅਕਤੂਬਰ 'ਚ ਹੋਣਾ ਹੈ, ਅਗਸਤ 'ਚ ਉਹਨਾਂ ਦਾ ਬ੍ਰੇਕਅਪ ਹੋ ਗਿਆ। ਤੇ ਹੀ ਕਾਲਡ ਮੀ, ਭਾਬੀ ਆ ਜਾਓ, ਮੈਂ ਮਿਲਣਾ ਤੁਹਾਨੂੰ। ਮੈਂ ਚਲੀ ਗਈ, ਉਹਨੇ ਇੱਦਾਂ ਮੇਰਾ ਤਾਂ ਬ੍ਰੇਕਅਪ ਹੋ ਗਿਆ, ਇਹ ਉਹ। ਮੇਰਾ ਮਤਲਬ ਹੁਣ ਕੀ ਹੋਊਗਾ? ਮੈਂ ਕਿਹਾ ਕੋਈ ਨਾ, ਵਿਆਹ ਤੇਰਾ ਅਕਤੂਬਰ 'ਚ ਹੀ ਹੋਣਾ। ਇੱਦਾਂ ਕਿੱਦਾਂ ਹੋਣਾ? ਕੁੜੀ ਤਾਂ ਹੈ ਨਹੀਂ ਕੋਈ, ਕਿੱਦਾਂ ਹੋ ਜਾਊਗਾ? ਮੈਂ ਕਿਹਾ ਕੁੜੀ ਮਿਲ ਜੂਗੀ, ਕਿਉਂ ਟੈਨਸ਼ਨ ਲੈਣਾ। ਮੈਂ ਕਿਹਾ ਤੇਰਾ ਵਿਆਹ 4 ਵਾਰ ਬੋਲਿਆ, ਮੰਨਿਆ। ਮੈਂ ਕਿਹਾ ਤੇਰਾ ਵਿਆਹ 11 ਅਕਤੂਬਰ ਨੂੰ ਹੋਊਗਾ। ਕਹਿੰਦਾ ਹੋ ਹੀ ਨਹੀਂ ਸਕਦਾ, ਮੰਮੀ ਤਾਂ ਬਾਹਰ ਚੱਲੀ ਹੈ, ਮੈਂ ਕੋਈ ਹੋਊਗਾ ਹੀ ਨਹੀਂ, ਮੈਂ ਕੱਲਾ ਵਿਆਹ ਕਰਾ ਲੂੰਗਾ। ਮੈਂ ਕਿਹਾ ਤੂੰ ਦੇਖ ਲਈ। ਬਸ ਏਦਾਂ ਗੱਲ ਕਰਕੇ ਅਸੀਂ ਆ ਗਏ। ਤੇ ਤੁਸੀਂ ਬਿਲੀਵ ਕਰੋਗੇ 8-9 ਅਕਤੂਬਰ ਨੂੰ ਉਹਦਾ ਮੈਨੂੰ ਫੋਨ ਆਉਂਦਾ ਕਿ ਭਾਬੀ ਮੈਂ ਕੁੜੀ ਨਾਲ ਵਿਆਹ ਕਰਾਉਣਾ, ਕੁੜੀ ਭਜਾ ਲਈ। ਤੇ ਕੁੜੀ 10 ਤਰੀਕ ਨੂੰ ਘਰੋਂ ਆ ਰਹੀ ਹੈ ਤੇ ਉਹਨੂੰ ਵਿਆਹ ਕਰਾ ਦੇ। 11 ਅਕਤੂਬਰ ਨੂੰ ਮਨਸਾ ਦੇਵੀ ਦੇ ਵਿੱਚ ਉਹਦੇ ਫੇਰੇ ਹੋਏ ਆ। ਕੀ ਕਮਾਲ ਹੈ। ਇੰਨੀ ਐਕੂਰੇਟ ਔਰ ਇੰਨੇ ਕੌਨਫੀਡੈਂਟ ਵੀ ਰਹਿੰਦੇ ਹੋ ਤੁਸੀਂ। ਕੌਨਫੀਡੈਂਟ ਤਾਂ ਮੈਮ, ਉਹ ਤਾਂ ਬਸ ਮੈਨੂੰ ਜਦੋਂ ਫੀਲਿੰਗ ਆ ਗਈ ਨਾ, ਵਾਈਬ ਆ ਗਈ, ਤਾਂ ਮੈਨੂੰ ਪਤਾ ਹੈ ਕਿ ਹੋ ਹੀ ਜਾਣਾ। ਜੇ ਉਹ ਰੱਬ ਵੱਲੋਂ ਹੀ ਹੈ ਨਾ, ਮੈਂ ਆਪ ਤਾਂ ਕਹਿੰਦੀ ਨਹੀਂ, ਉਹ ਅੰਦਰੋਂ ਹੀ ਆਉਂਦੀ ਹੈ। ਮੈਂ ਕਹਿੰਦੀ ਹਾਂ ਆਮਦ ਨਹੀਂ ਹੋਈ। ਜਦੋਂ ਮੈਨੂੰ ਕਹਿੰਦਾ ਦੱਸ, ਮੈਂ ਕਿਹਾ ਹਲੇ ਆਮਦ ਨਹੀਂ ਹੋਈ। ਆਮਦ ਹੋਏਗੀ ਮੈਂ ਦੱਸ ਦੂੰਗੀ। ਉਹ ਚਲੋ ਜੋਕਸ ਆ ਪਾਰਟ, ਬਟ ਇਟ ਇਜ਼ ਆਲ ਅਬਾਊਟ ਕਿ ਇਹ ਮੇਰਾ ਕਨੈਕਟ ਹੈ ਕੁਝ ਸ਼ਾਇਦ ਵਾਹਿਗੁਰੂ ਨਾਲ, ਕਿ ਮੈਨੂੰ ਇੱਕਦਮ ਤੋਂ ਇੰਟਿਊਸ਼ਨਸ ਹੋ ਜਾਂਦੀਆਂ, ਸਿਕਸ ਸੈਂਸ ਬੋਲਦੇ ਇਹਨੂੰ, ਸ਼ਾਇਦ ਮੇਰੀ ਬਹੁਤ ਜ਼ਿਆਦਾ ਸਟਰੋਂਗ ਹੈ। ਓਕੇ, ਤੁਸੀਂ ਇਹ ਕਹਿ ਸਕਦੇ ਹੋ। ਜੇ ਆਪਾਂ ਇਹਨੂੰ ਦੂਜੇ ਵੇ 'ਚ ਲੈ ਕੇ ਆਈਏ ਨਾ, ਕਿ ਇਹ ਤਾਂ ਗੱਲਾਂ ਨੇ, ਇੱਦਾਂ ਨਹੀਂ ਹੁੰਦਾ, ਜਾਂ ਕੁਛ ਵੀ ਆਪਾਂ ਕਹਿ ਦਿੰਦੇ ਹਾਂ ਨਾ, ਤਾਂ ਤੁਸੀਂ ਇਹ ਕਹਿ ਸਕਦੇ ਹੋ ਸਿਕਸ ਸੈਂਸ ਨੂੰ ਤਾਂ ਮੰਨਦੇ ਹੋ ਨਾ, ਸ਼ਾਇਦ ਉਹ ਮੇਰੀ ਬਹੁਤ ਜ਼ਿਆਦਾ ਸਟਰੋਂਗ ਹੈ ਕਿ ਮੈਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ। ਮਤਲਬ ਮੈਂ ਹਰ ਚੀਜ਼ ਨੂੰ, ਐਸਟਰੋਲੋਜੀ ਨੂੰ, ਹਰ ਸਾਈਕੋਲੋਜੀ ਨੂੰ, ਹਰ ਚੀਜ਼ ਨੂੰ ਸਾਇੰਸ ਦੇ ਨਾਲ ਰਿਲੇਟ ਕਰਕੇ ਚੱਲਦੀ ਆ। ਵਿਦਾਊਟ ਲੌਜੀਕਲੀ ਮੈਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ। ਕਿੱਦਾਂ ਹੁੰਦਾ ਮੈਨੂੰ ਨਹੀਂ ਪਤਾ। ਮੈਨੂੰ ਇੱਦਾਂ ਲੱਗਦਾ ਸ਼ਾਇਦ ਮੇਰਾ ਮਾਈਂਡ ਦੀ ਸਾਈਕੋਲੋਜੀ ਸੀਗੀ ਜਿਹੜੀ ਉਸ ਚੀਜ਼ ਨੂੰ ਉੱਦਾਂ ਸੋਚਦੀ ਸੀ। ਮੈਂ ਇੰਨੀ ਜ਼ਿਆਦਾ ਸਟਰੋਂਗ ਮੇਰੀ ਮੈਂਟਲ ਕੰਟਰੋਲ ਹੈ, ਜਾਂ ਮੈਂਟਲ ਉਸ ਲੈਵਲ ਦਾ ਹੈ ਕਿ ਮੈਂ ਉੱਥੇ ਪਹੁੰਚ ਜਾਂਦੀ ਹਾਂ। ਮੈਨੂੰ ਇਮੈਜਿਨ ਹੋਣ ਲੱਗ ਜਾਂਦਾ ਹੈ। ਮੈਨੂੰ ਨਹੀਂ ਪਤਾ ਕਿ ਉਹ ਰੱਬ ਵੱਲੋਂ ਹੈ ਕਿ ਮੈਂ ਦਿਮਾਗ ਤੋਂ ਇੰਨੀ ਤੇਜ਼ ਹਾਂ ਕਿ ਕੀ ਹੈ। I don't know, but it happens like this. ਮੇਰੇ ਨਾਲ ਇੱਦਾਂ ਹੁੰਦਾ। This is my energy. ਮੇਰੀ એનર્ਜੀ ਇੱਦਾਂ ਹੀ ਕੰਮ ਕਰਦੀ ਹੈ। ਤੁਸੀਂ ਰੇਕੀ ਕਰਦੇ ਹੋ। ਰੇਕੀ ਬਾਰੇ ਸਾਨੂੰ ਇੰਨੀ ਨੌਲੇਜ ਨਹੀਂ ਹੈ। ਨਿਊਮਰੋਲੋਜੀ, ਐਸਟਰੋਲੋਜੀ ਦੀ ਥੋੜੀ ਹੈ, ਕਿਉਂਕਿ ਅਸੀਂ ਮਿਲੇ ਹਾਂ। ਮੈਂ ਪਹਿਲਾਂ ਜਦੋਂ ਰੇਕੀ ਕੀ ਹੁੰਦੇ ਆ ਮੈਂ ਦੱਸਦੀ ਹਾਂ। ਮੈਂ ਜਦੋਂ ਪਹਿਲਾਂ ਵੈਦਿਕ ਸਿੱਖੀ ਸੀ, DSA ਛੱਡ ਕੇ ਤੁਸੀਂ ਵੈਦਿਕ ਦੇ ਵਿੱਚ ਆ ਰਹੇ ਸੀਗੇ। ਵੈਦਿਕ ਦੇ ਵਿੱਚ ਆਈ ਸੀ, ਹੈ ਨਾ। ਤੇ ਮੈਂ ਜਦੋਂ ਵੈਦਿਕ ਸਿੱਖੀ ਨਾ, ਤਾਂ ਮੈਨੂੰ ਉੱਥੋਂ ਇੱਕ ਚੀਜ਼ ਸਮਝ 'ਚ ਆਈ ਕਿ ਮੈਂ ਜੇ ਤੁਹਾਡੇ ਲਈ ਅੱਜ ਕੁਝ ਪ੍ਰੇਅਰ ਕਰੂੰਗੀ ਨਾ, ਉਹ ਇੰਨੀ ਛੇਤੀ ਨਹੀਂ ਹੋਊਗੀ। ਪਰ ਜੋ ਮੈਂ ਬੋਲੂੰਗੀ ਨਾ, ਯਾਰ ਇਹਦਾ ਸੱਤਿਆਨਾਸ਼ ਹੋ ਜਾਊ, ਉਹਦਾ ਸੱਤਿਆਨਾਸ਼ ਛੇਤੀ ਹੋ ਜਾਊਗਾ। ਅੱਛਾ, ਓਕੇ। ਤੁਸੀਂ ਵੀ ਐਕਸਪੀਰੀਅੰਸ ਕੀਤੀ ਹੋਗੀ ਲਾਈਫ ਦੇ ਵਿੱਚ ਕਿ ਤੁਸੀਂ ਕਿਸੇ ਨੂੰ ਚੰਗਾ ਬੋਲੋ, ਉਹ ਇੰਨੀ ਛੇਤੀ ਨਹੀਂ ਹੁੰਦਾ। ਮਾੜਾ ਬੋਲੋ ਤਾਂ ਛੇਤੀ ਹੋ ਜਾਂਦਾ। ਇੱਕ ਬਹੁਤ ਛੋਟਾ ਜਿਹਾ ਐਗਜ਼ਾਮਪਲ ਦਿੰਦੀ ਹਾਂ। ਕੱਲ੍ਹ ਮੇਰੇ ਕੋਲ ਆਰਟਿਸਟ ਆ ਕੇ ਬੈਠੇ ਹੋਏ ਸੀ। ਉਹ ਕਹਿੰਦੇ ਇੱਦਾਂ ਕਰਕੇ ਨਾ, ਅਸੀਂ ਆ ਰਹੇ ਸੀ 46 ਸੈਕਟਰ ਦੀਆਂ ਲਾਈਟਾਂ 'ਚ, ਸਾਨੂੰ ਇੱਕ ਪੁਲਿਸ ਵਾਲੇ ਨੇ ਰੋਕ ਲਿਆ। ਤੇ ਅਸੀਂ ਉਹਨੂੰ ਕਿਹਾ ਕਿ ਚੈੱਕ ਕਰ ਲਓ ਜੋ ਵੀ ਹੈ ਨਾ। ਤੇ ਮੈਂ ਉਹਨੂੰ ਕਿਹਾ, ਕਹਿੰਦਾ ਕਾਕਾ ਤੂੰ ਕਰਦਾ ਕੀ ਹੈ?
ਹਾਂ ਕਹਿੰਦਾ ਯਾਰ ਮੈਨੂੰ ਬੜੀ ਡਿਸਰਿਸਪੈਕਟ ਫੀਲ ਹੋਇਆ ਹੂੰ ਕਿ ਇਹ ਕੌਣ ਹੁੰਦਾ ਮੈਨੂੰ ਐਦਾਂ ਪੁੱਛਣ ਵਾਲਾ। ਕਾਕਾ ਤੂੰ ਕਰਦਾ ਕਿ ਚਲ ਮੈਂ ਦੱਸ ਵੀ ਦਿੱਤਾ ਕਿ ਮੈਂ ਹੂੰ ਸਿੰਗਰ ਹਾਂ। ਹੂੰ ਕਿਹੜਾ ਸਿੰਗਰ? ਚਲ ਆ ਮੇਰੇ ਖੜੇ ਆ 1 2 3 4 5 6 ਬੰਦੇ, ਆਪਣਾ ਗਾਣਾ ਸੁਣਾ। ਜਿਹੜਾ ਗਾਣਾ ਇਹਨਾਂ ਨੂੰ, ਜੇ ਇਹਨਾਂ ਨੇ ਤੇਰਾ ਗਾਣਾ ਸੁਣਿਆ ਹੋਇਆ ਤਾਂ ਤੈਨੂੰ ਛੱਡ ਦਾਂਗੇ, ਨਹੀਂ ਤਾਂ ਤੇਰਾ ਚਲਾਨ ਕਰਾਂਗੇ। ਅੱਛਾ ਉਹਨੇ ਮੈਨੂੰ ਇਹ ਗੱਲ ਦੱਸੀ। ਹਮ, ਕਹਿੰਦਾ ਮੈਨੂੰ ਬਹੁਤ ਡਿਸਰਿਸਪੈਕਟ ਫੀਲ ਹੋਈ ਇਸ ਚੀਜ਼ ਦੇ ਪਿੱਛੇ। ਮੈਂ ਕਿਹਾ ਫਿਰ ਤੂੰ ਗਾਣਾ ਸੁਣਾਇਆ? ਬਿਕੋਜ਼ ਮੈਨੂੰ ਵੀ ਹਾਂ ਆਰਟਿਸਟ curiosity ਇੰਡਸਟਰੀ ਤੋਂ ਆ, ਮੈਨੂੰ ਹੂੰ ਵੀ ਬਹੁਤ ਗੰਦਾ ਫੀਲ ਹੋਇਆ ਇਹ ਚੀਜ਼ ਸੁਣ ਕੇ ਹੀ, ਤੇ ਉਸ ਦੇ ਨਾਲ ਤਾਂ ਹੋ ਰਿਹਾ ਹੈ ਨਾ। ਕਹਿੰਦਾ ਅਸੀਂ ਗਾਣਾ ਲਗਾਤਾ ਗੱਡੀ ਦੇ ਵਿੱਚ, ਕਹਿੰਦਾ ਤੇ ਸਾਰਿਆਂ ਨੇ ਗਾਣਾ ਸੁਣਿਆ ਹੋਇਆ ਸੀ। ਅੱਛਾ ਆਰਟਿਸਟ ਹੈ, ਉਹ ਨਹੀਂ ਜਾਣਦਾ ਸੀ ਉਹਨੂੰ, ਹੈ ਨਾ, ਤੇ ਸਾਰਿਆਂ ਨੇ ਗਾਣਾ ਸੁਣਿਆ ਹੋਇਆ ਸੀ ਉਹਦਾ। ਕਹਿੰਦਾ ਚਲ ਜਾ, ਉਹਨੂੰ ਛੱਡਤਾ। ਕਹਿੰਦਾ ਮੈਨੂੰ ਇੰਨਾ ਗੰਦਾ ਫੀਲ ਹੋਇਆ, ਮੈਂ ਉਹਨੂੰ ਇਹੀ ਗੱਲ ਕਹੀ, ਮੈਂ ਕਿਹਾ ਰੱਬਾ ਚੱਕ ਦੇ ਇਹਨੂੰ ਪਤਾ ਲੱਗੇ ਕਿਸੇ ਦੀ ਬੇਇੱਜ਼ਤੀ ਕਰਨਾ ਕੀ ਹੁੰਦਾ। ਹੂੰ ਤੁਸੀਂ ਬਿਲੀਵ ਕਰੋਗੇ 2 ਦਿਨ ਬਾਅਦ ਉਸ ਪੁਲਿਸ ਵਾਲੇ ਦੀ ਵੀਡੀਓ ਵਾਇਰਲ ਹੋਈ ਵੀ, ਉਹਨੇ ਮੈਨੂੰ ਕੱਲ ਹੀ ਦਿਖਾਈ। ਉਹ ਵੀ ਓਕੇ ਉਹਨੂੰ ਛਿੱਤਰ ਪੈ ਰਹੇ ਆ ਕਿਸੇ ਤੋਂ, ਮਤਲਬ ਔਰ ਉਹਨੇ ਮੈਨੂੰ ਫਿਰ ਆਪਣਾ ਮੈਸੇਜ ਦਿਖਾਇਆ ਕਿ ਮੈਨੂੰ ਆ ਦੇਖੋ ਕਿਸੇ ਨੇ ਆ ਵੀਡੀਓ ਭੇਜੀ ਸੀ, ਤੇ ਮੈਂ ਉਹਨੂੰ ਕਿਹਾ ਦੇਖਿਆ ਜੋ ਕਿਸੇ ਨਾਲ ਗਲਤ ਕਰਦਾ ਬਾਬਾ। ਕਹਿੰਦਾ ਬਾਈ ਨਾ ਬੋਲਿਆ ਕਰੋ। ਤੇ ਹੁਣ ਇਹਨੂੰ ਕਹਿੰਦੇ ਕਰਮਾ। ਰਾਈਟ ਹੁਣ ਕਈ ਬੰਦੇ ਇਦਾਂ ਦੇ ਹੁੰਦੇ ਆ। ਹੁਣ ਤੁਸੀਂ ਉਹ ਆਰਟਿਸਟ ਹੈ ਭਾਈ, ਤੁਸੀਂ ਆਰਟਿਸਟ ਹੋ, ਤੁਹਾਡੀ ਆਪਣੀ ਇੱਕ ਡਿਗਨਿਟੀ ਹੈ ਨਾ। ਰਾਈਟ ਤੁਹਾਨੂੰ ਮੈਂ ਕਿੱਦਾਂ ਕਹਿ ਸਕਦੀ ਹਾਂ ਕਿਤੇ ਵੀ ਆ ਕਾਕੇ ਗਾਣਾ ਸੁਣਾ, ਤੂੰ ਚਾਹੇ ਜੋ ਮਰਜ਼ੀ ਹੈ, ਰਾਈਟ ਸਹੀ ਗੱਲ ਹੈ। ਤੂੰ ਚਾਹੇ ਜੋ ਮਰਜ਼ੀ ਹੋਏਗਾ, ਅੰਬਾਨੀ ਵੀ ਹੋਏਗਾ, ਹੂੰ XYZ, ਮੈਨੂੰ ਵੀ ਇੱਜ਼ਤ ਚਾਹੀਦੀ ਹੈ ਇਫ ਆਈ ਐਮ ਆਰਟਿਸਟ। ਰਾਈਟ ਠੀਕ ਹੈ, ਤੁਸੀਂ ਮੈਨੂੰ ਬੋਲੋ ਭਾਜੀ ਕੋਈ ਨਾ ਤੁਹਾਡਾ ਗਾਣਾ ਸੁਣਾਂਗੇ, ਉਹੀ ਗੱਲ ਨੂੰ ਤਰੀਕਾ ਹੁੰਦਾ ਬੋਲਣ ਦਾ। ਬਿਲਕੁਲ ਓਬਵੀਅਸਲੀ ਅੰਬਾਨੀ ਇਦਾਂ ਹੀ ਬੋਲਦਾ ਹੋਊਗਾ, ਤਾਂ ਹੀ ਲੋਕੀ ਉਹਦੇ ਵਿਆਹਾਂ ਤੇ ਨੱਚਦੇ ਰਾਈਟ ਬਿਲਕੁਲ। ਰਾਈਟ ਰਾਈਟ ਹੈ। ਤੇ ਹੁਣ ਤੁਸੀਂ ਦੇਖੋ ਮਾੜਾ ਮਿੰਟੋ ਮਿੰਟ ਹੋ ਗਿਆ। ਹੁਣ ਜੇ ਕੋਈ ਉਹਦੀ ਮੰਮੀ ਜਾਂ ਕੋਈ ਵੀ ਉਹਦੇ ਲਈ ਇਹ ਵੀ ਤਾਂ ਰੋਜ਼ ਪ੍ਰੇ ਕਰਦੇ ਹੋਣਗੇ ਨਾ, ਇਹ ਫਲਾਣੇ ਵਧੀਆ ਤੋਂ ਹੋ ਫਲਾਨਾ ਜਾਏ ਬਣ ਹਾਂ ਜੇ, ਰਾਈਟ ਉਹਨੂੰ ਟਾਈਮ ਲੱਗੂਗਾ। ਹਮ, ਇਟ ਇਜ਼ ਆਲ ਅਬਾਊਟ ਕਲਯੁਗ। ਤੁਸੀਂ ਕਲਯੁਗ ਦੇ ਵਿੱਚ ਜਦੋਂ ਵੀ ਆਪਾਂ, ਕਲਯੁਗ ਇਸ ਟਾਈਮ ਪ੍ਰਧਾਨ ਹੈ। ਤੁਸੀਂ ਦੇਖੋ ਪਹਿਲਾਂ ਕਦੇ ਅਸੀਂ ਸੁਣਦੇ ਸੀ ਕੋਈ ਕੇਸ ਹੁੰਦਾ ਸੀ ਲੱਖਾਂ ਚੋਂ ਇੱਕ ਕਿ ਫਲਾਣੇ ਦਾ ਮੁੰਡਾ ਮਰ ਗਿਆ। ਅੱਜ ਕੱਲ ਤਾਂ ਬਹੁਤ ਈਜ਼ੀ ਹੋ ਗਿਆ। 40 ਸਾਲ ਦੇ ਬੰਦੇ ਨੂੰ ਹਾਰਟ ਅਟੈਕ, 30 ਸਾਲ ਦੇ ਬੰਦੇ ਨੂੰ ਹਾਰਟ ਅਟੈਕ ਆ ਰਿਹਾ, ਮਾਂ ਪਿਓ ਬੈਠੇ ਆ ਉਹਨਾਂ ਦੇ। ਕਲਯੁਗ ਹਲੇ ਤਾਂ ਸ਼ੁਰੂਆਤ ਹੈ, ਅੱਗੇ ਅੱਗੇ ਦੇਖਿਓ ਹੁੰਦਾ ਕੀ ਹੈ। ਤੇ ਇਸ ਯੁੱਗ ਦੇ ਵਿੱਚ ਜਦੋਂ ਅਸੀਂ ਕਿਸੇ ਦਾ ਵੀ ਕੁਝ ਵੀ ਬੋਲਦੇ ਆ ਨਾ, ਆਪਾਂ ਨੂੰ ਆਪਣੇ ਸ਼ਬਦਾਂ ਦੇ ਉੱਤੇ ਬਹੁਤ ਕੰਟਰੋਲ ਕਰਨਾ ਚਾਹੀਦਾ ਹੈ। ਜਦੋਂ ਅਸੀਂ ਕਿਸੇ ਲਈ ਕੁਝ ਵੀ ਮੰਗਦੇ ਆ ਗਲਤ ਚੀਜ਼, ਉਹ ਇਮੀਡੀਏਟ ਹੋ ਜਾਂਦੀ ਹੈ। ਮੈਂ ਉਸੇ ਟਾਈਮ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਸਿੱਖ ਲਈ ਸੀ ਕਿ ਵੈਦਿਕ ਜਿਹੜੀ ਹੈ ਨਾ, ਉਹ ਸਿਰਫ ਮੰਤਰਾਂ ਤੇ ਪ੍ਰੇਅਰ ਦੇ ਬੇਸ 'ਤੇ ਚੱਲਦੀ ਹੈ। ਤੇ ਮੈਂ ਆਪਣਾ ਪੈਟਰਨ ਚੇਂਜ ਕਰਕੇ ਲਾਲ ਕਿਤਾਬ ਤੇ ਲਿਆਈ। ਲਾਲ ਕਿਤਾਬ ਜਿਹੜੀ ਹੈ ਉਹ ਟੋਟਕਿਆਂ ਦੇ ਬੇਸ ਤੇ ਚੱਲਦੀ ਹੈ। ਲਾਲ ਕਿਤਾਬ ਦੇ ਵਿੱਚ ਟੋਟਕੇ ਹੁੰਦੇ, ਜਿੰਨੇ ਵੀ ਤੁਹਾਨੂੰ ਐਸਟ੍ਰੋਲੋਜਰ ਦੱਸਦੇ ਆ ਨਾ ਕਿ ਇਹ ਕਰਕੇ ਇਦਾਂ ਕਰ ਲਓ, ਆ ਦਾਨ ਕਰ ਦੋ, ਆ ਪਾਣਾ ਨਹੀਂ, ਇਹ ਕਰਨਾ ਨਹੀਂ, ਕੁਝ ਵੀ XYZ ਮੈਂ ਮੈਂਸ਼ਨ ਨਹੀਂ ਕਰੂੰਗੀ। ਅੱਧੇ ਤੋਂ ਜ਼ਿਆਦਾ ਉਹਦੇ 'ਚ ਲਾਲ ਕਿਤਾਬ ਦੇ ਟੋਟਕੇ ਹੁੰਦੇ ਆ। ਓਕੇ, ਜੋ ਬੇਸਿਕਲੀ ਸੇਮ ਹੀ ਦੱਸਦੇ ਆ ਲੋਕੀ ਆਪ। ਹਾਂ, ਲਾਲ ਕਿਤਾਬ ਦੇ ਟੋਟਕੇ ਹੈ ਕਿ ਮੈਂ ਕੋਈ ਜਿੱਦਾਂ ਕੋਈ ਐਗਜ਼ਾਮਪਲ ਦੇ ਕੇ ਦੱਸਦਾ ਤੁਹਾਨੂੰ, ਤਾਂ ਤੁਹਾਨੂੰ ਜ਼ਿਆਦਾ ਕਲੈਰਿਟੀ ਮਿਲ ਜੂਗੀ, ਹੈ ਨਾ। ਜਿੱਦਾਂ ਮੈਂ ਇੱਕ ਛੋਟੀ ਜਿਹੀ ਚੀਜ਼ ਦੱਸਦਾ, ਤੁਸੀਂ ਵੈਦਿਕ ਦੇ ਥਰੂ ਹਨੂੰਮਾਨ ਜੀ ਦੇ ਮੰਦਿਰ ਜਾਓ, ਮੱਥਾ ਟੇਕੋ, ਪ੍ਰਸ਼ਾਦ ਚੜਾਓ, ਬਦਾਨੇ ਦਾ ਪ੍ਰਸ਼ਾਦ ਚੜਾਓ, ਮੱਥਾ ਟੇਕ ਕੇ ਆ ਗਏ। ਵੈਦਿਕ ਦਾ ਉਪਾਏ। ਜੇ ਆਪਾਂ ਇਹਨੂੰ ਲਾਲ ਕਿਤਾਬ ਦੇ ਵਿੱਚ ਕਿਸੇ ਵੀ ਮੰਗਲ ਦੇ, ਕਿਸੇ ਵੀ ਪਲੈਨਟ ਦਾ ਕਿਤੇ ਕੋਈ ਉਪਾਏ, ਅਲੱਗ-ਅਲੱਗ ਹਾਊਸ ਦੇ ਵਿੱਚ ਅਲੱਗ-ਅਲੱਗ ਮੰਗਲ ਹੈ, ਅਸੀਂ ਉਹਨਾਂ ਦੇ ਅਕੋਰਡਿੰਗ ਉਹਨਾਂ ਦਾ ਉਪਾਏ। ਕੋਈ ਕਹਿੰਦਾ ਜੀ ਪਾਨ ਬਣਵਾਓ, ਹਨੂੰਮਾਨ ਨੂੰ ਚੜਾ ਕੇ ਆਓ। ਤੁਹਾਡੇ ਕੋਈ ਕੇਸ ਚੱਲ ਰਿਹਾ, ਹਨੂੰਮਾਨ ਜੀ ਦੇ ਪੈਰ ਦੇ ਸੱਜੇ ਪੈਰ ਦੇ ਥੱਲੇ ਦਬਾ ਕੇ ਆਓ, ਉਹ ਲਾਲ ਕਿਤਾਬ ਦਾ ਉਪਾਏ ਆ ਜਾਂਦਾ। ਓਕੇ, ਉਹਨਾਂ ਦੇ ਰਿਜ਼ਲਟ ਬਹੁਤ ਫਾਸਟ ਹੈ ਲਾਲ ਕਿਤਾਬ ਵਾਲੇ। ਹਾਂਜੀ, ਜੇ ਤੁਸੀਂ ਐਗਜ਼ੈਕਟ ਕਰਦੇ ਹੋ। ਮਤਲਬ ਜੇ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਭਾਜੀ 2 ਮਹੀਨਿਆਂ ਤੇ ਰਿਜ਼ਲਟ, ਤਾਂ 2 'ਚ। ਜੇ ਮੈਂ ਕਹਿ ਦੂੰ ਪਹਿਲੇ ਤੇ ਰਿਜ਼ਲਟ 'ਚ ਪਹਿਲੇ ਤੇ ਤੁਹਾਨੂੰ 100% ਲਾਲ ਕਿਤਾਬ ਦੇ ਟੋਟਕਿਆਂ ਦਾ ਰਿਜ਼ਲਟ ਮਿਲਦਾ ਹੈ। ਬਟ ਉਹਨੂੰ ਕਰਨ ਦਾ ਤਰੀਕਾ ਹੈ। ਜਿਵੇਂ ਹੁਣ ਕਈ ਲੋਕੀ ਕਹਿੰਦੇ ਫਲਾਨੀ ਚੀਜ਼ ਜਾ ਕੇ ਜਲ ਪ੍ਰਵਾਹ ਕਰਕੇ ਆਉਣੀ ਹੈ, ਲੋਕੀ ਪੁੱਲ ਤੋਂ ਹੀ ਸੁੱਟ ਦਿੰਦੇ ਆ। ਬਹੁਤ ਲੋਕੀ ਉਪਾਏ ਪੁੱਲ ਤੋਂ ਹੀ ਕਰ ਦਿੰਦੇ ਆ। ਉਹ ਉਪਾਏ ਨਹੀਂ ਹੁੰਦਾ। ਓਕੇ, ਉਹ ਕੀਤਾ ਨਾ ਕੀਤਾ ਇੱਕ ਬਰਾਬਰ ਹੈ। ਤੁਸੀਂ ਜਦੋਂ ਕੋਈ ਵੀ ਤੁਹਾਡੇ ਘਰੇ ਆਉਂਦਾ, ਤੁਸੀਂ ਉਹਨੂੰ ਵਿਦ ਡਿਊ ਰਿਸਪੈਕਟ ਬਿਠਾਉਂਦੇ ਹੋ, ਭੇਜਦੇ ਹੋ। ਇੱਦਾਂ ਹੀ ਉਹ ਉਪਾਏ ਦਾ ਜੋ ਵੀ ਤੁਸੀਂ ਮੰਨ ਲਓ, ਇੱਕ ਛੋਟੀ ਜਿਹੀ ਚੀਜ਼ ਹੈ, ਅਸੀਂ ਜੌਂ ਤਾਰਨ ਗਏ ਆ ਪਾਣੀ 'ਚ, ਬਹੁਤ ਲੋਕਾਂ ਨੂੰ ਉਪਾਏ ਦੱਸੇ ਜਾਂਦੇ ਕਿ ਤੁਹਾਡੇ ਵੇਟ ਦੇ ਜਿੰਨੇ ਜੌਂ ਜਾ ਕੇ ਜਲ ਪ੍ਰਵਾਹ ਕਰਕੇ ਆਓ। ਹੁਣ ਜਦ ਤੁਸੀਂ ਉਹਨੂੰ ਜਲ ਪ੍ਰਵਾਹ ਕਰਨਗੇ ਨਾ, ਉਹਨੂੰ ਤੁਸੀਂ ਪੁੱਲ ਤੋਂ ਨਹੀਂ ਸੁੱਟ ਸਕਦੇ, ਉਹਨੂੰ ਤੁਸੀਂ ਵਿਦ ਡਿਊ ਰਿਸਪੈਕਟ ਜਲ ਪ੍ਰਵਾਹ ਕਰਨਾ ਹੈ। ਓਕੇ, ਤਾਂ ਉਹ ਉਪਾਏ ਲੱਗਦਾ ਹੈ, ਉਹ ਟੋਟਕਾ ਹੈ ਔਰ ਉਹਨੂੰ ਕਰਨ ਦਾ ਤਰੀਕਾ ਹੈ। ਜੇ ਤੁਸੀਂ ਗਲਤ ਕਰ ਲਓਗੇ ਤਾਂ ਉਹਦੇ ਨੈਗੇਟਿਵ ਇੰਪੈਕਟ ਵੀ ਹੁੰਦੇ ਆ।
ਜਦੋਂ ਮੈਂ ਇਹ ਚੀਜ਼ ਸਿੱਖੀ, ਹੂੰ ਇਹਦੇ ਨਾਲ ਵੀ ਮੈਨੂੰ ਬਹੁਤ ਸਮਝ ਆ ਗਿਆ ਕਿ ਮੇਰੇ 80% ਕਲਾਇੰਟਸ ਨੂੰ ਰਿਜ਼ਲਟ ਮਿਲ ਜਾਂਦੇ ਆ। ਓਕੇ 80% ਕਲਾਇੰਟਸ ਕਹਿੰਦੇ ਆ ਕਿਆ ਬਾਤ ਹੈ, ਹੂੰ ਪਰ 20% ਹਲੇ ਵੀ ਰਹਿ ਰਹੇ ਆ। ਰੀਜ਼ਨ ਉਹਦਾ ਕਾਰਨ ਸਹੀ ਤਰੀਕੇ ਨਾਲ ਨਹੀਂ ਕਰਦੇ। ਨਹੀਂ, ਦੈਨ ਉਹਦਾ ਵੀ ਇੱਕ ਰੀਜ਼ਨ ਹੁੰਦਾ ਹੈ। ਰੀਜ਼ਨ ਇਹ ਹੈ ਕਿ ਉਸ ਤੋਂ ਬਾਅਦ ਮੈਂ ਆਈ ਵਾਸਤੂ ਦੇ ਵਿੱਚ, ਓਕੇ ਵਾਸਤੂ ਸ਼ਾਸਤਰ, ਹੂੰ ਜੋ ਕਿ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਹੁਣ ਕੀ ਕੀਤਾ, ਮੈਂ ਤੁਹਾਨੂੰ ਉਪਾਏ ਦਿੱਤਾ, ਤੁਸੀਂ ਕਿਹਾ ਜੀ ਮੇਰਾ ਵਿਆਹ ਨਹੀਂ ਹੋ ਰਿਹਾ, ਠੀਕ ਹੈ ਠੀਕ ਹੈ, ਮੈਂ ਤੁਹਾਨੂੰ ਉਪਾਏ ਕਰਾਤਾ। ਤੁਸੀਂ ਮੈਨੂੰ 4 ਮਹੀਨੇ ਬਾਅਦ ਫੋਨ ਕਰਕੇ ਕਹਿ ਰਹੇ ਹੋ ਮੈਡਮ ਉਪਾਏ ਤਾਂ ਕਰ ਲਿਆ, ਪਰ ਵਿਆਹ ਤਾਂ ਮੇਰਾ ਹਲੇ ਵੀ ਨਹੀਂ ਹੋ ਰਿਹਾ, ਕੋਈ ਗੱਲ ਨਹੀਂ ਬਣ ਰਹੀ, ਕੁਝ ਨਹੀਂ ਬਣ ਰਿਹਾ। ਮੈਂ ਹੈਰਾਨ ਹਾਂ ਕਿ ਬਈ ਕਿਉਂ ਨਹੀਂ ਬਣ ਰਿਹਾ। ਇੱਕ ਆਮ ਬੰਦੇ ਦੀ ਗੱਲ ਕਰ ਰਹੀ ਹਾਂ ਕਿ ਯਾਰ ਉਪਾਏ ਤਾਂ ਸਹੀ ਦੱਸੇ ਸੀ, ਕੀ ਗੱਲ ਹੋ ਗਈ, ਸਹੀ ਨਹੀਂ ਕੀਤਾ ਹੋਣਾ ਹੈ ਨਾ। ਮੈਂ ਉਹਦੇ 'ਚ ਵੀ ਰਿਸਰਚ ਕੀਤੀ ਕਿ ਕਿਉਂ ਨਹੀਂ ਕੀਤਾ। ਹੁਣ ਕੀ ਪ੍ਰੋਬਲਮ ਹੈ, ਤੁਸੀਂ 100 ਈਸ਼ਾਨ ਕੋਣ 'ਚ ਰਹੇ ਹੋ, ਨਾਰਥ ਈਸਟ 'ਤੇ ਤੁਸੀਂ ਸੋ ਰਹੇ ਹੋ, ਜਿੰਨੇ ਮਰਜ਼ੀ ਉਪਾਏ ਕਰ ਲਓ ਤੁਹਾਡਾ ਵਿਆਹ ਹੋਣਾ ਹੀ ਨਹੀਂ। ਤੁਸੀਂ ਗਲਤ ਡਾਇਰੈਕਸ਼ਨ 'ਚ ਸੋ ਰਹੇ ਹੋ, ਓਕੇ ਗੁਰੂ ਦੀ ਡਾਇਰੈਕਸ਼ਨ 'ਚ ਸੋ ਰਹੇ ਹੋ, ਸ਼ੁੱਕਰ ਦੀ ਡਾਇਰੈਕਸ਼ਨ 'ਚ ਵਿਆਹ ਕਰਨਾ ਹੈ। ਤੁਸੀਂ ਕਿਵੇਂ ਸੋ ਸਕਦੇ ਹੋ ਉੱਥੇ? ਤੁਸੀਂ ਜਿੰਨੇ ਮਰਜ਼ੀ ਉਪਾਏ ਕਰ ਲਓ, ਵਿਆਹ ਹੋਣਾ ਹੀ ਨਹੀਂ। ਫਿਰ ਮੈਂ ਕਾਸਮਿਕ ਵਾਸਤੂ 'ਚ ਵੜੀ, ਜਿਹਦੇ ਵਿੱਚ ਅਸੀਂ ਕੁੰਡਲੀ ਨੂੰ ਵਾਸਤੂ ਦੇ ਨਾਲ ਮੈਚ ਕਰਕੇ ਤੁਹਾਨੂੰ ਉਪਾਏ ਦਿੰਦੇ ਹਾਂ। ਅਤੇ ਮੈਨੂੰ ਲੱਗਦਾ ਨਹੀਂ ਕਿ ਅੱਜ ਤੱਕ ਕਿਸੇ ਬੰਦੇ ਨੂੰ ਕੋਈ ਰਿਜ਼ਲਟ ਨਾ ਮਿਲਿਆ ਹੋਵੇ ਜੇ ਉਹਨੇ ਸਹੀ ਤਰੀਕੇ ਨਾਲ ਕੀਤਾ ਉਪਾਏ। ਓਕੇ 100% ਭਾਜੀ ਅਸੀਂ ਵੀ ਕੰਮ ਕਰ ਰਹੇ ਹਾਂ, ਅਸੀਂ ਵੀ ਆਪਣੀ ਲਾਈਫ ਇੰਜੋਏ ਕਰ ਰਹੇ ਹਾਂ। ਮੈਂ ਵੀ ਥੋੜ੍ਹੇ ਬਹੁਤ ਉਪਾਏ ਕਰ ਲੈਂਦੀ ਹਾਂ, ਲੋਕੀ ਵੀ ਕਰਦੇ ਆ, ਬਟ ਉਨੇ ਕਿ ਜਿੰਨੇ ਕਿ ਲੋੜ ਆ। ਲੋਕੀ ਵਹਿਮਾਂ 'ਚ ਜ਼ਿਆਦਾ ਪੈ ਜਾਂਦੇ ਆ। ਡੂਜ਼ ਐਂਡ ਡੋਨਟਸ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਜੇ ਸਾਨੂੰ ਡੂਜ਼ ਐਂਡ ਡੋਨਟਸ ਸਮਝ ਆ ਗਏ, ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਹੈ। ਸਾਨੂੰ ਪਤਾ ਹੋਣਾ ਚਾਹੀਦਾ ਚੰਦਰਮਾ ਸਟਰੋਂਗ ਕਰਨਾ ਹੈ ਨਾ, ਆਪਣੀ ਮਾਤਾ ਦੇ ਰੋਜ਼ ਅੰਗੂਠੇ ਨੂੰ ਹੱਥ ਲਾ ਕੇ ਮਸਤਕ ਕਰੋ, ਤੁਹਾਡਾ ਚੰਦਰਮਾ ਸਟਰੋਂਗ ਹੋਗਾ। ਕੀ ਪ੍ਰੋਬਲਮ? ਹਰੇਕ ਲਈ ਹੈ, ਹਰੇਕ ਲਈ ਹੈ। ਓਕੇ ਤੁਸੀਂ ਦੇਖੋ ਕਈ ਲੋਕੀ ਆਪਣੀ ਮਾਂ ਨੂੰ ਨਹੀਂ ਪੁੱਛਦੇ, ਦੁਨੀਆ ਦੇ ਪੈਰੀ ਹੱਥ ਲਾਈ ਫਿਰਦੇ। ਸਹੀ ਗੱਲ ਹੈ। ਫਿਰ ਕਹਿੰਦੇ ਜੀ ਸਾਡੇ ਨਾਲ ਇਹ ਹੁੰਦਾ। ਘਰੋਂ ਸ਼ੁਰੂ ਹੋ ਜਾਂਦੀਆਂ ਭਾਜੀ ਇਹ ਸਾਰੀਆਂ ਚੀਜ਼ਾਂ। ਕਈ ਲੋਕਾਂ ਦੇ ਬਿਜ਼ਨਸ ਫੇਲ ਹੋ ਜਾਂਦੇ ਆ, ਕਿਉਂ? ਆਪਣੀ ਲੇਬਰ ਨੂੰ ਟਰੀਟ ਹੀ ਨਹੀਂ ਚੱਜ ਨਾਲ ਕਰਦੇ ਵੀਰੇ। ਓਏ 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 ਕਹਿ ਕੇ ਤਾਂ ਬੋਲਦੇ ਆ। ਲੇਬਰ ਤੁਹਾਡਾ ਸ਼ਨੀ ਹੈ, ਖਰਾਬ ਹੋ ਰਿਹਾ। ਉਪਾਏ ਕਰ ਲਓ, ਜਿੰਨੇ ਮਰਜ਼ੀ ਕਰ ਲਓ, ਕੁਛ ਨਹੀਂ ਮਿਲਣਾ। ਸਭ ਤੋਂ ਪਹਿਲਾਂ ਡੂਜ਼ ਐਂਡ ਡੋਨਟਸ ਹੁੰਦੇ ਆ, ਫਿਰ ਉਪਾਏ ਦੀ ਗੱਲ ਆਉਂਦੀ ਹੈ ਕਿ ਤੁਸੀਂ ਕੀ ਕਰਨਾ ਹੈ। ਬਹੁਤ ਇੰਪੋਰਟੈਂਟ ਹੈ। ਮੇਰੇ ਕੋਲ ਬਹੁਤ ਲੋਕੀ ਆਉਂਦੇ ਆ, ਸਾਡੇ ਸਿਰ 'ਤੇ ਕਰਜ਼ਾ ਹੈ, ਸਾਡੇ ਸਿਰ 'ਤੇ ਕਰਜ਼ਾ ਹੈ, ਸਾਡੇ ਸਿਰ 'ਤੇ ਕਰਜ਼ਾ ਹੈ। ਮੈਂ ਤੁਹਾਨੂੰ ਇੱਕ ਉਪਾਏ ਦੱਸਦੀ ਹਾਂ, ਜਰਨਲ ਉਪਾਏ ਹੈ। ਤੁਸੀਂ ਗਰਾਊਂਡ ਵਾਟਰ ਹੁੰਦਾ ਨਾ, ਜਿਹੜਾ ਹੈਂਡ ਪੰਪ ਦਾ ਪਾਣੀ ਹੁੰਦਾ, ਉਹਨੂੰ ਤੁਸੀਂ ਕੰਚ ਦੀ ਬੋਤਲ 'ਚ ਭਰਨਾ ਹੈ, ਠੀਕ ਹੈ। 6 ਸ਼ੁੱਕਰਵਾਰ ਉਹਨੂੰ ਕੰਚ ਦੀ ਬੋਤਲ 'ਚ ਭਰ ਕੇ ਆਪਣੇ ਘਰ 'ਚ ਰੱਖ ਦਿਓ। ਸ਼ਨੀਵਾਰ ਸਵੇਰੇ ਸੂਰਜ ਉਦੇ ਹੋਣ ਤੋਂ ਪਹਿਲਾਂ ਉਹਨੂੰ ਪੀਪਲ ਦੀ ਜੜ੍ਹ 'ਚ ਪਾਇਓ। ਤੁਹਾਡਾ 6ਵਾਂ ਸ਼ਨੀਵਾਰ ਕੰਪਲੀਟ ਹੋਣ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਕਿੱਥੋਂ ਪੈਸੇ ਆ ਜਾਣਗੇ ਅਤੇ ਤੁਹਾਡਾ ਕਰਜ਼ਾ ਉਤਰ ਜੂਗਾ। ਇਹ ਅਜ਼ਮਾਏ ਹੋਏ ਉਪਾਏ ਹੈ। ਇਹ ਹਰ ਇੱਕ ਲਈ ਵਰਕ ਕਰੇਗਾ, ਹਰ ਲਈ ਕੰਮ ਕਰਦਾ। ਭਾਵੇਂ ਜਿੰਨਾ ਮਰਜ਼ੀ ਕਰਜ਼ਾ ਹੋਵੇ, ਹਰ ਲਈ ਕੰਮ ਕਰਦਾ ਭਾਜੀ। ਮੈਂ ਖੁਦ ਦੇਖਿਆ, ਇੱਕ ਬੰਦੇ ਨੂੰ ਇਮੀਡੀਏਟ GST ਦੀ ਪ੍ਰੋਬਲਮ ਹੋ ਗਈ। 4 ਸਾਲ ਤੋਂ ਭਰ ਨਹੀਂ ਰਹੇ ਸੀ, GST ਵਾਲਿਆਂ ਨੇ ਨੋਟਿਸ ਭੇਜਤਾ। ਉਹਨਾਂ ਦਾ 7.5-8 ਲੱਖ ਰੁਪਇਆ ਖੜਾ ਸੀ। ਹੁਣ ਉਹਨਾਂ ਕੋਲ ਕੋਈ ਇੱਦਾਂ ਦਾ ਉਹ ਨਹੀਂ ਸੀਗਾ, ਕਿਉਂਕਿ ਬਿਜ਼ਨਸ ਫਾਲ ਹੋਇਆ, ਸਾਰਾ ਕੁਝ ਖਤਮ ਹੋ ਗਿਆ, ਕੁਝ ਬਚਿਆ ਹੀ ਨਹੀਂ। GST ਤਾਂ ਬਚਾ ਰਹੇ ਸੀ ਅਗਲੇ 3-4 ਸਾਲ ਤੋਂ, ਤਾਂ ਹੀ ਤਾਂ ਉਹਨਾਂ ਤੋਂ ਭਰਿਆ ਨਹੀਂ ਗਿਆ। ਹੁਣ ਜੀ ਉਹਨਾਂ ਕੋਲ ਨੋਟਿਸ ਵੀ ਆ ਗਿਆ ਅਤੇ ਉਹ ਬਹੁਤ ਜ਼ਿਆਦਾ ਤੰਗ, ਸਮਝ ਵੀ ਨਾ ਆਵੇ, ਘਰ ਹੈਂਡ ਟੂ ਮਾਊਥ ਤਾਂ ਚੱਲ ਰਿਹਾ, ਉਹ ਕਿੱਥੋਂ ਕੀ ਕਰ ਲੈਣ, ਨਹੀਂ ਤਾਂ ਕੇਸ ਸ਼ੁਰੂ ਹੋ ਜਾਊਗਾ ਹੁਣ ਉਹਨਾਂ 'ਤੇ। ਉਹ ਮੇਰੇ ਕੋਲ ਆਏ ਕਿ ਜੀ ਇੱਦਾਂ ਕਰਕੇ ਇਹ ਚੀਜ਼ ਹੈ, ਹੁਣ ਅਸੀਂ ਕੀ ਕਰੀਏ। ਮੈਂ ਕਿਹਾ ਕੋਈ ਗੱਲ ਨਹੀਂ, ਕੀ ਹੈ ਤੁਹਾਡੇ ਕੋਲ? ਉਹਨਾਂ ਨੇ ਮੈਨੂੰ ਆਪਣਾ ਸਾਰਾ ਕੁਝ ਦੱਸਿਆ ਕਿ ਸਾਡੇ ਕੋਲ ਜੀ ਇੱਦਾਂ ਇਹ ਹੈ, ਸਾਡੀ ਇੱਕ ਪ੍ਰੋਪਰਟੀ ਹੈ, ਬਹੁਤ ਵੱਡੀ ਪ੍ਰੋਪਰਟੀ ਹੈ, ਵਿਕਦੀ ਨਹੀਂ ਪਈ ਇੰਨੇ ਸਾਲਾਂ ਤੋਂ। 5 ਸਾਲ ਤੋਂ ਅਸੀਂ ਉਹਨੂੰ ਵੇਚਣ 'ਚ ਲਗਾ ਰੱਖਿਆ, ਨਾ ਉਹ ਪੈਸੇ ਮਿਲ ਰਹੇ ਆ, ਨਾ ਕੁਛ ਮਿਲ ਰਿਹਾ ਹੈ। ਕੁਛ ਮਤਲਬ ਕੋਈ ਵੀ ਹੱਲ ਇੱਦਾਂ ਦਾ ਨਹੀਂ ਹੈਗਾ ਕਿ ਅਸੀਂ ਇਹ ਪੈਸੇ ਦੇ ਦਈਏ ਹੁਣ ਇਸ ਟਾਈਮ ਅਤੇ ਸਾਨੂੰ ਇਹ ਪ੍ਰੋਬਲਮ ਹੋਊਗੀ। ਅਤੇ ਮੈਂ ਉਹਨਾਂ ਨੂੰ ਇਹੀ ਉਪਾਏ ਦੱਸਿਆ ਸੀ। ਤੁਸੀਂ ਬਿਲੀਵ ਕਰੋਗੇ, 4ਥੇ ਸ਼ਨੀਵਾਰ ਉਹਨਾਂ ਦੀ ਪ੍ਰੋਪਰਟੀ ਦੀ ਡੀਲ ਹੋਈ, ਔਰ ਛੋਟੀ ਮੋਟੀ ਵੀ ਨਹੀਂ, 12-13 ਕਰੋੜ ਦੀ ਡੀਲ ਹੋਈ। ਅਤੇ ਉਹਨਾਂ ਦਾ ਕਰਜ਼ਾ ਤਾਂ ਜਿਹੜਾ 7 ਲੱਖ ਦਾ ਕਰਜ਼ਾ ਸੀ ਸਰ, ਉਹ ਤਾਂ ਜਿਹੜਾ ਉਤਰਨਾ ਸੀ ਉਤਰਨਾ ਹੀ ਸੀ। ਉਸ ਤੋਂ ਬਾਅਦ ਉਹ ਅੱਜ ਐਸ਼ ਕਰਦੇ ਫਿਰਦੇ ਆ। ਵਾਓ। ਸਿਰਫ ਡੂਜ਼ ਐਂਡ ਡੋਨਟਸ ਵੀ ਜੇ ਆਪਾਂ ਸਹੀ ਤਰੀਕੇ ਨਾਲ ਕਰ ਲਈਏ ਨਾ, ਸਾਨੂੰ ਪਤਾ ਹੋਵੇ ਕਿ ਆਪਣੀ ਵਾਈਫ ਨਾਲ ਕਿੱਦਾਂ ਗੱਲ ਕਰਨੀ ਹੈ,
ਅਸੀਂ ਉਹਨੂੰ ਕਿਸੇ ਦੇ ਸਾਹਮਣੇ ਡਿਸਰਿਸਪੈਕਟ ਨਹੀਂ ਕਰ ਸਕਦੇ। ਹੂੰ ਯਾਰੀ ਦੋਸਤੀ ਤੇ ਸਭ ਚੱਲਦਾ ਹੈ। ਅਸੀਂ ਆਪਣੀ ਮਾਂ ਦੇ ਲਈ ਕੀ ਸੋਚਦੇ ਆ, ਸਾਡੀ ਕੀ ਫੀਲਿੰਗਸ ਹੈ, ਸਾਡਾ ਪਿਓ ਸਾਡੇ ਲਈ ਕਿੰਨੀ ਇੰਪੋਰਟੈਂਸ ਰੱਖਦਾ। ਜੇ ਸਾਨੂੰ ਆਹ ਸਾਰੀਆਂ ਚੀਜ਼ਾਂ ਪਤਾ, ਹੁਣ ਤੁਸੀਂ ਦੇਖੋ ਆਹ ਸਾਲ ਮੰਗਲ ਦਾ ਸਾਲ ਹੈ, ਕਿੱਥੇ ਲੜਾਈਆਂ ਨਹੀਂ ਹੋ ਰਹੀ। ਮੰਗਲ ਸੈਨਾਪਤੀ ਹੈ, ਸੈਨਾਪਤੀ ਦਾ ਕੀ ਕੰਮ ਹੈ? ਲੀਡ ਕਰਨਾ ਲੜਾਈ ਨੂੰ। ਰਾਈਟ। ਹਰ ਜਗ੍ਹਾ ਲੜਾਈਆਂ ਲੱਗ ਰਹੀਆਂ, ਵਾਰਸ ਲੱਗ ਰਹੀਆਂ। ਇਸ ਸਾਲ ਇੰਨੇ ਲੋਕਾਂ ਦੇ ਉਹ ਰਿਸ਼ਤੇ ਵੀ ਟੁੱਟੇ ਆ ਜੋ 10-10 20-20 ਸਾਲ ਪੁਰਾਣੀ ਦੋਸਤੀ ਤੇ ਰਿਸ਼ਤੇਦਾਰੀਆਂ ਸੀਗੀਆਂ। ਬਹੁਤ ਲੋਕਾਂ ਦੇ ਰਿਸ਼ਤੇ, ਲੜਾਈਆਂ ਟੁੱਟੀਆਂ, ਇੰਨੀਆਂ ਲੜਾਈਆਂ ਹੋਈਆਂ, ਲੋਕੀ ਆਪਣੇ ਬਹੁਤ ਅੱਛੇ 15-15 10-10 ਸਾਲ ਪੁਰਾਣੇ ਰਿਸ਼ਤੇ ਖਤਮ ਕਰਕੇ ਬਹਿ ਗਏ ਜਸਟ ਬਿਕੋਜ਼ ਆਫ ਦਿਸ। ਇਹ ਮੈਂ ਆਪਣੇ ਈਅਰ ਐਂਡ ਦੇ ਪੋਡਕਾਸਟ 'ਚ, ਮਤਲਬ ਜਿਹੜੇ ਮੈਂ ਆਪਣੇ ਪੇਜ ਤੇ ਪਾਉਂਦੀ ਹਾਂ, ਹਮੇਸ਼ਾ ਪਾਉਂਦੀ ਹਾਂ ਕਿ ਇਸ ਸਾਲ ਆਪਾਂ ਕੀ ਚੀਜ਼ਾਂ 'ਚ ਰੱਖਣਾ। ਕਈ ਭਰਾ ਨੂੰ ਨਹੀਂ ਬੁਲਾਉਂਦੇ, ਮੰਗਲ ਖਰਾਬ। ਤੁਸੀਂ, ਤੁਹਾਡੇ ਮਹੱਲੇ ਦੇ ਵਿੱਚ ਕੋਈ ਡੈਥ ਹੋਈ ਹੈ ਨਾ, ਜੇ ਤੁਸੀਂ ਉਹਨਾਂ ਤੇ ਅਫਸੋਸ ਕਰਨ ਨਹੀਂ ਜਾਂਦੇ ਤਾਂ ਵੀ ਤੁਹਾਡੇ ਮੰਗਲ ਤੇ ਇੰਪੈਕਟ ਆ ਜਾਂਦਾ। ਓਕੇ, ਤੁਸੀਂ ਸਿਰਫ ਅਫਸੋਸ ਕਰਨਾ ਹੈ, ਇੱਕ ਉਪਾਅ ਹੈ ਇਹ ਵੀ। ਅੱਛਾ, ਤੁਸੀਂ ਕੁਝ ਡੂਜ਼ ਐਂਡ ਡੋਂਟਸ ਦੱਸ ਰਹੇ ਸੀ ਕਿ ਇਹ ਤਾਂ ਕਰਨਾ ਹੀ ਚਾਹੀਦਾ ਔਰ ਇਹ ਨਹੀਂ ਹੀ ਕਰਨਾ ਚਾਹੀਦਾ। ਇੱਕ ਤਾਂ ਤੁਸੀਂ ਇਹ ਦੱਸਿਆ ਕਿ ਆਪਣੀ ਮਾਂ ਦੇ ਜਿਵੇਂ ਉਹ ਲਗਾਓ ਤਾਂ ਉਹ ਬਹੁਤ ਅੱਛੀ ਚੀਜ਼ ਹੈ। ਐਵੇਂ ਦੇ ਕੁਝ ਹੋਰ ਕਾਮਨ ਚੀਜ਼ਾਂ ਜੋ ਬੰਦਾ ਡੇਲੀ ਲਾਈਫ 'ਚ ਅਪਣਾ ਸਕਦਾ ਹੈ ਤੇ ਮੈਮ ਜਿਵੇਂ ਅੱਛੀ life ਅਸੀਂ, ਚੱਲੇ ਉਹਦੀ। ਇੱਕ ਛੋਟੀ ਜਿਹੀ ਚੀਜ਼ ਹੈ, ਜਿਵੇਂ ਅਸੀਂ ਹੁਣੇ ਰਾਤ ਨੂੰ ਕਿਤੇ ਬਾਹਰ ਗਏ ਆ 5-10 ਮਿੰਟਾਂ ਲਈ, ਅਸੀਂ ਕੋਈ ਕੱਪੜਾ ਪਾ ਲਿਆ, ਠੀਕ ਹੈ, ਆ ਕੇ ਉਹਨੂੰ ਨਾ ਅਸੀਂ ਵਾਪਸ ਤੈਅ ਕਰਕੇ ਰੱਖ ਦਿੰਦੇ ਆ, ਕੱਲ ਫੇਰ ਪਾ ਲਾਂਗੇ, ਪਰ ਅਸੀਂ ਰਿਪੀਟ ਨਹੀਂ ਕਰਨਾ, ਸ਼ੁਕਰ ਖਰਾਬ ਹੋਊਗਾ ਆਪਣਾ। ਓਕੇ, ਮਤਲਬ ਇੱਕ ਵਾਰੀ ਵੀ ਜੇ ਪਾਇਆ ਉਹਨੂੰ ਧੋਣਾ ਹੈ, ਪ੍ਰੈਸ ਕਰਕੇ ਕੱਪੜੇ ਪਾਣੇ ਆ, ਬਿਨਾ ਪ੍ਰੈਸ ਕੀਤੇ ਕੱਪੜੇ ਨਹੀਂ ਪਾਉਂਗੇ, ਸ਼ੁਕਰ ਖਰਾਬ ਹੋਊਗਾ। ਓਕੇ, ਸ਼ੁਕਰ ਦਾ ਬੇਸਿਕਲੀ ਵੈਸੇ ਕੰਮ ਕੀ ਹੁੰਦਾ ਹੈ? ਲਗਜ਼ਰੀਜ਼ ਭਾਜੀ, ਤੁਹਾਡੀ ਲਾਈਫ ਦੇ ਵਿੱਚ ਕੁੜੀਆਂ, ਪੈਸੇ, ਲਗਜ਼ਰੀਜ਼ ਉਹਨੇ ਲਾਈਫ 'ਚ ਤੁਹਾਨੂੰ ਦੇਣੀ ਹੈ। ਓਕੇ, ਉਹ ਕਿੱਥੋਂ ਆਉਣਗੀਆਂ? ਤੁਸੀਂ ਦੇਖੋ ਬੱਬੀ ਲਹਿਰੀ ਸਾਹਿਬ ਕਿੰਨਾ 골ਡ, ਕਿੰਨਾ ਕੁਛ ਕੈਰੀ ਕਰਦੇ, ਸ਼ੁਕਰ ਅਟਰੈਕਟ ਕਰਦੇ ਆ। ਅਫਸਾਨਾ ਖਾਨ, ਸ਼ੁਕਰ ਅਟਰੈਕਟ ਕਰਦੇ ਆ। ਉਹ ਪਤਾ ਨਹੀਂ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਨਹੀਂ ਕਿਹਾ ਹੈ ਨਾ, ਬਟ ਇਹ ਜਿੰਨੀ ਜੂਲਰੀ ਤੁਸੀਂ ਪਾਉਂਦੇ ਹੋ ਅਟਰੈਕਟ। ਹੁਣ ਮੈਂ ਇੱਕ ਅੱਜ ਕੱਲ੍ਹ ਕੋਈ ਰੀਲ ਦੇਖ ਰਹੀ ਸੀ, ਕੋਈ ਬੰਦਾ ਕਹਿ ਰਿਹਾ ਸੀ ਆਪਣੀ ਵਾਈਫ ਨੂੰ ਡਾਇਮੰਡ ਦੀ ਰਿੰਗ ਗਿਫਟ ਕਰ ਦਿਓ। ਜੇ ਉਹਦਾ ਸ਼ੁਕਰ ਨੀਚਦਾ ਹੋਇਆ ਫਿਰ ਉਹਦੇ ਜਿਹੜੇ ਸਕਿਨ ਐਲਰਜੀਜ਼ ਹੋਣਗੀਆਂ, ਉਹਨੂੰ ਜਿਹੜੀਆਂ ਅੱਗੋਂ ਉਸ ਤੋਂ ਪ੍ਰੋਬਲਮਸ ਹੋਣਗੀਆਂ, ਉਹ ਹਰ ਚੀਜ਼ ਇੱਦਾਂ ਨਹੀਂ, ਮਤਲਬ ਕੁਝ ਵੀ ਨਹੀਂ ਬੋਲ ਸਕਦੇ ਤੁਸੀਂ ਪੋਡਕਾਸਟ ਦੇ ਉੱਤੇ। ਹਰ ਚੀਜ਼ ਹਰ ਕਿਸੇ ਦੇ ਲਈ ਨਹੀਂ ਹੁੰਦੀ। ਰਾਈਟ। ਤੁਹਾਡੀ ਕੁੰਡਲੀ ਦੇ ਵਿੱਚ ਤੁਹਾਡੇ ਗ੍ਰਹਿ ਜਿੱਥੇ ਬੈਠੇ ਨੇ, ਹੁਣ ਮੈਂ ਅੱਜ ਕੱਲ੍ਹ ਇੱਕ ਹੋਰ ਪੋਡਕਾਸਟ 'ਚ ਕਿਸੇ ਦੇ ਸੁਣ ਰਹੀ ਸੀ ਕਿ ਜੀ ਕੇਤੂ ਚੰਦਰਮਾ ਬੈਠੇ ਸੀ, ਅਲਪਾਯੂ ਲੋਕ ਸੀ ਜੀ, ਉਹ ਮਰ ਗਈ ਸ਼ੇਫਾਲੀ ਜਰੀ ਵਾਲਾ। ਕਈਆਂ ਦੇ ਹੁੰਦੇ ਆ, ਜ਼ਰੂਰੀ। ਹੁਣ ਮੇਰੇ ਕੋਲ ਇੰਨੇ ਬੰਦੇ ਪੁੱਛਣ ਲੱਗੇ, ਭਾਜੀ ਲੋਕਾਂ ਨੂੰ ਇਹ ਨਹੀਂ ਪਤਾ ਕਿਹੜਾ ਘਰ ਕਿਹੜਾ ਹੈ, ਕਿਹੜੀ ਰਾਸ਼ੀ ਕਿਹੜੀ ਹੈ। ਉਹ ਇਹ ਪੁੱਛਦੇ ਮੈਡਮ ਮੇਰੇ ਚੌਥੇ ਘਰ ਦੇ ਵਿੱਚ ਚੰਦਰਮਾ ਹੈ, ਦੱਸੋ ਇਹਦਾ ਕੀ ਇੰਪੈਕਟ ਹੈ। ਤੁਹਾਨੂੰ ਕਿਵੇਂ ਪਤਾ ਤੁਹਾਡੇ ਚੌਥੇ ਘਰ 'ਚ ਚੰਦਰਮਾ ਹੈ? ਉਹ 4 ਨੰਬਰ ਰਾਸ਼ੀ ਨੂੰ ਵੀ ਚੌਥਾ ਘਰ ਸਮਝਣ ਲੈਂਦੇ ਆ। हाफ नॉलेज इज ऑलवेज डेंजर, ऑलवेज डेंजरस। इस हिसाब से जो रीलों पे चल रहा है उससे तो फॉलो ना ही करें ਭਾਜੀ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਜੇ ਤੁਸੀਂ ਕਿਸੇ ਅੱਛੇ ਬੰਦੇ ਨੂੰ ਫੋਲੋ ਕਰਦੇ ਹੋ, ਕਿਸੇ ਹਰ ਚੀਜ਼ ਦੀ ਇੱਕ ਰਿਸਰਚ ਹੁੰਦੀ ਹੈ। ਦੇਖੋ ਹਰ ਤਰ੍ਹਾਂ ਦਾ ਸਰਜਨ ਹੈ, ਹਰ ਤਰ੍ਹਾਂ ਦਾ ਡਾਕਟਰ ਹੈ। ਕਿਸੇ ਦੀ ਦਵਾਈ ਲੱਗਦੀ ਹੈ, ਕਿਸੇ ਦੀ ਦਵਾਈ ਨਹੀਂ ਲੱਗਦੀ। ਉਹਦਾ ਮਤਲਬ ਇਹ ਤਾਂ ਨਹੀਂ ਕਿ ਉਹਨੇ MBBS ਘਟੀਆ ਕੀਤੀ ਹੋਏਗੀ ਜਾਂ ਉਹਨੇ ਚੀਟਿੰਗ ਕਰਕੇ ਪੜ੍ਹਾਈ ਕੀਤੀ ਹੋਊਗੀ। ਰਾਈਟ, ਠੀਕ ਹੈ। ਡਾਕਟਰਸ ਔਰ ਐਸਟ੍ਰੋਲੋਜਰਸ ਆਰ ਸੇਮ ਥਿੰਗ। ਕਿਸੇ ਦੀ ਦਵਾਈ ਲੱਗਦੀ ਹੈ, ਕਿਸੇ ਦੀ ਦਵਾਈ ਨਹੀਂ ਲੱਗਦੀ, ਕਿਸੇ ਦੇ ਉਪਾਏ ਲੱਗ ਜਾਂਦੇ ਆ, ਕਿਸੇ ਦੇ ਉਪਾਏ ਨਹੀਂ ਲੱਗਦੇ। ਅਸੀਂ ਕੀ ਕਰਦੇ ਹਾਂ? ਟਰਾਈ ਕਰਦੇ ਹਾਂ। ਬਟ ਡੈਫੀਨੇਟਲੀ ਬਹੁਤ ਸਾਰੇ ਲੋਕੀ ਅੱਜ ਦੀ ਡੇਟ 'ਚ ਜੋ ਕਰ ਰਹੇ ਆ ਨਾ, ਆਪਣੀ ਪੋਡਕਾਸਟ ਚਲਾਉਣ ਲਈ, ਆਪਣੀ ਰੀਲਾਂ ਚਲਾਉਣ ਲਈ ਕੁਛ ਵੀ ਬੋਲੀ ਜਾ ਰਹੇ ਆ, ਉਹ ਬਹੁਤ ਗਲਤ ਹੈ। ਸਾਨੂੰ ਹਰ ਕਿਸੇ ਦਾ ਝੂਠਾ ਨਹੀਂ ਖਾਣਾ ਚਾਹੀਦਾ। ਓਕੇ, ਸਾਨੂੰ ਅਵੋਇਡ ਕਰਨਾ ਚਾਹੀਦਾ ਕਿ ਅਸੀਂ ਹਰ ਕਿਸੇ ਦਾ, ਅਸੀਂ ਜਦੋਂ ਵੀ ਖਾ ਰਹੇ ਹੁੰਦੇ ਆ ਇੱਕ ਦੂਜੇ ਦੇ ਚਮਚ ਯੂਜ਼ ਕਰ ਲੈਂਦੇ ਆ, ਉਹ ਸਾਨੂੰ ਅਵੋਇਡ ਕਰਨਾ ਚਾਹੀਦਾ। ਸਾਨੂੰ ਇੱਕ ਦੂਜੇ ਦਾ ਝੂਠਾ ਨਹੀਂ ਖਾਣਾ ਚਾਹੀਦਾ। ਇਹ ਸਭ ਤੋਂ ਵੱਡਾ ਡੋਂਟ ਹੈ। ਸਾਨੂੰ ਕਦੇ ਕਿਸੇ ਦੇ ਕੱਪੜੇ ਨਹੀਂ ਪਾਣੇ ਚਾਹੀਦੇ। ਓਕੇ, ਭਾਵੇਂ ਭਰਾ ਹੋਵੇ, ਹਾਂਜੀ, ਭਾਵੇਂ ਭਰਾ ਹੋਵੇ, ਜੋ ਮਰਜ਼ੀ ਹੋਵੇ ਭਾਜੀ। ਰੈਂਟ ਵਾਲੇ ਵੀ ਇਸ 'ਚ ਆ ਜਾਂਦੇ ਆ, ਰੈਂਟ ਤੇ ਜਿਹੜੇ ਆਪਾਂ ਲੈਂਦੇ ਆ। ਦੇਖੋ ਆਂਦੇ ਤਾਂ ਹੈ, ਮੈਂ ਤਾਂ ਨਹੀਂ ਕਦੇ ਵੀ ਉਸ ਚੀਜ਼ ਦੇ ਫੇਵਰ 'ਚ ਆ, ਕਿਉਂਕਿ ਬਿਕੋਜ਼ ਉਹਨਾਂ ਦਾ ਬਿਜ਼ਨਸ ਬੰਦ ਹੋ ਜਾਏਗਾ। ਨਹੀਂ ਸਾਡਾ ਤਾਂ ਬਿਜ਼ਨਸ ਨਹੀਂ ਹੈ ਕੱਪੜਿਆਂ ਦਾ। ਮੈਂ ਕਹਿ ਰਿਹਾ ਜਿਨ੍ਹਾਂ ਦਾ ਹੈ ਉਹਨਾਂ ਦਾ। ਮੈਂ ਤਾਂ ਚਲੋ ਨਹੀਂ ਕਹੂੰਗੀ ਇਸ ਚੀਜ਼ ਨੂੰ। ਦੇਖੋ ਦੈਟ ਇਜ਼ ਉਹ, ਕਿਉਂਕਿ
ਮੇਰਾ ਪਰਸਨਲ ਕੱਪੜਾ ਹੈ ਨਾ, ਹਾਂ ਮੈਂ ਆਪਣਾ, ਤੁਸੀਂ ਮੇਰੇ ਨਾਲ ਰਹਿ ਰਹੇ ਹੋ, ਆਪਾਂ ਦੋਨੋਂ ਇਕੱਠੇ ਰਹਿ ਰਹੇ ਹਾਂ, ਮੈਂ ਤੁਹਾਡੇ ਕੱਪੜੇ ਪਾ ਰਹੀ ਹਾਂ, ਤੁਸੀਂ ਮੇਰੇ ਕੱਪੜੇ ਪਾ ਰਹੇ ਹੋ, ਇਹ ਨਹੀਂ ਹੋਣਾ ਚਾਹੀਦਾ। ਓਕੇ। ਸਾਰਿਆਂ ਦੇ ਕੋਲ ਸਾਰਿਆਂ ਦੀ ਆਪਣੀ ਆਪਣੀ, ਇਹ ਸਭ ਤੋਂ ਵੱਡਾ ਡੂਜ਼ ਹੈ, ਕਿਉਂਕਿ ਇਹਨਾਂ ਨਾਲ ਬਹੁਤ ਸਾਰੇ ਇੰਪੈਕਟ ਆਉਂਦੇ ਹੈ, ਸਾਡੇ ਗ੍ਰਹਿ ਖਰਾਬ ਹੁੰਦੇ ਹੈ, ਸਾਡੀ ਲਾਈਫ ਦੇ ਉੱਤੇ ਇੰਪੈਕਟ। ਅਸੀਂ ਸੋਚਦੇ ਹਾਂ ਕਿ ਯਾਰ ਅਸੀਂ ਇਦਾਂ ਦੀ ਕਿਹੜੀ ਗਲਤੀ ਕਰ ਰਹੇ ਹਾਂ। ਕਈ ਐਸਟ੍ਰੋਲੋਜਰਸ ਨੇ ਪਹਿਲੇ ਵੀ ਦੱਸਿਆ ਰੀਲਸ 'ਚ ਵੀ ਔਰ ਲਾਈਵ ਵੀ ਆਪਣੇ ਕੱਪੜੇ ਨਹੀਂ ਦੇਣੇ ਚਾਹੀਦੇ ਕਿਸੇ ਹਾਂਜੀ। ਨੂੰ। ਫਿਰ ਆਪਣੇ ਪੁਰਾਣੇ ਕੱਪੜਿਆਂ ਦਾ ਕਰਦੇ ਕੀ ਹੋ? ਮੈਂ ਆਪਣੇ ਪੁਰਾਣੇ ਕੱਪੜੇ ਦਾਨ ਕਰਾਨੀ ਆ, ਜਿੱਥੇ ਪ੍ਰਭਾਸਰਾ ਜਾਂ ਕੋਈ ਏਦਾਂ ਦੀ ਨਹੀਂ, ਫਿਰ ਚੀਜ਼ ਉਹ ਵੀ ਤਾਂ ਹੁੰਦੀ ਕੋਈ ਕੋਈ ਨਾ ਕੋਈ ਪਾਏਗਾ ਪਾਏਗਾ ਉਹ ਹੀ। ਪਾ ਲੈਣ ਨਾ, ਉਹ ਪਾ ਲੈਣਗੇ। ਕਿਉਂ ਉਹ ਨੀਡੀ ਹੈ ਭਾਜੀ, ਉਹਨਾਂ ਕੋਲ ਹੈ ਨਹੀਂ। ਨਹੀਂ, ਨੀਡੀ ਏਦਾਂ ਦਾ ਕੁਝ ਨਹੀਂ ਹੁੰਦਾ ਕਿ ਮੇਰੇ ਤੇ ਕੁਝ ਨਹੀਂ ਹੋ ਰਿਹਾ। ਨਹੀਂ। ਮੈਂ ਧੋਏ ਉਹ ਕੱਪੜੇ, ਧਵਾਏ, ਹੂੰ ਮੈਂ ਉਹ ਕੱਪੜੇ ਧਵਾ ਕੇ ਪ੍ਰੈਸ ਕਰਾ ਕੇ ਤਾਂ ਦੇ ਕਰ ਆਈ ਹਾਂ। ਉਹ ਮੈਂ ਦਾਨ ਕਰਤੇ, ਔਰ ਉਹਨਾਂ ਨੂੰ ਦਾਨ ਕੀਤੇ ਜਿਨ੍ਹਾਂ ਨੂੰ ਉਹਦੀ ਲੋੜ ਹੈ। ਇਟ ਇਜ਼ ਆਲਵੇਜ਼ ਅਬਾਊਟ ਨੀਡ। ਹੁਣ ਕੋਈ ਤੁਸੀਂ ਪਾਇਆ ਹੋਇਆ, ਤੁਹਾਡੇ ਕੋਲ ਐਕਸਟਰਾ ਕੱਪੜਾ ਪਿਆ ਹੋਇਆ, ਬਟ ਇੱਕ ਬੰਦਾ ਠੰਡ 'ਚ ਮਰ ਰਿਹਾ ਹੈ, ਪਰ ਤੁਸੀਂ ਉਹਨੂੰ ਦੇ ਨਹੀਂ ਰਹੇ, ਉਹਦਾ ਕੀ ਫਾਇਦਾ? ਜੇ ਤੁਸੀਂ, ਮੈਂ ਐਕਸਚੇਂਜ ਆਫ ਕਲੋਥਸ ਦੀ ਗੱਲ ਕਰ ਰਹੀ ਹਾਂ ਕਿ ਤੁਸੀਂ ਵੀ ਪਾਏ, ਫਿਰ ਮੇਰੇ ਕੱਪੜੇ ਦੁਬਾਰਾ ਮੇਰੇ ਡਰਾਅਰ 'ਚ ਆ ਗਏ। ਓਕੇ, ਉਹ ਚੀਜ਼ ਨੂੰ ਸਟਾਪ ਕਰ ਰਹੀ ਹਾਂ ਮੈਂ ਸਪੈਸ਼ਲੀ। ਓਕੇ ਠੀਕ ਹੈ ਕਰਨਾ। ਕਰ ਸਕਦੇ ਹੋ, ਓਕੇ, ਮਤਲਬ ਇੰਟੈਂਸ਼ਨਲੀ ਤੁਸੀਂ ਨਹੀਂ ਦੇ ਰਹੇ ਨਾ ਕਿਸੇ ਨੂੰ ਕੁਝ ਵੀ ਚੀਜ਼। ਓਕੇ ਮੈਨੂੰ ਇਦਾਂ ਲੱਗਦਾ ਹੈ, ਪਰ ਮੇਰਾ ਜਿਹੜਾ ਇੱਕ ਪਰਸਨਲ ਥਾਟ ਪ੍ਰੋਸੈਸ ਹੈ ਨਾ, ਮੈਨੂੰ ਇਦਾਂ ਲੱਗਦਾ ਜਿਸ ਚੀਜ਼ ਦੀ ਮੈਨੂੰ ਨੀਡ ਨਹੀਂ ਹੈ ਨਾ, ਮੈਂ ਉਹ ਚੀਜ਼ ਉਹਨੂੰ ਦੇ ਦਾਂ ਜਿਹਨੂੰ ਉਹਦੀ ਨੀਡ ਹੈ। ਹੂੰ ਹੁਣ ਮੈਂ ਪ੍ਰਭਾਸਰਾ ਦਿੱਤੇ ਹੈ, ਕਈ ਵਾਰ ਕੱਪੜੇ ਦਿੱਤੇ। ਮੈਂ ਆਪਣੇ ਕੱਪੜੇ ਤਾਂ ਮੈਂ ਖੈਰ ਬਹੁਤ ਜ਼ਿਆਦਾ ਕੱਪੜੇ ਹੈ ਮੇਰੇ, ਕਿ ਜਿਹੜੇ ਮੇਰੇ ਭਰੇ ਪਏ ਮੈਂ ਨਹੀਂ ਦਿੰਦੀ, ਬਟ ਬਹੁਤ ਇੱਦਾਂ ਦੇ ਕੱਪੜੇ ਜਿਹੜੇ ਮੈਂ ਨਹੀਂ ਪਾਉਂਦੀ, ਉਹਨਾਂ ਨੂੰ ਅਸੀਂ ਇਕੱਠਾ ਕਰ ਲੈਂਦੇ ਹਾਂ। ਅਸੀਂ ਪ੍ਰਭਾਸਰਾ ਜਾਂਦੇ ਹਾਂ। ਉਹ ਬੰਦੇ ਨੇ ਜਿਨ੍ਹਾਂ ਨੂੰ ਘਰੋਂ ਕੱਢਿਆ ਹੋਇਆ, ਜਿਨ੍ਹਾਂ ਦੇ ਕੋਲ ਕੋਈ ਆਉਂਦਾ ਹੀ ਨਹੀਂ। ਲੋਕੀ ਹੁਣ ਅਸੀਂ ਨਵੇਂ ਵੀ ਖਰੀਦਦੇ ਹਾਂ, ਜਿਵੇਂ ਕੰਬਲ ਲੈ ਲਏ, ਕੋਈ ਇੱਦਾਂ ਛੋਟੀਆਂ ਮੋਟੀਆਂ ਚੀਜ਼ਾਂ ਲੈ ਲਈਆਂ, ਉਹ ਵੀ ਦੇ। ਅੱਛਾ, ਸਾਡੇ ਕੱਪੜੇ ਕੋਈ ਫਟੇ ਪੁਰਾਣੇ ਕੱਪੜੇ ਨਹੀਂ ਹੁੰਦੇ। ਜਿਹੜੇ ਫਟੇ ਪੁਰਾਣੇ ਕੱਪੜੇ ਦਾਨ ਕਰਦੇ ਆ, ਉਹ ਗਲਤ ਹੈ। ਓਕੇ ਜਿਹੜੇ ਬੰਦੇ ਇਹ ਸੋਚਦੇ ਆ ਨਾ ਕਿ ਯਾਰ ਮੇਰੇ ਕੱਪੜੇ ਫਟ ਗਏ ਹਾਂ ਤੇ ਮੈਂ ਇਹਨੂੰ ਦਾਨ ਕਰ ਦੇਵਾਂ, ਉਹ ਗਲਤ ਹੈ। ਉਹ ਦਾਨ ਨਹੀਂ ਹੈ, ਉਹ ਤੁਸੀਂ ਆਪਣੇ ਗ੍ਰਹਿ ਖਰਾਬ ਕਰ ਰਹੇ ਹੋ। ਮੈਮ ਦੋ ਚੀਜ਼ਾਂ ਨਾ ਕੰਟਰਾਡਿਕਟ ਹੋ ਗਿਆ। ਇਹ ਨਾ ਟੌਪਿਕ ਮੈਂ ਅਸਲ 'ਚ ਜਾਣਨਾ ਚਾਹ ਰਹੀ ਹਾਂ ਕਿ ਇੱਕ ਕਿਸੇ ਐਸਟ੍ਰੋਲੋਜਰ ਨੇ ਕਿਹਾ ਸੀ ਕਿ ਜਿਵੇਂ ਆਪਾਂ ਕਿਸੇ ਨੂੰ ਕੱਪੜੇ ਦਿੰਦੇ ਹਾਂ ਤਾਂ ਉਹਦੀ ਮਤਲਬ ਆਪਾਂ ਆਪਣੀ ਕਿਸਮਤ ਦੇ ਰਹੇ ਹਾਂ ਉਹਨੂੰ, ਤੇ ਉਹਦੀ ਆਪਣੇ ਤੇ ਲੱਗਦੀ ਹੈ। ਹੁਣ ਜਿਵੇਂ ਤੁਸੀਂ ਉਹਨਾਂ ਨੂੰ ਜਿਨ੍ਹਾਂ ਨੂੰ ਘਰੋਂ ਕੱਢਿਆ, ਇਹਨਾਂ ਨੂੰ ਨੀਡ ਹੈ, ਤਾਂ ਉਹਨਾਂ ਦਾ ਵੀ ਅਸਰ ਆਪਣੀ ਲਾਈਫ ਤੇ ਉਹ ਵੀ ਥੋੜੀ ਨਾ, ਤੁਸੀਂ ਥੋੜੀ ਨਾ ਉਹਨਾਂ ਦੇ ਕੱਪੜੇ ਲੈ ਰਹੇ ਹੋ। ਤੁਸੀਂ ਤਾਂ ਆਪਣੇ, એનર્ਜੀ ਇਜ਼ ਆਲਵੇਜ਼ ਇਨ ਐਕਸਚੇਂਜ। ਓਕੇ, ਤੁਸੀਂ ਲਿੱਤੀ ਥੋੜੀ ਹੈ, ਤੁਸੀਂ ਤਾਂ ਦਿੱਤੀ ਹੈ। ਜੇ ਸਿਰਫ ਐਕਸਚੇਂਜ ਹੋ ਰਹੀ ਹੈ ਫਿਰ ਪ੍ਰੋਬਲਮ ਫਿਰ ਹੈ। ਪ੍ਰੋਬਲਮ ਤੇ ਹੈ। ਦੂਸਰੀ ਗੱਲ ਉਹਨਾਂ ਨੇ ਕਿਹਾ ਸੀ ਫਿਰ ਵੀ ਜੇ ਤੁਸੀਂ ਦੇਣੇ ਹੀ ਹੈ ਨਾ, ਕੁਝ ਕੱਟ ਕੇ ਜਾਂ ਕੁਝ ਫਾੜ ਕੇ ਦਿਓ। ਉਲਟਾ, ਏਦਾਂ ਵੀ ਉਹ ਆ ਤੁਹਾਡਾ ਕੁਛ? ਉਲਟਾ ਹੋ ਗਿਆ। ਉਹ ਕਹਿੰਦੇ ਜਿਵੇਂ ਬਟਨ ਤੋੜਤਾ ਜੇ ਪੈਂਟ ਹੈ ਤਾਂ ਉਹ ਫਿਰ એનર્ਜੀ ਨਿਕਲ ਜਾਂਦੀ ਹੈ ਆਪਣੀ, ਤਾਂ ਆਪਣੀ એનર્ਜੀ ਉਹਨਾਂ ਨੂੰ ਨਹੀਂ ਜਾਏਗੀ। ਸਿਰਫ ਏਦਾਂ ਬਟਨ ਹੁੰਦਾ ਹੈ? ਧੋਣਾ ਤੇ ਕੱਪੜੇ ਨੂੰ ਧੋ ਦੇਣਾ, ਹਾਂ ਕਿੰਨਾ ਕੁ ਵੱਡਾ ਡਿਫਰੈਂਸ ਹੈ ਉਹਨਾਂ 'ਚ? ਤੁਹਾਡੀ ਬਟਨ એનર્ਜੀ, ਧੋਣਾ ਨਹੀਂ, ਬਟਨ ਤੋੜਨਾ। ਤੋੜਨਾ। ਹਾਂ ਹਾਂ ਬਟਨ ਤੋੜਿਆ ਤੁਸੀਂ ਬਟਨ ਤੋੜਿਆ, ਉਹ ਬਟਨ ਧਾਗੇ ਨਾਲ ਸਿੱਤਾ ਹੋਊਗਾ ਨਾ, ਹਾਂ ਧਾਗਾ ਤਾਂ ਉਹਦੇ ਵਿੱਚ ਹੀ ਹੈ। ਹਾਂ ਜਦੋਂ ਤੁਸੀਂ ਬਟਨ ਤੋੜਦੇ ਹੋ, ਗਿੱਠਾ ਬੰਨੀਆਂ ਹੁੰਦੀਆਂ ਨਾ ਪਿੱਛੇ ਹਾਂਜੀ। ਸ਼ਰਟ ਦੀ ਬੈਕ ਸਾਈਡ ਤੇ, ਉਹ ਕਈ ਵਾਰ ਗਿੱਠਾ ਰਹਿ ਜਾਂਦੀ ਹੈ, ਤੁਸੀਂ ਰਹਿ ਦੇਖਿਆ ਜਾਂਦੀ ਹੋਊਗਾ। ਕਈ ਬਟਨ ਲਟਕਿਆ ਹੁੰਦਾ, ਤੁਸੀਂ ਅੱਗੋਂ ਤੋੜਦੇ ਨੇ, ਉਹ ਪਿੱਛੇ ਰਹਿ ਜਾਂਦਾ ਉੱਥੇ ਉਹਦਾ, ਹਾਂਜੀ। ਧਾਗਾ ਤਾਂ ਉੱਥੇ ਹੀ ਹੈ। ਹੂੰ, ਟੁੱਟਿਆ ਕੀ? ਮੇਰੇ ਹਿਸਾਬ, ਉਹ ਉਹਨਾਂ ਦਾ ਪੁਆਇੰਟ ਆਫ ਵਿਊ ਹੋਗਾ, ਮੈਨੂੰ ਨਹੀਂ ਪਤਾ, ਹਾਂ, ਬਟ ਮੇਰੇ ਹਿਸਾਬ ਨਾਲ ਜੋ ਮੈਨੂੰ ਇਦਾਂ ਲੱਗਦਾ ਤੁਹਾਡੀ, ਕਿਉਂਕਿ ਮੈਂ ਰੇਕੀ ਦੇ ਥਰੂ ਦੇਖਦੀ ਹਾਂ ਸਾਰੀਆਂ ਚੀਜ਼ਾਂ, ਓਕੇ, ਤੇ ਮੈਨੂੰ ਇਦਾਂ ਲੱਗਦਾ એનર્ਜੀ ਐਕਸਚੇਂਜ। ਹੁਣ ਬਹੁਤ ਸਾਰੇ ਲੋਕੀ ਆ, ਤੁਸੀਂ ਹੱਥ ਮਿਲਾਉਂਦੇ ਹੋ, ਤੁਹਾਡੀ એનર્ਜੀ ਐਕਸਚੇਂਜ ਹੁੰਦੀ। ਕਈ ਲੋਕਾਂ ਨੂੰ ਦੇਖਿਓ ਤੁਸੀਂ ਹੱਥ ਹੀ ਨਹੀਂ ਮਿਲਾਉਂਦੇ। ਹੈਲੋ, ਮਿਲਾਣਾ ਚਾਹੀਦਾ, ਨਹੀਂ ਮਿਲਾਣਾ ਨਹੀਂ, ਚਾਹੀਦਾ? ਤੁਸੀਂ ਜਿਹਦੀ એનર્ਜੀ ਲੈਣੀ ਆ ਉਹਦੇ ਨਾਲ ਮਿਲਾਓ। ਓਕੇ, ਹਰ ਸਭ ਕਿਸੇ ਦੇ ਨਾਲ ਨਾਲ ਨਾ ਹੱਥ ਨਹੀਂ ਮਿਲਾਓ। ਮਿਲਾਉਂਦੇ, ਨਹੀਂ। ਤੇ ਕੱਪੜਿਆਂ ਦੀ ਗੱਲ, ਉਹੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗੀ ਹਾਂ। ਤੁਸੀਂ ਜਦੋਂ ਕਿਸੇ ਨੂੰ ਫੱਟ ਕੇ ਕੱਟ ਕੇ ਹੀ ਦੇ ਦੋਗੇ, ਉਹਦੀ ਰਿਕੁਆਇਰਮੈਂਟ ਥੋੜੀ ਨਾ ਹੋਏਗੀ। ਕੀ ਮਤਲਬ ਹੈ? ਇਸ ਤੋਂ ਬੈਟਰ ਹੈ ਉਹਨੂੰ ਪੋਚਾ ਬਣਾ ਲਓ। ਪੋਚਾ ਬਣਾਉਣ 'ਚ ਵੀ ਕਹਿੰਦੇ ਆ ਤੁਸੀਂ ਆਪਣੇ ਕੱਪੜੇ ਨੂੰ ਉਹ ਬਣਾ ਰਹੇ ਹੋ, ਨੈਗੇਟਿਵ એનર્ਜੀ ਆ ਉਹੀ ਰਹੀ ਤਾਂ ਹੈ ਮੈਂ ਉਹਦੇ ਕਹਿ 'ਚ। ਰਹੀ ਹਾਂ, ਫਿਰ ਇੱਕੋ ਹੀ ਗੱਲ ਹੋ ਗਈ ਨਾ। ਹਾਂ, ਤੁਸੀਂ ਪੋਚਾ ਬਣਾਇਆ ਤੇ ਕੱਟ ਕੇ ਦਿੱਤੇ, ਇੱਕੋ ਹੀ ਗੱਲ ਹੋ ਗਈ। ਕੀ ਗੱਲ ਬਣੀ? ਆਪਣੀ ਕੋਈ ਚੀਜ਼ ਕਿਸੇ ਨੂੰ ਦੇ ਰਹੇ ਹੋ, ਘੱਟੋ ਘੱਟ ਉਹਦੇ ਕੰਮ ਤਾਂ ਆਵੇ। ਤੁਸੀਂ ਆਪਣੇ ਕੱਪੜੇ ਧੋ ਕੇ, ਜਿਵੇਂ ਤੁਸੀਂ ਧੋਨੇ ਹੋ ਉੱਦਾਂ ਵਧੀਆ ਆਪਣੇ ਸਰਫ ਦੇ ਵਿੱਚ ਧੋ ਕੇ, ਉਹਨਾਂ ਨੂੰ ਜਿਹੜੇ ਨਹੀਂ ਯੂਜ਼ ਕਰਨੇ, ਉਹਨਾਂ ਨੂੰ ਇਕੱਠੇ ਬੰਦ ਕਰਕੇ ਕਿਸੇ ਵੀ ਜ਼ਰੂਰਤਮੰਦ ਨੂੰ ਦੇ ਸਕਦੇ ਹੋ। ਕਈ ਲੋਕੀ ਉਪਾਏ ਕਰਨ ਲਈ ਕੁੱਤੇ ਰੱਖ ਲੈਂਦੇ ਆ। ਉਪਾਏ, ਜਿਹੜੇ ਕੁੱਤੇ ਘਰੇ ਹੁੰਦੇ ਆ, ਉਹਨਾਂ ਨਾਲ ਕੋਈ ਉਪਾਏ ਨਹੀਂ ਹੁੰਦਾ। ਉਹਨਾਂ ਨਾਲ ਕੋਈ ਉਪਾਏ ਨਹੀਂ ਹੁੰਦਾ। ਤੁਸੀਂ ਠੀਕ ਹੈ, ਦੈਟਸ ਅ ਉਪਾਏ ਕਿ ਤੁਸੀਂ ਇਹ ਡੌਗ ਪਾਲ ਲਓ, ਲੇਕਿਨ ਤੁਸੀਂ ਕਿਸੇ ਨੂੰ ਫੀਡ ਕਰਨਾ ਹੈ ਨਾ, ਲੋਕੀ ਕਹਿਣਗੇ ਮੈਮ हमारे घर में डॉग है, उसको खिला दे। उसको तो आप रोज खिलाते हो, वो उपाय नहीं है। राइट 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 राइट। सो हर चीज़ का, हर किसी का
किसी ना किसी के साथ रिलेशन है, कौन से ग्रह है, किसके साथ है, क्यों देना है, क्या देना है, कुत्ते को बिस्किट देना है, ब्रेड देनी है, क्या देना है, सब ग्रहों से रिलेटेड है। आप ऐसे थोड़ी ना, मतलब अच्छा कई लोग ਮੈਨੂੰ ਕਿਸੇ ਨੇ ਕਿਹਾ ਕਿ ਬਈ ਕੋਈ ਕਈ ਲੋਕੀ ਨਾ ਸਿਰਫ ਐਸਟ੍ਰੋਲੋਜਰ ਕਹਿੰਦੇ ਆ ਕੁੱਤੇ ਪਾਲ ਲਓ, ਪਰ ਉਹਨਾਂ ਨਾਲ ਬਹੁਤ ਗੰਦਾ ਵਿਵਹਾਰ ਕਰਦੇ ਆ। ਜਦੋਂ ਕਿਸੇ ਨੂੰ ਕਿਸੇ ਨੇ ਇਹ ਗੱਲ ਕਹੀ ਹੈ ਕਿ ਕੁੱਤਾ ਪਾਲ ਲਓ ਤੁਹਾਡਾ ਇਹ ਕੰਮ ਹੋ ਜਾਊਗਾ, ਉਹਦੇ ਨਾਲ ਕਿਵੇਂ ਗਲਤ ਵਿਵਹਾਰ ਕਰ ਸਕਦੇ ਆ? ਤੁਸੀਂ ਕਿਵੇਂ ਗੈਸ ਕਰ ਸਕਦੇ ਹੋ? ਜੇ ਕੋਈ ਉਹਨੂੰ ਡਾਂਟ ਰਿਹਾ ਹੋਊਗਾ, ਖੇਡ ਰਿਹਾ ਹੋਊਗਾ ਉਹਦੇ ਨਾਲ, ਤੁਸੀਂ ਉਹਦੇ ਨਾਲ ਹੀ ਉਹਦੀ ਇਮੇਜ ਬਣਾ ਲੈਂਦੇ ਹੋ, ਯਾਰ ਇਹ ਤਾਂ ਆਪਣੇ ਕੁੱਤੇ ਨਾਲ ਇਦਾਂ ਕਰਦਾ ਹੋਊਗਾ। ਤੁਹਾਨੂੰ ਪਤਾ ਨਹੀਂ ਨਾ ਕਿਸੇ ਦਾ ਕਿਸੇ ਦੇ ਨਾਲ ਪਿਆਰ ਕਰਨ ਦਾ ਤਰੀਕਾ ਕਿੱਦਾਂ ਦਾ ਵੀ ਹੋ ਸਕਦਾ। ਰਾਈਟ। ਹੁਣ ਮੈਂ ਆਪਣੇ ਹਸਬੈਂਡ ਨੂੰ ਡਾਂਟਦਾ ਮੰਨ ਲਓ ਤਾਂ ਇਹਦਾ ਮਤਲਬ ਥੋੜੀ ਨਾ ਕਿ ਮੈਂ ਉਹਨੂੰ 24 ਘੰਟੇ ਡਾਂਟਦੀ ਰਹਿੰਦੀ ਆ। ਕੋਈ ਗੱਲ ਹੋ ਗਈ, ਕੁਛ ਹੋ ਗਿਆ ਜਾਂ ਉਹ ਮੈਨੂੰ ਕੁਛ ਬੋਲ ਦੇਣ ਤਾਂ ਉਹਦਾ ਇਹ ਮਤਲਬ ਥੋੜੀ ਨਾ ਕਿ ਮੈਨੂੰ ਉੱਦਾਂ ਹੀ ਬੋਲਦੇ ਰਹਿੰਦੇ ਆ। ਰਾਈਟ। इट्स ऑल अबाउट कि आपका इमीडिएट क्या रिएक्शन है। लोग ना बहुत ज़्यादा गॉड फीयरिंग है, गॉड लविंग नहीं है। रुका तो रब दे नाम तो कुछ मर्जी करवा लो। सही गल है, कुछ मर्जी करवा लो। मूवी च भी दिखाया गया 3 बिल्कुल भाजी, वो अक्षय कुमार दी मूवी सी ना, ओ माय गॉड, सीरियसली भाजी दैट वाज अ नेक्स्ट लेवल मैसेज टू जनता कि यार रब नाल प्यार करो। मैं छोटा सा एग्जांपल दिनी आ, सारा साल चिकन खाएंगे, सारा साल दारू पीएंगे, सावन च छड़ देंगे। शिव जी आ गए, शिव जी को पता लग गया सावन आ गया, पंचांग ने सावन की डेट निकाल कर दी है, पता शिव जी को लग गया। शिव जी हमारे दिल में बसते हैं। अगर आप ओम नमः शिवाय भी बोल दोगे ना, मंदिर नहीं जाते, आपका मैसेज पहुंच गया वहां पर। इट्स ऑल अबाउट योर प्रायोरिटी। डराते हैं, अरे सावन का व्रत रखा है, मंदिर नहीं गए, व्रत नहीं लगा, यार मैं तो सारा दिन भूखी रही, मेरा तो व्रत ही नहीं लगा। इट इज़ नॉट लाइक दैट। केड़ा रब तुहानू भुखा रख के खुश है? केड़ा रब? व्रत की हुंदे सी? अन्न छड्डिया जांदा सी ताकि सानू अन्न मिले। नवरात्रे की है? जे ਉਹਦੇ 'ਚ ਭੁੱਖੇ ਹੀ ਰਹਿੰਦੇ ਹੁੰਦੇ ਤਾਂ ਫਿਰ ਕੁੱਟੂ ਦਾ ਆਟਾ ਕਿਉਂ ਖਾਂਦੇ? ਅੰਨ ਛੱਡਿਆ ਜਾਂਦਾ ਉਹਦੇ 'ਚ ਵੀ। ਅੰਨ ਛੱਡਿਆ ਜਾਂਦਾ ਹੈ ਤਾਂ ਕਿ ਕੀ ਮਿਲੇ? ਅੰਨ ਤਾਂ ਮਿਲੇ। ਕਿ ਅੰਨ ਦੀ ਸਾਡੇ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਕਮੀ ਨਾ ਹੋਵੇ। ਓਕੇ। ਇਹ ਸਾਡੇ 4 ਵੈਦ ਸੀਗੇ ਭਾਜੀ, ਲੋਕਾਂ ਨੇ ਬਹੁਤ ਘੱਟ ਲੋਕਾਂ ਨੇ ਪੜ੍ਹੇ ਆ, ਤੇ ਜਿਹੜੀ ਹਾਫ ਨੌਲੇਜ ਵਾਲੀ ਐਸਟ੍ਰੋਲੋਜੀ ਲੀਗ ਹੈ, ਕੁਛ ਵੀ ਚਲਾਇਆ ਹੋਇਆ, ਉਹਦੇ ਵਿੱਚ ਕੁਛ ਵੀ ਬੋਲਦੇ ਆ ਲੋਕੀ, ਕੁਛ ਵੀ ਕਰ ਰਹੇ ਆ। ਮੈਂ ਲੋਕਾਂ ਨੂੰ ਡਰਦੇ ਦੇਖਿਆ। मंगल इस राशि में परिवर्तन हो रहा है। शनि मीन राशि वाले डरे, ये इस राशि के लिए अच्छा, इस राशि के साथ होगा। ये लोगों को ये नहीं पता होता मेरी चंद्र राशि की गल हो रही, लगन राशि की गल हो रही। सारे आ जाएंगे मेरे को, मेरी राशि में ये आ रहा है, मेरी राशि में ये आ रहा है। तुझे क्या तकलीफ हो रही है भाई? ये तो रोज होते हैं, सेकंड पे कुंडलियां चेंज होती हैं, ग्रह बदलते हैं, घर बदलते हैं सेकंड पे। ये तो अंतरदशा, महादशा, ग्लोबल चेंजेस होते हैं जो उनकी बातें हो रही हैं। हर किसी के लिए वो चीज़ एप्लीकेबल नहीं होती है। जो जर्नल चीज़ें होती हैं वो जर्नल होती हैं, और जो उपाय होते हैं वो उपाय होते हैं। वो आपकी कुंडली, आपके नक्षत्र और आपकी दशाओं के ऊपर डिपेंड करते हैं कि किस चीज़ की चल रही है। आप मुझे कहोगे मेरी बेटी की तबीयत ठीक नहीं रहती, मेरी बहन के साथ ये प्रॉब्लम हो रहा है, इसका मतलब आपके बुध की महादशा चल रही होगी भाजी। आपके घर का नॉर्थ खराब है, आप अपने घर का नॉर्थ चेक करो। आपका कैश फ्लो में प्रॉब्लम आ रही है, आपका नॉर्थ खराब है, चेक करो। वैसे कुछ एवरग्रीन रेमेडीज होती हैं बहुत कि मतलब भाजी, कोई भी अगर बंदा उसे कर सकता है। आप सही चीजों को सही जगह पर रखो। आप नॉर्थ अपने घर की किसी भी उसमें नॉर्थ में वाइट कलर की लाइट, ब्लू कलर की लाइट, ब्लू कलर, चाहे एक पर्दा लगा लो, चाहे कोई लैंप रख लो, नॉर्थ में ब्लू को बढ़ाओ, आपका कैश फ्लो बढ़ेगा। ओके। आपका बाथरूम नहीं होना चाहिए, टैंक सेप्टिक टैंक नहीं होना चाहिए, ठीक है। ये स्पेशल कुछ मेजर चीज़ें हैं जो आपके नॉर्थ में नहीं होनी चाहिए, ये दोष है। ओके। आप गुसल खाना रख सकते हो, फ्लश नहीं होनी चाहिए। आप वाटरफॉल लगा लो नॉर्थ में, देखो पैसे कैसे बरसते हैं।
ये सबके लिए ये सबके लिए। आपका नॉर्थ अच्छा करो, कैश फ्लो के लिए जाना है अपने, शादी के लिए जाना है अपनी नॉर्थ ईस्ट। जो आपका ईशान कोण है, आप लोग ज्यादातर मंदिर बनाते हैं ईशान कोण देखकर नॉर्थ ईस्ट में। हम लोग मंदिर को स्पेशली मना करते हैं लाल किताब में कि मंदिर घर में होना ही नहीं चाहिए, घर में मंदिर होना ही नहीं होना चाहिए। ही नहीं चाहिए। आपने कभी देखा है किसी मंदिर में पंडिताइन होती हैं जो पूजा करती हैं? नहीं, मतलब पंडित होते मोस्टली हैं। पंडित पंडित ही होते हैं। हाँ, घर में ना शुद्धि नहीं होती। ओके। आपके घर में नॉनवेज आता है, आपके घर में दारू आती है। जब आपने एक मूर्ति रख दी भगवान की, आप मंदिर जाते हो, मंदिर की बाउंड्री होती है, होती है। शनि और शिवलिंग बाहर होते हैं, शनि देव का मंदिर बाहर होता है, शिवलिंग बाहर होता है, अंदर सारे बाकी देवी देवता बैठे होते हैं, पर मंदिर तो सारा ही है ना। आपने घर में छोटी सी भी मूर्ति लाके रख दी, आपका घर मंदिर बन गया। आप जोत जला रहे हो सुबह शाम, घर मंदिर बन गया। लेकिन उसी घर में आप हस्बैंड वाइफ भी सो रहे हैं, उसी घर में आप नॉनवेज भी खा रहे हो, दारू भी पी रहे हो, पार्टी भी हो रही है। श्रद्धा की बात पे नहीं कर रही मैं। अगर आपके घर में, आपके मन में श्रद्धा है, आप दीपक जलाओ, वैसे ही जला लो, कोई मूर्ति ना रखो। कोई मूर्ति ना रखो। भगवान को आप दिल से मांग के तो देखो। ये डर है तो इस हिसाब से जो बाजी। पिछले जमानों में, मतलब 17-18 की बात करूं तो मेल जो थे ना बहुत डोमिनेटिंग थे। उन्होंने कंट्रोल करने के लिए लेडीज को ये सब चीजें बनाई थी। अच्छा। कि ये औरतें ये करेंगी घर के काम, बंदे करेंगे बाहर के काम। तो जब मंदिर बने, पूजा होने, ये सारी चीजें, ये तो हमारे चलो वेदों में है, ये सारी चीजें होती आई हैं। तब भी लोग, आप देखना पुराने, आप कोई चीजें देखोगे भी, कोई डॉक्यूमेंट्री देखोगे, लोग जाते थे वहां पर, जाकर मंदिर में पूजाएं करते थे वहाँ। फिर धीरे 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 वो चीजें कि ट्रैवल होता है, ये होता है, वो होता है, वो घरों में आनी शुरू हो गई, घरों में मंदिर बनने शुरू हो गए। आपने एक चीज देखी है, बहुत सारे लोग बोलते हैं यार हम इतना पूजा पाठ करते हैं, पता नहीं इतने दुख क्यों है। होता है बहुत सारे लोग ये चीजें बोलते हैं कि यार हमारे घर में तो सुबह शाम जोत जलती है, फिर भी हमारे घर में इतनी प्रॉब्लम्स क्यों है। क्योंकि घर में सुच्चत तो है नहीं, और आपने घर को मंदिर बना रखा है। मंदिर ले जाके दिखाओ आप कुछ भी ऐसी चीज, मंदिर हस्बैंड वाइफ हाथ पकड़ के चल के दिखाओ, खुद ही शर्म कर लोगे। वहाँ तो पी रखी होती है तो बंदा जाता भी नहीं है, नहीं जाता, घर में अपने चला जाता है, घर में चला जाता है। बट वो सोचना चाहिए हमें घर में भी आप घर में 8 बजे जा रहे हो, 6 बजे मम्मी ने जोत जला के आरती करके रखी थी, राइट। तो मंदिर थोड़ी ना हुआ वो, आप उसकी उल्लंघना कर रहे हो। क्यों? मम्मी को ऐसे लगता है कि नहीं यार, अगर मैंने ये जोत नहीं जलाई मेरा भगवान रुस जाएगा। मम्मी को क्या, हमें भी ऐसे ही लगता है वैसे। हाँ, लगता है ना। हाँ। क्योंकि हम डरते हैं, ये अंदर का फियर है। प्यार करके देखो भगवान को। मेरे को, मैं बिलीव करना, आप कम से कम 20-21 बार वैष्णो माता जा चुकी होंगी मैं, है ना, साईं मंदिर, मतलब हर तीर्थ स्थल पर मैं गई हूँ, माथा टेकने गई हूँ। मैं अपने मतलब 16-17 साल की उम्र से ही, जब से मैं क्वाइट यंग थी ना, तब से मैंने ये सब चीजें करनी शुरू कर दी थी, क्योंकि मुझे पता था 40-45 साल के बाद मैं नहीं जा पाऊंगी। उस टाइम पे लोग क्या कर रहे होते हैं, ज्यादातर घूम रहे होते हैं, पार्टियां कर रहे होते हैं। लोगों को लगता है 40-45 साल के बाद यात्राएं करेंगे, 4 धाम की तब आपकी बॉडी आपको सपोर्ट नहीं कर रही होती, दवाइयां खा रहे होते हैं, गोडे दुख रहे होते हैं, जो हमारा मेन टाइम होता है घूमने वाला। और उस टाइम में भी कोई और उठा के लेके जा रहा था आपको। हाँ, आप मोटो पे बैठ के जा रहे। देखो भाई, श्रद्धा है तो आप कभी भी जा सकते हो, आपका मन कर रहा है आप कभी भी जा सकते हो। पर अगर आप ये सोच के बोलो अभी माता रानी का बुलावा नहीं आया, गोवा जाने के लिए गोवा का बुलावा आया था। मेरा क्वेश्चन तो ये है, अगर आप वैष्णो माता जाओगे आपका शायद 20,000 लगे, गोवा जाओगे 1 लाख लगेगा, है ना। तो गोवा का बुलावा तो हर किसी को हर साल आ जाता है, पर माता रानी का बुलावा तो 10 साल में एक बार ही आ रहा है ना। ये है लोगों की मेंटालिटी। मैं फैक्ट्स पे ही बात करती हूँ भाजी। मुझे ऐसे लगता है कि हमारी प्रॉब्लम, पता है, हमारी प्रॉब्लम एस्ट्रोलॉजी नहीं है, हमारी प्रॉब्लम न्यूमरोलॉजी नहीं है, वास्तुशास्त्र भी नहीं है। हमारी प्रॉब्लम हम खुद है, हमारी सोच है। हम चीज़ों को अपने अकॉर्डिंग, अपने कंफर्ट जोन के अकॉर्डिंग सोचते हैं। इसलिए मुझे तो ऐसे अच्छा लगता है, ये ऐसे ही होता है।
ये प्रॉब्लम है। नहीं, ये एक्चुअल प्रॉब्लम है जो आपने बताई। अगर आप अपने माँ बाप के लिए कुछ भी करोगे ना, तो शनि आपका इतना स्ट्रांग वैसे ही हो जाता है। अगर हम अपने माँ बाप के लिए वैसे ही कुछ करें तो सबका शनि वैसे ही स्ट्रांग हो जाता है। कर्म देवता है शनि, ठीक है। आप अपने माँ बाप का अच्छा ध्यान रखो, आपको कभी भी कोई तकलीफ होती ही नहीं है, Okay. कभी नहीं होगी। मैंने इतनी बार देखा है कि अगर कुछ गलत हो रहा होगा ना, तो एट द एंड पॉइंट आपके साथ एक ऐसी चीज होगी जो आपका सारा कुछ खत्म कर देगा गलत हुआ। क्यों? क्योंकि आप कभी गलत नहीं थे अपने पेरेंट्स के साथ। आप एक अपने माँ आप जितना मर्जी अच्छा शनि रख लो अपने जिंदगी में, लेकिन आप अपने माँ बाप को एक डिसरिस्पेक्टेड शब्द बोल के देखना आपके साथ क्या होता है। बहुत कुछ होता है। मतलब मैं ये नहीं कह रही हूँ कि माँ बाप गलत होते हैं, तब भी आप सुनो, आर्ग्यू करो, लड़ो, आपके पेरेंट्स हैं। बट बहुत सारे लोग उनको निग्लेक्ट कर देते हैं अपनी लाइफ से, निकाल ही देते हैं, विच इज रॉन्ग। एक और चीज, लोग छबील लगाते हैं, जी, पानी दूध इन्वॉल्व होता है। राइट। हर कोई दूध का दान नहीं कर सकता। Okay. बहुत सारे लोग हैं जिनकी लाइफ में ऐसे प्रॉब्लम्स आती हैं, छबील लगा रहे हैं, उनके घर में प्रॉब्लम्स चल रही हैं। क्यों? क्या करते हैं? सब कुछ करते हैं, सब अच्छा फॉलो करते हैं, सब कुछ अच्छा चल रहा है, कोई गलत काम भी नहीं किया, फिर भी गलत हो रहा है। दान ही नहीं कर सकते आप। चंद्रमा अच्छा है, चंद्रमा की चीजों का दान करोगे, चांदी का दान करोगे, दूध का दान। मेरे पास जो अच्छी चीज है ना, मुझे उसका दान नहीं करना है। आपका अच्छा घर है, आप दान कर दो, सड़क पे आ जाओगे। अच्छे ग्रहों की चीजों को जो आपके अच्छे ग्रह हैं वो आपको एस्ट्रोलॉजर बताएंगे, कौन से आपके अच्छे ग्रह हैं, आपकी कुंडली देखेंगे, वो बताएंगे। आपने उन चीजों का दान नहीं करना। तो कोई भी चीज दान करने से पहले आपको हमेशा पूछना चाहिए कि हमें कौन सी चीज दान करनी है, कौन सी चीज दान नहीं करनी। हम कहते हैं हम दान कर रहे हैं, हमारे दान पुण्य कर रहे हैं, फिर भी हमारे साथ गलत हो रहा है, क्योंकि आप अपनी अच्छी चीजें दान करी जा रहे हो। मैं अगर अपनी सारी अच्छी चीजें दान कर दूंगी तो मेरे साथ गलत ही होना है। बहुत कॉमन सी चीज है। ठीक है। ये छोटी छोटी सी चीजें बहुत है, राइट। बहुत कुछ है। जैसे आप पीपल की जड़ को पानी देते हो, इतवार वाले दिन, संडे को, रविवार को पीपल की जड़ में पानी नहीं देना होता। ओके। ओके। सूर्य जल जो लोग शुरू करते हैं उसको संडे से ही शुरू करो, सूर्य इतवार का दिन है तो ठीक वो है। उसको शुरू ही वहां से करो। बहुत सारी चीजें, कुछ चीजें इम्पैक्ट करती हैं आपकी लाइफ के ऊपर, छोटी छोटी चीजें हैं। बहुत सारे लोग ऐसे होते हैं कि शूज जो होते हैं ना, किसी के भी पहन लेते हैं। जैसे 4 लड़के एक साथ रह रहे हैं, तेरे शूज बहुत अच्छे लग रहे हैं, मैं डाल लूंगा। आप कभी भी शूज एक्सचेंज कर ही नहीं सकते। चप्पल भी आपको किसी की डालनी नहीं चाहिए। आपके ग्रह कन्वर्ट हो जाते हैं। आपके ग्रह कैसे कन्वर्ट होते हैं? एनर्जी से। आपको एनर्जीज कन्वर्ट हो जाती हैं उसके। तो आपको ये सब छोटी छोटी चीज़ें हैं जो बेसिकली इमीडिएट इम्पैक्ट नहीं होते उसके, पर लेटर ऑन आपको लगता है कि रोज 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 करने से चीज़ें खराब हो जाती हैं। ओके। कभी कभी तो कुछ भी खराब नहीं होता, वहम है वो। अगर आपने माइंड में रख लिया फिर वो वहम है। एक बार करने से, जैसे जैसे मैं आपको बोल रही हूँ झूठा खाने से, ऐसा तो हुआ नहीं होगा कि आपने नहीं कभी खाया किसी हो। का झूठा खाया ही हाँ, नहीं, खाया था। है ना। कभी कभी इट इज ओके, बट जब हम उसको हैबिट बना लेते हैं ना, हैबिट वो बहुत खराब करते हैं। अच्छा, कई चीजें ऐसी है, कई ग्रह ऐसे होते हैं कि आपने एक बार झूठा खाया तभी खराब हो गया। ओके। तो इसलिए कहते हैं कि नहीं करने चाहिए। पति पत्नी को खाना चाहिए आपस में? हाँ, पति पत्नी तो खा सकते हैं भाजी। जब हम अपनी फिजिकली सारा अपना सब कुछ शेयर कर सकते हैं तो फिर ये चीजें मैटर नहीं करती, ये बहुत छोटी हो जाती है उसमें। और चप्पल भी डाल सकते हैं कुछ भी कर सकते हो फिर आप, ठीक क्योंकि फिर तो आप एक ही हो ना, अर्ध अंगनी। हम्म। यही तो बोलते हैं आधा अंग। राइट। तो खाली औरत तो नहीं होती ना, बंदा भी होता है। ठीक है। ये और चीज़। जिसकी 3-4 बीवियां हो वो 3-4 के साथ कर ले फिर तो चल ही रहा है। वो तो क्योंकि एक दो ही हिंदू है धर्म में जिनमें। तो नहीं होती ना, ये धर्म अलाउ करता है, ये चीज है। एंड ऐसे ही वास्तु की भी कोई स्पेशल चीजें हैं जो ये सबके लिए वर्क करती हैं कि ये चीजें तो नहीं ही होनी चाहिए? मैम देखो, अगर आपके साउथ वेस्ट में और नॉर्थ ईस्ट में टॉयलेट होगा तो प्रॉब्लम ही प्रॉब्लम होगी, 100% प्रॉब्लम होगी। ओके। अगर आपके घर में कैंसर की प्रॉब्लम आ रही है ना, आप चेक कर लेना, आपका टॉयलेट नॉर्थ ईस्ट में है 100%। ओके। तो ये मतलब आप मुझे बताओ कि हमारे घर में कैंसर है, मैं आपको बता दूंगी। हमारी इंडस्ट्री के ही एक हैं, म्यूजिक इंडस्ट्री के, उन्होंने एक घर लिया रेंट पर, ठीक है।
और 2 दिन बाद मुझे बोला कि भाभी मैंने वो घर लिया है, आप एक बार जरा देख लो। मैंने कहा मुझे भेजना मैप भेजते ही मैंने उनको बोला बाजी ये घर छोड़ दो। कहते मैंने 3 लाख दे दिए। मैं कहा बाजी 30 लाख खराब करके निकलोगे वहां से? कहते नहीं मैंने 3 लाख दे दिया, अब तो 2 लोग इन्वॉल्व हैं, ये वो, चलो आ जाओ तो कुछ रेमेडीज करवा दो। मैं वहां गई, मैंने कहा बाजी इस बाथरूम की कोई रेमेडी नहीं है, आई एम सॉरी टू से, बट इस बाथरूम की कोई रेमेडी नहीं है। बेटर यही होगा कि आप घर छोड़ दो, नहीं तो लॉसेस होंगे, घर में कोई ना कोई कैंसर हो जाएगा, किसी को दिक्कत होनी ही होनी है। आप बिलीव करोगे उनके पिंड से 5-6 दिन बाद ही उनकी कोई बुआ, पता नहीं चाची थी कौन थी, उनको कैंसर हुआ, वो उनके घर में आ गई, पीजीआई में इलाज चल रहा है, वो कैंसर पेशेंट वहां के रहने लग गया। ओके। उसके बाद उनके जो पैसे फंसने शुरू हुए, जो पैसे, क्योंकि एक नहीं 3-4 दोस्त थे उनके, तो वो उनके ऐसे पैसे फंसने शुरू हुए उनका। तो 3.5 महीने बाद मुझे फिर फोन आ गया। मैं कहा भाजी मैंने पहले ही कहा था कि मैं रेमेडीज करने के बाद भी आपको 5-10% राहत मिलेगी, ये शुक्र करो घर में किसी को कैंसर नहीं हुआ, कोई आके ही रह रहा है, ये रेमेडी की वजह से ही हुआ है, नहीं तो घर में हो जाता। तो बेस्ट पार्ट यही है आपका कि जो जिस चीज का आप उपाय नहीं कर सकते ना, उसको छोड़ देना चाहिए। कुछ रेंट पे हो आपका अपना घर तो है नहीं, राइट, है ना, तो आपके पास मल्टीपल ऑप्शन है। आप बिलीव करोगे वो उस घर से 28 लाख के लॉस से निकले 3.5 महीने के बाद। मैं यही पूछा था, निकल गए। फिर जो उन्होंने घर लिया वो मेरे से उन्होंने वास्तु करवा के, वो भी रेंटेड ही है, वास्तु करवा कर लिया, ओके था। और उनके जो पुराने पैसे फंसे हुए थे अराउंड 50-60 लाख के करीब, वो उनके 2-3 महीने में वापस आ गए, चीजें नॉर्मल होगी, लाइफ फिर से वैसे ही चलने लगी जैसे पहले चल रही थी। बेसिकली आप घर को नहीं चुनते, घर आपको चुनता है। सबसे इम्पोर्टेंट बात यह है कि घर आपको चुनता है। आपकी लाइफ में जब भी चेंजेस होंगे ना, आप अपना जगह जिसको बोलते हैं ना, वो चेंज करोगे ही करोगे। ओके। स्थान परिवर्तन होगा ही होगा, चाहे वो अप हो चाहे वो डाउन हो। हाँ जी। अगर आपकी लाइफ में अब कुछ खराब होने को आ रहा है ना, आपने घर शिफ्ट किया, अब अगर आपकी एनर्जी नेगेटिव है तो मतलब आप खराब होने के लिए आए हो। एनर्जी, मैंने बहुत ऐसे लोग देखे हैं जो बहुत अच्छे वेल सेटल थे, सब कुछ अच्छे थे, छोटे से घर में रह रहे थे, सब कुछ बना लिया, जैसे ही बड़ा घर बनाया बिजनेस फ्लॉप होने शुरू हो गए। ओके। क्या हो गया ऐसा? बहुत सारे लोग ऐसे करते हैं, अपनी घर की छत पे स्विमिंग पूल बना लेते हैं कि पैसा आ गया, स्विमिंग पूल बना लिया अपने घर की छत पे। या बहुत सारे लोग ऐसे करते हैं, अब जो कबाड़ होता है, कूड़ा होता है, जाके छत पे रख देते हैं। आपका सर, आपका मस्तक, आपकी बॉडी को आपका ब्रेन चलाता है सर। आप अपने सिर पे जाके सब कुछ रख दोगे, कितना बोझ आपके सिर पे आ रहा है, आप यू डोंट नो कि कौन सी डायरेक्शन में आपने क्या रख दिया। और ये सारा डायरेक्शन, एलिमेंट्स और कलर का खेल है, बैलेंसिंग है ये सारी। अगर आपने ठीक से बैलेंस नहीं किया अपने घर को, तो वो आपकी लाइफ में जो उसका अनबैलेंस हुआ है ना, वो सब दिखेगा, कहीं ना कहीं रिफ्लेक्ट करेगा, सब दिखेगा, कहीं ना कहीं नहीं, 100% गारंटी है सर, गारंटी लिख के गारंटी देती हूँ आपको हर चीज की, कि जो बोल रही हूँ 100% सही है। अगर आपके घर में कोई भी XY, आपके घर में पितृदोष है, आपके घर का साउथ वेस्ट चेक करा लो, 100% आपके घर में अगर आपके पितृदोष है, आपको साउथ वेस्ट वाला ही घर मिलेगा, जो मर्जी कर लो, जो मर्जी। अकॉर्डिंग टू यू और एस्ट्रोलॉजी, वास्तुशास्त्र, तो स्विमिंग पूल ऊपर होना चाहिए या नहीं होना चाहिए? बिल्कुल नहीं होना चाहिए। अच्छा, एक और चीज, जैसे आप कह रहे हैं कि ऊपर हमें वो नहीं रखना चाहिए, कचरा भी रखना नहीं चाहिए, तो फिर वैसे अभी पॉसिबिलिटी तो नहीं है, एक तरीके से फ्लैट में रहना भी एक अच्छा ऑप्शन नहीं है, अगर पॉसिबिलिटी है तो नहीं मैम, एक्चुअली क्या होता है ना, आप देखो 4 वेद, 4 दिशाएं, ठीक है, 4 मौसम, हमारी 4 दीवारी, यही है आपका घर। ओके, ये आपकी बाउंड्री है। हम भी जब भी वास्तु करते हैं, हम कवर्ड और अनकवर्ड एरिया भी देखते हैं। और एक और चीज बताती हूँ, वास्तु कभी भी 100% किसी का हो ही नहीं सकता। आप कोई भी चीज का 100% वास्तु करा लो, आप उस घर में शिफ्ट करके दिखा दो, मेरा नाम बदल देना। अच्छा, मतलब शिफ्ट नहीं हो पाओगे? नहीं हो पाओगे, अटक जाएगा। अच्छा। कुछ ना कुछ अटकने आएंगी। आप 80-90% तक चीजों को ठीक कर सकते हो, 60% तक ओके होंगी, 20% की रेमेडीज होंगी, 10% खराब होगा ही होगा, क्योंकि कभी किसी की लाइफ सॉर्टेड 100% हो ही नहीं सकती। ये एक रूल है लाइफ का।
सुख दुख साथ चलेंगे हमेशा। वो कितने बड़े होते हैं और कितने ज्यादा होते हैं ये डिपेंड करता है बस आपकी डिसीजंस पे। यही है लाइफ। तो वैसे जनरली एक और भी चीज़ मेरे माइंड में आ रही है, जैसे बड़े बड़े फ्लैट्स जो हाई रेज होती हैं उनके अंदर स्विमिंग पूल ऊपर बनाते हैं, और अभी दुबई कल्चर भी काफ़ी दिखता है रीलों के ऊपर। सर उन्होंने भी उसके पर्सनलाइज करना, दुबई में भी ना उन्होंने आपको बालकनी में स्विमिंग पूल दिए हैं छोटे। बट बालकनी भी वो किसी न किसी फ्लोर के ऊपर ही है वो बालकनी। हाँ वो फिर उसके नीचे भी वही होगा ना, स्विमिंग पूल ही होगा ना, घर ओके, के ऊपर नहीं है वो। मीन्स आपके कहने का मतलब है कि अगर वो इमीडिएट ऊपर है जैसे जहाँ पे आप रह स्पेशली रहे हो। मेरे कहने का मतलब है अगर आप किसी अपनी कोठी बना रहे हो तो छत पे स्विमिंग पूल नहीं बनाना है। नॉर्मल और चीजें जो घर में होनी चाहिए नहीं होनी चाहिए वास्तु के अकॉर्डिंगली। मैम देखो मेरे अकॉर्डिंग जो साउथ ईस्ट डायरेक्शन है ना उसके अंदर आपकी रसोई होनी चाहिए। पर जब आप फ्लैट में शिफ्ट करते हो ना, उन्होंने अपनी, आजकल फ्लैट कैसे बनते हैं, एक बिल्डर एक प्लान बनाता है, मोस्ट ऑफ जो पीपल है वो वास्तु करवाने लग गए हैं। पर कई बार क्या होता है कि आपको ना एक कुछ गाइडलाइंस होती हैं, उसके अंदर इतना ग्रीन एरिया छोड़ना है, इतने में आपने ये राइट, बनाना है, इतनी राइट, पार्किंग बनानी। राइट। तो आपको एक आर्किटेक्ट वैसा तैयार करना पड़ता है जिसमें आप उस पर्टिकुलर जगह के अंदर उतने बाय उतने में एक फ्लैट तैयार कर दो और आपको उसका वर्थ बायर भी मिले। तो कहीं पे भी वॉशरूम बना देते हैं, कहीं पे भी किचन कर देते हैं, कहीं पे भी मास्टर बेडरूम कर देते हैं। ये बहुत बड़ी प्रॉब्लम होती है। अब कहीं पे भी कर दो ओके, सिर्फ 2 जगह है, नॉर्थ ईस्ट और साउथ वेस्ट, यहाँ का टॉयलेट होना ही नहीं चाहिए। अगर ये है तो आप मत लो। वो बहुत जगह आपने ऐसे देखा होगा कि पूरी की पूरी सोसाइटी डेड पड़ी है, हाँ, सोसाइटी में कोई रहने ही नहीं आ रहा। राइट, होता है ऐसा। क्यों? हम्म, वास्तु। बहुत जगह ये प्रॉब्लम्स आती हैं। आप ये देखो साउथ दिल्ली, साउथ बॉम्बे, हमारा साउथ इंडिया का साउथ देख लो, ज़्यादातर पढ़े लिखे लोग, ज़्यादातर रिच पीपल, इंटेलेक्चुअल रिच इंटेलिजेंट लोग है ना, ज़्यादातर आपको साउथ में दिखेंगे, ज़्यादातर दिखेंगे आपको। साउथ बहुत ही ज़्यादा अच्छी डायरेक्शन है। लोगों ने हुआ बनाया हुआ है साउथ एंट्री नहीं होनी चाहिए, साउथ एंट्री नहीं होनी चाहिए। साउथ क्यों नहीं होनी चाहिए साउथ एंट्री? हाँ, जब साउथ से इतनी बड़ी बड़ी फिल्म भाजी में साउथ डायरेक्टर्स, दिल्ली राइट, कितना मशहूर है, पूरे दिल्ली में सबसे अमीर लोग कहाँ रह रहे हैं? साउथ दिल्ली के अंदर ही है। अब हमारे इंडिया से नासा या बाहर कितने सारे लोग साइंटिस्ट हैं, अच्छे पढ़े लिखे लोग हैं, ज्यादातर बच्चे आपको दिखेंगे कहाँ के हैं वो? आपको पता है इलिटरेसी लेवल क्या है साउथ में? कितने अनपढ़ लोग हैं? केरला में तो कहते हैं 100% लिटरेसी है। केरला में सबसे कम लोग हैं जो नहीं पढ़ सकते। साउथ में बहुत पढ़े लिखे लोग हैं, वहाँ पे काम करने वाले लोग भी बहुत राइट, पढ़े लिखे नॉलेजेबल लोग हैं वहाँ के। क्यों? सोचो, डायरेक्शन का इम्पैक्ट। आप सोच के देखो। नहीं, जो बातों से तो साफ पता लग रहा है डायरेक्शन कितनी इम्पैक्ट करती है। डायरेक्शन बहुत बड़ा रोल प्ले करती है हमारी लाइफ के अंदर। हमें बस पता होना चाहिए कहाँ पर क्या रखना है। और अगर आपने कोई भी चीज़ गलत जगह पर रख दी, आप इमीडिएट उसका इम्पैक्ट देखोगे, इमीडिएट। अगर ठीक जगह रख दी उसका तब भी भी, इमीडिएट दिखोगे। अगर यहाँ से उठ के अभी सारे साउथ में चले गए तो रहने भाई जा ही नहीं सकते ना, वही तो अच्छा, मैंने बोला 100% कुछ होता ही नहीं। 100% कुछ नहीं हो सकता, राइट, जा ही नहीं सकते। आप अच्छे कॉलेजेस को भी अगर आप देखोगे ना, कहाँ पर है जो बहुत ज़्यादा अच्छे फेमस हाँ, वो कॉलेज? भी उस साइड ही है, VIT होगी, बिट्स होगी। ज़्यादातर आईटी के लोग भी जो अच्छे लेवल पे हेड्स हैं ना, सारे साउथ से हैं। बहुत ज़्यादा, मतलब ऐसा नहीं है कि नॉर्थ में नहीं है या यहाँ ईस्ट में नहीं है, मतलब मेजॉरिटी की बात कर रही हूँ मैं, मेजॉरिटी की बात कर रही हूँ। लोगों साउथ की एस्ट्रोलॉजी नॉर्थ की एस्ट्रोलॉजी से भी डिफरेंट है। वहाँ के लोग अलग देखते हैं। अच्छा। हाँ, वहाँ का मांगलिक भी अलग है। ओके, वो दूसरे घर के मंगल, जैसे हमारे यहाँ पे क्या होता है ना, पहले चौथे सातवें आठवें 12वें घर में मंगल है तो मांगलिक है। आप पैदा हो गए, आपके लगन में मांगलिक है, मंगल है, ठीक है, आप मांगलिक हो गए। अब मुझे एक बात बताओ, 28 साल के बाद या 24 साल के बाद आपका मंगल कैसे खत्म हुआ? वो तो जन्म में ही हो गया, कुंडली में ही लिख दिया जब पहले घर में मंगल है, सही बात चौथे है। घर में मंगल है तो मैं मांगलिक हूँ ना। उसका कुछ इम्पैक्ट कम हो जाता है। लेकिन लोग ये बोलते हैं ये मंगलिक है, ये नॉन मंगलिक है, इनकी शादी ही नहीं हो सकती। मेरी हुई हुई है भाई, और मैंने ऐसे मेरे जैसे 100 लोगों की करवाई हुई है।
अच्छा, आपने मांगलिक में शादी भी करवाई हुई है और आप बता रहे हो खुद की भी हुई है। मैं नॉन मांगलिक हूँ, मेरे हस्बैंड मांगलिक हैं, 12वें घर का मंगल है उनका। बट ये तो मतलब कॉमन लोग भी जानते हैं या कहते हैं कि मांगलिक को नॉन मांगलिक से शादी नहीं करनी चाहिए। आप एस्ट्रोलॉजर होके भी आपने कर ली? मिथ है मैम, अच्छा। सब मिथ है। तरीका है, हर चीज़ का उपाय है, सॉल्यूशन ऑफ एवरीथिंग इज देयर। मांगलिक नॉन मांगलिक से शादी कर सकता है, ये डर बिठा रखा है लोगों के दिमाग में। उपाय कर लो, शादी हो जाएगी, क्या दिक्कत है? उपाय कौन से जो ये चलते हैं कि पेड़ से शादी करा दी है वो समथिंग? भी हैं, और ओके डिपेंड करता है आपका मंगल कौन से घर का है, ओके। उसके ऊपर आप जिससे शादी कर रहे हो उसका मंगल कौन से घर का है। तो ये सारी चीज़ें बहुत इंपॉर्टेंट होती हैं। ओके। चलो, अभी हम लोग घर की बात कर ही रहे थे, फ्लैट्स की बात कर रहे थे। वैसे आपकी रिकमेंडेशन क्या है कि घर में रहना चाहिए या फ्लैट्स में रहना चाहिए? भाजी जहाँ पे मर्जी रहो, बस कहीं भी हो। सुकून होना चाहिए। वास्तु अच्छा करा लो, हाँ। कोई दिक्कत नहीं है कि फ्लैट में रहो। मैं बहुत ज़्यादा फ्लैट कल्चर वाला बंदा हूँ, मैं कोठी में रह ही नहीं सकती। रीज़न पता है क्या है उसका? आप एक कोठी लेते हो, आपने कोठी बना ली, बहुत अच्छे से बनाई, बढ़िया मार्बल वार्बल लगा के सब कुछ कर लिया, 5 साल बाद आपकी कोठी पुरानी हो जाती है। क्यों? क्योंकि इतनी बड़ी कोठी है, इतने नौकर कौन रखे, इतनी सफाई कौन करे, हमसे तो होती नहीं। मेरा गोडा दुख रहा है, मेरी कमर दुख रही है, खुद आप करते नहीं हो। सर्वेंट इतने आप रखते नहीं हो। घर गंदगी, जहाँ जी करा वहाँ वो रख दिया, गंदगी। राहु राहु गंदगी से भी इम्पैक्ट पड़ता है लाइफ बिल्कुल में पड़ता अगर है घर मैम, गंदा बहुत रहता बड़ा है तो? इम्पैक्ट पड़ता है। आप मतलब सबसे बड़ा इम्पोर्टेंट रोल ही गंदगी का है आपकी लाइफ के अंदर। हम्म। अगर आप साफ सुथरी जगह पे रहोगे ही नहीं, तो आप कैसे कैसे सरवाइव करो? आप कहीं अभी आप नाले के पास से निकलो, आप थोड़ी सी स्मेल आएगी, आप नाक बंद कर लोगे, बिल्कुल। तो आप गंदगी में कैसे रह सकते हो? नहीं नहीं, वो गंदगी नहीं, जैसे मैसी मैसी रखते हैं लोग वही घर, वही उसका बात कर लाइफ रही पे हूँ, वो इम्पैक्ट होता एग्जाम्पल है? दे रही हूँ मैं आपको। ओके। आपने मैसी रखा, वो नाला है। अब नाला तो आपके घर में आएगा नहीं, तो हाँ। आपके लिए तो वही नाला हुआ, गंदगी हुई नाला। हाँ। गंदगी है मैम, मतलब आपने कपड़े उतारे कहीं पे भी फेंक दिए तो खराब है। वास्तु के अकॉर्डिंग सब खराब है। हर चीज की एक जगह है। आप अपने घर में सबसे बेस्ट जगह होती है वॉशरूम की, साउथ साउथ वेस्ट। आप अपनी कोई भी ऐसी अच्छी चीज जो आप अपने माइक रख दो साउथ साउथ वेस्ट के अंदर, आपके पॉडकास्ट होने बंद हो जाएंगे। अच्छा। वो डिस्पोजल एरिया है, वहाँ जो मर्जी रखो डिस्पोज ऑफ हो जाता है। वहाँ हम प्रेफर करते हैं टॉयलेट बनाना। सबसे बेस्ट पार्ट आपके घर का साउथ साउथ वेस्ट है। अगर वहाँ पे नहीं है तो वहाँ पे अपने शूज रखो। अभी वैसे हम जनरली डायरेक्शन पता लगाने, तो अभी हम कौन सी डायरेक्शन में बैठे हैं? ऐसे पता नहीं चलेगी सर, ठीक है। आपको मुझे अपनी लोकेशन और यहाँ का मैप भेजना पड़ेगा, अच्छा। और फिर मैं पहले आपके ये पूरी बिल्डिंग का वो निकालूंगी ब्रह्म स्थान, फिर आपका निकालूंगी, फिर उसके अकॉर्डिंग दोनों को मैच करके आपको एग्जैक्टली बताऊंगी आप कहाँ बैठे हो और ओके। क्या। ऐसे नहीं है कि एंटर होते ही आपको ये नॉर्थ है, ये ईस्ट है, ये वेस्ट हाँ है, हाँ। ऐसे नहीं होता वास्तु। ओके। यहाँ से सूरज आ रहा है तो ये ईस्ट है, हाँ हाँ हाँ। अच्छा, ऐसा नहीं होता? नहीं ये ऐसे वाला नहीं नहीं। होता। ओके। वास्तु हमेशा डिग्रीज पे डिपेंड करता है। हर दिशा की 90 डिग्रीज होती है, फिर उसको डिवाइड करते हैं 45 में, फिर उसको फिर डिवाइड करते हैं, फिर उसको फिर डिवाइड करते हैं, तो 16 डिग्री निकलती है। और हर हर दिशा 22 डिग्री की निकलती है। 11.5 और 11.5 में हम उसको डिवाइड कर देते हैं, तो ये मेरे नॉर्थ का 11.5 है। इसके अंदर ही मेरे को वो चीज़ बनानी है जो बनाना है, और वो ब्रह्म स्थान से डिसाइड होता है, आपके घर के मिडल से। ओके। ऐसे नहीं आप डिसाइड कर सकते कि ये ईस्ट है तो यहाँ से सूरज आ रहा है तो ये यही मेरा ईस्ट हो गया, तो यहाँ पे ये नॉर्थ ईस्ट आ गया तो ये मेरा टॉयलेट गलत है। ऐसे नहीं होता। और ये जो लोग फेसिंग की बात करते हैं या कुछ भी बोलते हैं, मेरे को ऐसे लगता है वो सब लोगों को मैनुपुलेट करते हैं। मैनुपुलेटिंग मेथड है कि कुछ भी बोल के बस अपने घर चलाओ। क्योंकि वही बात है ना, फिर से गॉड फीयरिंग है लोग, डराना है किसी का, भगवान का किसी का भी नाम लेके डरा दो, लोग डर जाते हैं। अच्छा ऐसे होता है यार, मेरे तो ऐसे होता है, जाके करने लग जाओगे आप। मैं आपको बता दूं ना, गोरे होने के लिए हल्दी में ये मिक्स करके लगाओ, एक बार तो जाके लगा ही लोगे, ऐसा हो रहा है, ऐसा हो रहा है। कर ही मेरा लोगे। हाँ, मेरा लास्ट रैप अप भी यहीं पे था कि जैसे इंस्टाग्राम रील्स के ऊपर भी काफी सारे लोग कोई भी उपाय देख के उपाय करने लग जाते हैं, है ना? पाजी कोई भी उपाय करना आप नहीं कर सकते। कोई भी उपाय, आपका कौन सा पर्टिकुलर ग्रह कौन से घर में बैठा है, कौन सी राशि के साथ है, किस नक्षत्र में आप पैदा हो, नक्षत्र की तो लोग बात ही नहीं करते। मेन बात तो वही है। जब एक नक्षत्र दूसरे नक्षत्र से जुड़ता है, वहां पे गंड बजती है, उसको बोलते हैं गंड मूल।
लोग कहते हैं गंडमूल में बच्चे नहीं पैदा करने चाहिए, हम्म आप अवॉइड करो। आजकल तो सिजेरियन होता है, लोग टाइम ले लेते हैं कि हाँ जी हमने बच्चा पैदा करना है। अच्छा गंडमूल लग रहा है इस टाइम में, नहीं बच्चा नहीं पैदा करना चाहिए। आपको मैं नाम बताऊं, इतने बड़े बड़े लोग सेलिब्रिटीज जो गंडमूल में पैदा हुए, उनकी लाइफ में स्ट्रगल होता है थोड़ा सा, हम्म लेकिन वो जो करते हैं वो आम बंदा कर भी नहीं पाता। बताओ जैसे क्या for नाम बता रहे example? थे? बहुत सारे हैं, बहुत सारे हैं। फिर भी कुछ अमिताभ बच्चन जी, वो गंडमूल में पैदा हुए थे, जिसके बिना गुजारा नहीं है। गांधी जी, उनकी लाइफ में इतना स्ट्रगल था, लेकिन गांधी जी गंडमूल में पैदा हुए थे। बट आज तो- उनके जाने के बाद भी आज भी उनके आज बिना तक गुजारा लोग नहीं उनको है। याद करते हैं। तो बताओ अगर ऐसे बच्चे पैदा हो भी गए तो किसको मारे हैं? Right. मेरी खुद की बेटी गंडमूल में पैदा हुई है, अच्छा जबकि मैं खुद एस्ट्रोलॉजर हूँ, सिजेरियन से हुआ है, मुझे कोई फर्क नहीं पड़ता, क्योंकि इट्स ऑल इन योर माइंड। हम्म वहम जो लोग बहुत पैदा करते हैं लोगों के दिमाग में। राइट होती हैं, प्रॉब्लम्स होती हैं, स्ट्रगल होती है, पर आज की डेट में पाजी स्ट्रगल किसकी लाइफ में नहीं है? सबकी लाइफ में है। किसकी लाइफ में नहीं है? कब की गांधी जी को गोली लगी हो और हम कब उनकी बात कर रहे हैं? सही बात है। बताओ, मेरे बच्चे को कोई ऐसे 50-60 साल के बाद भी याद करेगा तो मुझे क्या तकलीफ होगी? बताओ। सही बात है। अमिताभ बच्चन जी की जिंदगी में कौन सा स्ट्रगल नहीं किया उन्होंने? बैंक करप्ट हो गए थे, राइट 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 है राइट ना? पर आज कहाँ खड़े हैं? दुनिया का एक बच्चा बच्चा तक जानता है उनको, बिल्कुल लेजेंड मानते हैं उनको। तो Yes. बॉलीवुड के तो लाइफ के अंदर ना प्रॉब्लम्स हर किसी की होती हैं। आप उनको कितना बड़ा कर कर देखते हो और उनको कितना छोटा समझकर निकल जाते हो, ये आप पर डिपेंड करता है। मेरा आफ्टर ऑल हर चीज़ एक ही चीज़ पर आकर ख़त्म होती है कि आपकी माइंड, जो आप सोचते हो, आपके थॉट, आपकी कंट्रोलिंग पावर किस लेवल तक है। मुझे ऐसा लगता है कि मैं बहुत बढ़िया कर रही हूँ, मुझे किसी चीज़ से कोई दिक्कत नहीं है, मैं सही हूँ, मैं सही कर रही हूँ, मुझे कोई तकलीफ नहीं है, तो मुझे नहीं है। अगर सोचना है तो फिर तकलीफ तो बहुत है, ढूंढो। दुखी होने के रीजन किसको ढूंढने पड़ते हैं बाजी? राइट सिर्फ आंखें बंद सोच करो, पे आपको सब कुछ ही मिलेगा कि यार ये भी गलत हुआ, ये भी गलत हुआ, ये भी। लेकिन जब आप सोचोगे ना क्या अच्छा हुआ, फिर आप सोचोगे यार क्या अच्छा, ये भी अच्छा हुआ था। सोच के देखना, सोचते नहीं है हम लोग, सही बात है। हम यही सोचते हैं हमारे साथ ये गलत हुआ, ये है प्रॉब्लम। आज ना सोसाइटी ग्रुप में एक मैसेज आया, मैं कह यार कितना पर्सपेक्टिव का फ़र्क होता है। किसी बच्चे ने ऐसे लिखा चोर पे, कहते अगर जनरली किसी को चोर के ऊपर ऐसे दिया जाए, बंदा बोलेगा कि ये गलत काम करते हैं, ये ऐसा नहीं करना चाहिए। बट कहते हैं अब देखो चोरों का कितना योगदान है दुनिया में। लॉकर चोरों की वजह से बने हैं, सीसीटीवी कैमरास चोरों की वजह से बने हैं, कि चोरों ने भी बहुत इनोवेशन कराई है, दिया है दुनिया को। मैं अदरवाइज तो हमेशा ही सिक्योरिटी कहती नहीं हूँ होती। कि एवरीथिंग हैज अ इम्पैक्ट। हाँ। अच्छा बुरा देखो, ये बैलेंस है, तभी तो मैं आपको बोल रही हूँ कि हमें बैलेंस करना होता है। अच्छाई तभी आप उसको पहचानोगे जब बुराई होगी। जब राइट बुराई नहीं है तो अच्छाई का क्या इम्पोर्टेंस है? हम्म कोई इम्पोर्टेंस ही नहीं रहेगी ना अच्छाई की। वाओ सो इट इज ऑलवेज एक वैसा Yin वर्सा yang चलते वाला। रहना चाहिए कि यार ये क्यों हुआ, क्योंकि ये नहीं हुआ। वाओ So you should always be thankful for whatever you have. आप थैंकफुल नहीं हो, आप हमेशा एक कंप्लेंटेंट हो। भगवान जी वहाँ जाते हो, भगवान जी मेरे को ये दे दो, भगवान जी। कभी ये बोला है भगवान जी शुक्रिया जो दिया है उसके लिए, मुझे कुछ नहीं चाहिए, बस जो है उसी पे ही रखना। कभी नहीं बोलोगे, फिर बोलोगे सब थैंक यू सो मच जो दिया है ठीक है, पर मुझे ये दे दो। और एक और बात बोलूं, हाँ अच्छी बात है अगर आप भगवान से मांग रहे हो, क्योंकि जो सबको देता है ना वो आपको भी देगा। जो सबको दे रहा है वो आपको भी देगा, रादर देन किसी ऐसे इंसान से मांगना जो खुद भगवान से मांग रहा है। तो आप देखो, मैंने एक ही लाइन में दोनों चीजें बोल दी, राइट एक ही वर्ड के दो मतलब निकाल दिए। बिल्कुल तो वो आपके ऊपर है कि आपका पीओवी क्या कहता है, आपने ये मानना है कि वो मानना है। राइट हर चीज के बहुत एंगल्स हाँ जी, हर चीज की दो तरीके से सोच है कि आप उसको किस तरह से लेते हो। अच्छा लोगे तो अच्छा होगा, बुरा लोगे तो बुरा होगा। मुझे पता है कितने लोग बोल चुके हैं एस्ट्रोलॉजी प्रोफेशनली करने के लिए। करनी चाहिए वैसे आपको, मुझे भी ऐसा लगा कि जितनी नॉलेज है नीड भी है आपको इवन। और जितना क्लैरिटी और ट्रांसपेरेंसी के साथ आपने चीजें पर मैं समझाई ना मूडी बताई। हूँ, आप मेरे को कहोगे पैसे ले लो कुंडली देखो, मेरा मूड ही नहीं है, मैं कैसे देख दूँ? नहीं मैम वो तो पता लग गया, मैंने बताया स्टार्टिंग में बता दिया था आप मूडी हो, आपको 10 बार बुला लिया, अब आए आ जाओ आप मूडी हो, आपका मूड बना आज। बस ये है। मेरे को ये होता है कि यार मतलब मैंने कुंडली देखना है, मेरे को तो मेरे को आमद होए,
क्या मैंने देखनी है, मैं देख दूंगी, कोई चक्कर नहीं। मतलब मेरे को अंदर से आए कि हाँ यार इस बंदे को जरूरत है। क्योंकि मेरे साथ ना स्टार्टिंग में क्या हुआ था, जब मैंने नई नई सीखी थी ना, बहुत सारे लोग कुंडली देख दे, कुंडली देख दे, हमारी कुंडली देख दे, मजे के मेरी लिए। मजे के लिए, सारे दोस्त, रोन, आस पड़ोस के लोग, ये वो। आप बिलीव करोगे मेरी मम्मी नहीं मानती थी कि मैं एस्ट्रोलॉजर हूँ, अच्छा, बिल्कुल नहीं मानती थी वो मैं कि मैं एस्ट्रोलॉजर हूँ, या मैंने कुछ सीख लिया, मेरे पास इतने लोग आते हैं। हाँ, बिल्कुल, मतलब कहते हैं ना घर की मुर्गी दाल बराबर वाली बात थी। अभी पीछे थोड़े दिन पहले क्या हुआ, उनको कुछ प्रॉब्लम चल रहा था। एक दिन उनका मुझे फोन आया, कहते बेटे ऐसे 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 करके मैं ये चीज फेस कर रही हूँ और ये है, तू बता मैं क्या करूँ। मैंने कहा मम्मी ये ऐसे कर लो और ऐसे हो जाएगा। 3 दिन के बाद वो उसका रिजल्ट आना था चीज का, उनके फेवर में। उनका फोन आया मुझे, कहते आज मैं तुझको मान गई। आज मैं लिटरली एक माँ के मुंह से ये सुनना कि आई लव यू, पहली बार शायद मेरी मम्मी ने फोन करके मुझे बोला होगा आई लव यू बेटा। क्योंकि वो कभी भी ये मानते ही नहीं थे कि मैं, क्योंकि आप अब ये कुछ अच्छा कर रहे हो तो आपको लगेगा अरे ये तो यही है। वो वाली चीज थी हमेशा मेरे साथ। तो वो मोमेंट मैं कभी भूलती नहीं हूँ। मतलब वो मेरा एक लाइफ का मेमोरेबल मोमेंट हो गया हमेशा के लिए कि मेरी मम्मी ने बोला। क्योंकि उनके लिए मैं हमेशा से ही ऐसा था कि ठीक है, वो चीज थी। मैं आई वॉज ऑलवेज क्लोज टू माई डैड, राइट, मम्मी के साथ कम था, पर दिस टाइम शी सेड कि, तो मुझे उस दिन लगा कि चलो फाइनली सक्सेस। नाइस। मम्मी ने बोल दिया ना, अब तो दुनिया की जो मर्जी ताकत जो मर्जी बोलती रहे, मैं किसी को नहीं मानती। मेरी मम्मी ने बोल दिया ना कि उसका काम हो गया तो वो हो गया। अब शी नोज, वो मुझे बोलती है कि बस मेरा ये एक और काम करना है। तो मैं कहा हाँ मम्मा करूंगी। मम्मा करूंगी, मैं 2-3 बार बोल चुकी हूँ मुझे, कोई ना मम्मा करूंगी। कहते बस तेरा मूड नहीं है अब। मैंने कहा क्योंकि उस दिन आप प्रॉब्लम में थे और मुझे वो प्रॉब्लम सॉल्व करनी थी। मतलब मुझे फील होना चाहिए कि बंदा प्रॉब्लम है। अब मुझे ऐसा लगता है कि ठीक है यार ये तो हो ही जानी है जब होनी है, लेकिन ये मेरा बहुत गंदा प्रॉब्लम है, बस इस वजह से नहीं मैं करती। बाकी डेफिनेटली यस, मैं बहुत टाइम से, मतलब अनमोल ने इस चीज़ों को कमर्शियली किया है, बिकॉज उसको ऐसे लगता था कि लोग आते हैं, इसका टाइम वेस्ट करते हैं, एक 1.5 घंटा बैठ जाते हैं, पूछते हैं, ये पैसे लेती नहीं। आप बिलीव करोगे 2-3 बार तो ऐसे हुआ है कि मेरे घर पे कोई आया है और उसको मैंने पैसे देकर भेजा है। अच्छा। मेरे को मेरे घर में मेरा पति बोल रहा है तुम कुंडली देख, वो कुंडली दिखाने आए थे कि तुमसे पैसे लेने आए थे। मैं कहा यार बेचारी बहुत दुखी थी, कोई बात नहीं, उसको कैब करा कर दी, उसको 500 रुपए देकर भेजा। मतलब ये भी हुआ है मेरे साथ कि मुझसे ना किसी का दुख नहीं देखा जाता। फिर मुझे ऐसा लगता है कि यार ये बेचारा पहले इतना तंग है, मैं इसको कैसे, मुझे कई बार कहेंगे बोल देना उनको तुम्हारी 2100 रुपये फीस है। मैं बैठी होती हूँ, मैं जब बंदे की पूरी बात सुन लेती हूँ, सबको कितने मैम फीस कितने, 500 दे दो। मेरे से बोला ही नहीं जाता कि यार मैं कैसे पैसे मांग लूँ। फिर मुझे कहेंगे खुद ही तो बोलती है एनर्जी एक्सचेंज होनी चाहिए। मैं एनर्जी, कुछ तो लोग 2-2 घंटे खा जाते हैं, कई बार तो 3-3 घंटे बैठे रहते तेरे से गप्पे मारे। तू पैसे ले ताकि वो तेरे से उतने ही सवाल पूछे जितनी ज़रूरत है। सारी दुनिया की चीज़ें पूछते हैं, सारी दुनिया की चीज़ें बताकर चल जाते हैं, फिर वो कुछ करते भी नहीं है। तू नहीं देखेगी। उन्होंने मेरे को स्टॉप किया फ्री सर्विस से। ये बढ़िया किया अनमोल बाजी ने। हाँ, ये उन्होंने मुझे भी ऐसे लगने लगा कि हाँ ये ठीक किया, क्योंकि पहले तो मैं ऐसे ही बैठ के इतने दिन ऐसे ऐसे लोग किसी ने भी भेज दिया, क्योंकि मेरे पास माउथ रिकमेंडेशन ही है बाजी, बहुत ज्यादा, बहुत माउथ रिकमेंडेशन है। तो फोन करना, ये देख दे फोन। फिर अब मैंने ना उन्हीं का ही नंबर देना शुरू कर दिया। मैंने कहा तुम ही नंबर लो, तुम ही अपॉइंटमेंट ले लो, बस मुझसे पूछ लेना कि मेरा मूड है कि नहीं देखने। मुझे बोलते हैं मूड को छोड़, मैंने पैसे ले लिया, अब तुझे देखना पड़ेगा, देख। मैं कहती हूँ यार ये क्या है। अब तो वो मुझे ऐसे लगने लग जाता है यार ये गलत है। फिर मुझे कहेंगे नहीं, कहते कोई बात नहीं, तू देख, कोई चक्कर नहीं है, तू देखते, तेरी नॉलेज अच्छी है, तेरी नॉलेज से लोगों को हेल्प मिलती है, तू देख। फिर मुझे ऐसा लगता है चल कोई ना, एक दिन में एक बंदा देख लूंगी। डील ही हमने ये किया है, तुम कर लो, एक दिन में एक बंदा देख। पर मुझे मजा आता है बस ज्यादा वास्तु करके। ओके। क्योंकि वास्तु मेरे कई इतने पुराने क्लाइंट हैं जो बॉम्बे में हैं, जिनके छोटे छोटे कैबिन से लोगों के पूरी फ्लोर्स बन गई हैं। वाओ। एक गुरबख्श इमिग्रेशन करके थे अजी, वो 22 सेक्टर में एक छोटी सी उसमें होते थे बूथ में। उन्होंने मुझे खुद बुलाया था, अपने 17 सेक्टर का पूरा फ्लोर, उन्होंने 2 फ्लोर्स खरीद रखे थे। उन्होंने खुद बुलाया, सारा दिखाया ये वो, एंड ही वाज लाइक कि मैम थैंक यू फॉर योर रेमेडीज एंड आई गॉट दिस।
सो ऐसे बहुत लोग हैं। एक बद्दी से मेरे अच्छे क्लाइंट है राणा जी, मतलब जिन्होंने पता ही नहीं कितने क्लाइंट भेज दिए होंगे मेरे पास। उनके सारे बद्दी के जो फैक्ट्रीज बनती हैं इनके सबके वास्तु करने ये वो। अभी उन्होंने एक रीसेंट वास्तु करवाया, मैं वहाँ जा तो नहीं पाई, मैंने यहाँ से ही वास्तु किया था। वो बंदे का कहता अभी तो वास्तु मेरा शुरू हुआ है, चीज़ें हमने वैसे डिवाइड की हैं और हमारे को ऑर्डर्स आने शुरू हो गए, क्योंकि वास्तु ठीक हो गया ना आपका। पहले सारी चीज़ें, सामान ही गलत जगह पड़ा है, किचन ही गलत है, तो जैसे ही वास्तु आपने ठीक किया, चीज़ें सही जगह पे आई, काम शुरू। लोग तो उन्हें जानते ही हैं। राइट आपको ऑर्डर्स क्यों नहीं दे रहे थे? बस बिकॉज एनर्जी ठीक नहीं थी, आपके फेवर में नहीं थी। जैसे ही एनर्जी ठीक की वैसे ही आपके पास काम आना शुरू हो गया। सिर्फ एनर्जीज की गेम है ये। मैम एक और चीज़ बताओ, क्या बोलते हैं, जनरली ये भी सुना है कि चाहे दोस्त हो चाहे कोई मर्जी हो, कि फ्री में हाथ वाथ दिखाना नहीं चाहिए या वास्तु कराना नहीं चाहिए, सच में है? वही है पाजी, एनर्जी एक्सचेंज की इम्पोर्टेंस है। मतलब फ्री में नहीं दिखाना चाहिए, सच मतलब में कुछ ना एनर्जी कुछ। एक्सचेंज करनी चाहिए। चाहे आप, जिस दिन अनमोल मुझे पहली बार मिलने आए थे ना, मैंने उनसे कुछ नहीं लिया, पर मैंने उनको बाद में ऐसे, मैं कहा तुम कुछ दे के नहीं गए, 50 रुपए दे देना। लिटरली अगले दिन वो 50 ही रुपए लेके आया, 100 भी नहीं लेके आया। 50 रुपीज ही देके गया वो मुझे। मतलब कुछ ना कुछ कर कुछ लेना there चाहिए, should be चाहे some- दोस्त ही क्यों ना हो, हाँ, है देयर ना? शुड बी सम एक्सचेंज ऑफ एनर्जी। एनर्जी एक्सचेंज कर लेनी चाहिए। बाकी पाजी प्यार में तो आप कुछ भी कर सकते हो किसी के साथ, वो मैटर नहीं करता। राइट। बस जैसे अगर आपको, आपसे कोई कुछ ले नहीं रहा, कोई आपको वैसे ही हेल्प करता है, आपका काम बन जाता है, आप उनको वैसे ही कुछ गिफ्ट कर बिल्कुल। दो। ऐसे मतलब जैसे बीइंग एन एस्ट्रोलॉजर, मैं किसी के घर जाकर किसी से कुछ नहीं लेती। मैं लेती ही नहीं, वो दान हो जाता है। अच्छा। हाँ, तो मैं लेती ही नहीं आपको, क्योंकि मैंने आपको पहले ही बताया कि दान बहुत सोच समझ कर करने और लेने चाहिए। तो मैं तो नहीं लेती। मेरे को अगर कोई कुछ वैसे भी दे जाता है ना, तो मैं किसी को दे देती हूँ। मैं Okay. नहीं रखती वो चीज़ें, मेरा अपना वो है कि मुझे नहीं लेना है। एक आप हैंडशेक का बता रहे थे कि हैंडशेक हमें किसके साथ करना चाहिए, मैम किसके देखो, साथ नहीं? मेरे को ऐसे लगता है हैंडशेक हमें करना ही नहीं चाहिए, एनर्जी एक्सचेंज होती है, ठीक है। लेकिन अगर आप किसी बंदे से इन्फ्लुएंस्ड हो, आप चाहते हो कि आपकी एनर्जी वैसी हो, अच्छी वाइब्स मिले, उनके साथ ज़रूर हाथ मिलाना चाहिए। लेकिन Okay. हर किसी के साथ आप हैंडशेक नहीं कर सकते। पता नहीं वो उसकी एनर्जी आपके लिए कैसी है। सो इट इज़ ऑल अबाउट एक्सचेंज ऑफ एनर्जी। जब आप एक जगह पर बैठते हो, आपका ऑरा बदल जाता है। आप नेगेटिव लोगों के साथ बैठोगे, नेगेटिव सोचने लगोगे, पॉजिटिव के साथ बैठोगे, पॉजिटिव सोचने लगोगे। तो हैंडशेक करना तो फिर टच, वो आ गया ना, पर्सनल टच आ गया उसमें। तो वो चीज़ें बहुत इम्पैक्ट करती हैं लाइफ में, बहुत ज़्यादा। तो मैं तो नहीं करती। आई एम वेरी पर्टिकुलर अबाउट टू हुम। आपने नीता अंबानी जी को भी देखा होगा, वो जल्दी किसी से हाथ नहीं मिलाती। Okay. तो यही रीज़न है। तो हाथ मिलाना तो एक्सचेंज ऑफ एनर्जी है। तो वो आप डिसाइड करोगे कि आपको किसकी एनर्जी चाहिए और किसकी एनर्जी नहीं चाहिए। Okay. तो अभी रैपिड फायर है, टू अंडरस्टैंड यू बेटर एंड टू हैव सम फन। एक ऐसा रिचुअल जिसके बिना आपका दिन स्टार्ट नहीं होता। मैं रोज़ सुबह उठ के सबसे पहले अपने हाथ देखती हूँ, उनको चूमती हूँ। ये मेरा डेली का रूटीन है। कोई कारण है इसका या? बस मैं शुक्रिया अदा करती हूँ भगवान का कि उन्होंने इतनी अच्छी ज़िंदगी दी है, सब कुछ अच्छा है। इतने सारे ज़ोडिएक साइंस के साथ आप काम करते हो, आपका कोई फेवरेट ज़ोडिएक साइन है? लिब्रा, और क्यों? क्योंकि मैं खुद लिब्रा हूँ। आप इंस्टाग्राम रील्स भी बनाते हो और आप वीडियोस भी डायरेक्ट करते हो, प्रॉपर वीडियोस भी बनाते हो। ज़्यादा मज़ा किस में आता है? इंस्टाग्राम रील्स नहीं बनाती मैं। आपकी हैं कितनी प्यारी प्यारी रील्स, डांस कर रहे हो, चिल कर रहे हो। वो तो वैसे ही है। वो वैसे ही है, टाइम पास था पहले, अब नहीं बनाती। मैंने वैसे, आई लव डायरेक्शन, मेरे को बहुत अच्छा लगता है डायरेक्ट करना। एक ऐसा ब्यूटी प्रोडक्ट जो हमेशा आपके बैग में होता है। गुरलेन पेरिस, ओके। दैट्स अ लिपस्टिक। चाय या कॉफ़ी? कॉफ़ी। और कितनी पीते हो दिन में? 2। सबसे इंस्पायरिंग सेलिब्रिटी जिनसे आप मिले हो? जिनसे मैं मिली हूँ, हाँ जी। वैसे ना जो सबसे इंस्पायरिंग है उनसे मैं अभी तक मिली ही नहीं हूँ। चलो वो बताओ फिर। सलमान खान। अरे वाह, सेम सेम। वाह, कोई बात नहीं। मैं उनके घर जा चुकी हूँ 5-6 बार, नीचे से अच्छा। वापस आई हूँ। उनके जो वॉचमैन है वो मुझे बहुत अच्छे से जानते हैं। जब मैंने भी दसा तो इवन व्हेन आई वाज मैरिड, आई वेंट टू हिम। अनमोल वहाँ उसमें घूम रहे हैं बीच के बाहर, और मैं गैलेक्सी अपार्टमेंट के बाहर उनके साथ खड़ी गप्पे मारूं। वहाँ पे चाय वाला छोटा सा आइट से चाय लेके पी रही हूँ और उनसे गप्पे मारूं। वो मुझे बहुत पुराना जानते हैं। संतोष जी नाम था, पता नहीं होंगे वहाँ की सिक्योरिटी नहीं। गार्ड का? सिक्योरिटी गार्ड, हाँ, बहुत पुराने। अब मुझे अब ना, बहुत टाइम हो गया अब इस बात को भी। अब मुझे आप दोनों बताओ, मतलब ऐसा क्या है सलमान खान में
जो आप दोनों को एक एक चीज इंस्पायर करती है उनकी? यार पहले आप बताओ। आप बताओ। पाजी बस वो सलमान खान है। अब आप बताओ। यार अब कोई कहेगा ये ज्यादा ही हो गया वैसे, बट हम एक ना बचपन से देख रहे हैं, मुझे ऐसे ना ऐसे लगता है कि वो हमारे घर का ही बंदा है, मतलब इतना देख चुके हैं, या फिर ऐसे लगता है कि वो अलग नहीं है, पाजी वैसे मेरे को अपना ही एक है। और बहुत अच्छी बात लगती है, वो अभी तक अनमैरिड है। ओ ये मेरा बेस्ट पार्ट है सलमान खान के लिए, क्योंकि उसको मैं मिली नहीं, मिली होती तो हो जाती अब तक शादी। ओह माय गॉड। कॉन्फिडेंस चेक कर लो भाई का। वाओ नाइस। पर पता है मैं उसको मिलूंगी। हाँ। आपको पता है मैं अभी तक उससे मिली क्यों नहीं, ये भी आप याद रखना, शायद आपके पॉडकास्ट पे बोल रही हूँ, शायद होगा ये चीज़, है ना। मैं उस बंदे को जिस दिन मिलूंगी ना, उस दिन उसको पता होगा मैं कौन हूँ, इसलिए नहीं मिली। नहीं तो मुझे बहुत सारे हमारे सेलिब्रिटी ही हैं जिन्होंने बोला है कि हम जब बॉम्बे होंगे तुम, इवन कि उनके एक सिक्योरिटी गार्ड थे, उसमें थे सिक्योरिटी में एक लड़का था, उनके बहुत अच्छे नोन थे, वो मेरे नोन है। तो उन्होंने मुझे बोला कि इस टाइम वो लोग कहीं जा रहे हैं तो 1-2 घंटे हैं, तू आजा मिलने। मैं कहा ऐसे नहीं मिलना, उस बंदे को जिस दिन मिलना उसको पता होना चाहिए मैं कौन हूँ, बैठे वो। वाओ ये एक मतलब मेरी चाहत है जिंदगी, मुझे ऐसा लगता है कि मैं मिलूंगी जरूर और उसे पता होगा कि वो कौन है, ऐसे नहीं कि अच्छा हाँ जी ये अरुण है, ओके ओके फोटो खिंचाई चले गए, नो दिस इज नॉट माई। मिलेंगे बिग बॉस में उनसे। जब एनर्जी एक्सचेंज कर। जब उनके साथ तो ऑलरेडी एक्सचेंज है, मिलते ही पता चल जाएगा उनको, यही तो थी वो। अब मेरी बेटी से कभी पूछना, मैं उसको पता क्या बोलती हूँ, डार्वी आपके पापा कौन है, मम्मा बोलो बोलो, सलमान कौन। उसको मैंने हमेशा बोल रखा है, यही बोल रहा है वो, कई बार बोलती है अनमोलप्रीत डार्वी सलमान खान। शी इज लाइक दिस कि नहीं यार, मतलब इतना ज्यादा है मेरा उनसे। वाओ मुझे ऐसे भी लगता है, वैसे तो खैर हम रियल में किसी को जानते हैं, स्क्रीन पे अलग होते हैं कि वो बहुत जेन्युइन से, ऐसे फेक नहीं करते कुछ भी, मुझे ये तो ऐसे अब लगता उनसे है। मिलके पता वही चलेगा, मैं बात है। बताऊंगी आपको पक्का जब ठीक मिलेंगे। है। एक फूड आइटम जिसे आप मना नहीं कर सकते कभी भी? एक फूड आइटम पर चिकन की कोई भी आइटम जिसको मैं कभी मना नहीं कर सकती, आई एम बिग चिकन लवर। वाओ चिकन में कुछ स्पेशल? कुछ भी, कुछ भी। चिकन मतलब चिकन लव, चिकन दैट्स इट, कुछ भी स्वाद होना Yeah. चाहिए बस। कोई एक बुक जो हमेशा किसी को रीड करनी चाहिए, जो हर एक को रीड करनी चाहिए? पर जी पर्सनली मैंने सिर्फ लाल किताब ही पढ़ी है, मैंने और कोई किताबें पढ़ी नहीं है, सच बुक्स नहीं पढ़ी। क्योंकि मेरा मानना ना एक है, जब आप कोई बुक पढ़ते हो ना तो आपका थॉट प्रोसेस वो होता है जो उस राइटर ने लिखा हुआ है, हम्म। तो आप उस चीज़ को उसी नज़रिए से देखते सुनते या समझते हो। हम्म, तो मुझे ऐसा लगता है अगर कोई भी चीज़ होगी ना तो वो मैं को खुद डिसाइड करना है अपनी सिचुएशन के बेस पे। अब लाल किताब से आप सीख रहे हो, वो एक ऐसी चीज़ है जो आपको आपके सवालों के जवाब दे रही है, कुंडली से रिलेटेड ये वो, तो वो मुझे करने के लिए पढ़नी ज़रूरी थी, तो ओके मैंने पढ़ी है। लेकिन अदरवाइज़ मैं कोई बुक्स नहीं पढ़ती। मेरी बेटी बहुत बुक्स पढ़ती है, हमारे घर में भरी पड़ी हैं बुक शेल्फ्स, लेकिन मैं बुक्स नहीं पढ़ती। वैसे लाल किताब ऐसी है कि कोई भी पढ़ सकता है, या कोई उसके लिए गुरु या फिर? नहीं, मैं पढ़ सकता है लेकिन उसको इम्प्लीमेंट कैसे करना है उसके लिए आपको बेसिक नॉलेज होनी बहुत ज़रूरी है। आपका लाइफ मंत्र? जियो और जीने दो। तंग करके रखा होगा लोगों ने। नहीं नहीं बाजी, मैं कर देती हूँ फिर। मैं कर देती हूँ, टेंशन नहीं लेने का, बस मस्ती करना है। ऐसा कोई काम है जो आप सीक्रेटली इंजॉय करते हो, बट इतने सारे काम आपने बता दिया आप करते हो, बट वो किसी को बताते नहीं? हाँ, आपको थोड़ी बताऊंगी। वो सीक्रेट ही है, वो है। बस पॉडकास्ट इसलिए बने हैं ताकि वो सीक्रेट भी बचे ना। नहीं बाजी, मैं बताऊंगी ही नहीं आपको। है, रोज करती हूँ। कंटेंट बनाना या फिर हीलिंग सेशन, क्या ज़्यादा फुलफिलमेंट देता है आपको? मैम मैं कंटेंट बना ही नहीं पाती। आप मेरा पेज भी देखोगे ना, मैं कुछ बनाने लगती हूँ मुझे लगता है हाय स्ट्रेस हो जाता है मुझे लगता है कि मेरे पास कोई आता है ना, मतलब जैसे जो जिन लोग मेरे ऑफिस में हो गए, मेरे बच्चे हो गए जिनके साथ काम कर रही हूँ, उनको बता देती हूँ ये मत करना, ऐसे मत करना। जब मेरे को लगता है ना मुझे बनाना पड़ेगा, अब जैसे मुझे पता था कि जाके कैमरा मैन, मैं कॉन्शियस हो जाती हूँ, मुझे लगता है क्या सोच के क्या बोलूँगी। मुझे लगता है आप आए, आपने कुछ बताया, मैंने आपको बता दिया, ख़त्म। तो हीलिंग सेशंस आर बेटर देन कंटेंट क्रिएशन, बिकॉज सारा कुछ ऑलरेडी इतना, पर मुझे कभी कभी ऐसा लगता है मुझे बोलना चाहिए, क्योंकि जैसे कुछ लोग
कुछ भी बोलते जा रहे हैं ना, और उसकी वजह से बहुत लोग मिसगाइड हो रहे हैं। लोग कुछ भी किसी भी ग्रह का कुछ भी उपाय कर रहे हैं जो हर किसी के लिए नहीं है। तो मुझे लगता है उसके लिए बहुत सारे ऐसे अच्छे एस्ट्रोलॉजर्स हैं। मैंने आपके भी पेज पे देखे थे, एक आज मैं उनकी बातें सुन रही थी, सुबह मुझे एक लड़के ने दिखाया कि ये देखो ये भी आए थे उनके उस पे। तो मुझे अच्छी लगी उनकी बहुत सारी बातें, मुझे समझ में आई। उसने मुझे इनफैक्ट ये पूछा, कहता आप दोनों के गुरु क्या सेम थे? तो मैंने कहा नहीं, मैं तो इनको जानती भी नहीं हूँ, बट ही वॉज सेइंग वेरी वेरी सेंसिबल, लॉजिकल कि भाई हाँ, क्या जो भी बातें उन्होंने 2-3 लोग आए हैं, आप क्लैरिटी भी दे दो। अजय लूथरा हाँ, जी, वो मुझे थोड़ा लगा कि वो बंदे को सेंस और नॉलेज है कि वो क्या बोल रहा है। मतलब ऐसे नहीं है कि कुछ भी बोल दिया उन्होंने, जो मतलब मुझे लगती है ना प्रैक्टिकल चीजें, उन्होंने सेम ही वो आप पूछ रहे थे इससे पहले वो जवाब देते, सेम जवाब मेरे वहां पर जा रहे थे। तो मेरा लड़का मुझे तब पूछ रहा था, कहता कि आप दोनों के गुरु सेम है क्या? मैंने कहा नहीं, मैं तो फर्स्ट टाइम सुन रही हूँ इनको, मैंने कभी देखा भी नहीं है। क्योंकि मैं सीरियसली बोलूँ, अगर मेरा सैलून है तो मुझे नहीं पता मेरे लेफ्ट राइट में क्या हो रहा है, मुझे पता है मैं क्या कर रही हूँ। मैं एस्ट्रोलॉजर हूँ, मुझे नहीं पता कौन एस्ट्रोलॉजर कहाँ पर क्या कर रहा है क्या नहीं कर रहा। मुझे पता है मेरे पास कौन आ रहा है और मुझे उसको क्या बोलना है। तो आई वर्क लाइक दिस इन एवरी फील्ड। किसके सॉन्ग सुनने ज्यादा पसंद करते हो? किसके सॉन्ग सुनने ज्यादा? सिंगर के। सिंगर आजकल तो भाजी मैं शुभ बहुत ज्यादा सुनती हूँ, मुझे अच्छे लगते हैं उसके गाने। आजकल एक गाना और बड़ा वधिया लग रहा मैनू, मचाए ਤਾਂ ਬਗਾਨੇ ਸੀ ਤੂੰ ਆਪਣੇ ਵੀ ਮਾਰੀ ਜਾਂਦੇ ਆ। ਜੰਟਾ मैं I am liking this line, it was very good, बहुत अच्छी है। काफी स्क्रॉल हो गई है वो इंस्टाग्राम पे ना, मुझे काफी अच्छी लग रही है। माइंड पे बैठ गई है। पता नहीं क्यों, मतलब हम कोई भी चीज करते हैं जो लोग नहीं जानते वो जेलस करे तो समझ आता है। अपने बंदों को तो यार सपोर्ट करना चाहिए ना, कि ਤੁਸੀਂ ਹੁਣ ਕੁਝ ਕੰਮ ਕਰ ਰਹੇ ਹੋ, ਕੋਈ ਵੀ XYZ ਅੱਛਾ ਕਰ ਰਹੇ ਹੋ ਮਾੜਾ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਆ, ਸਪੋर्ट करो। ਕੁਝ ਗਲਤੀ ਹੈ ਜੋ ਮੈਨੂੰ ਲੱਗਦਾ ਹੈ ਕਿ ਮੇਰੇ ਅਕੋਰਡਿੰਗ ਗਲਤ ਹੈ, ਆਪਾਂ ਡਿਸਕਸ ਕਰ ਸਕਦੇ ਆ, ਬਟ ਬੇਸਿਕਲੀ ਆਪਣਾ ਬੰਦਾ ਜੋ ਮਰਜ਼ੀ ਕਰੇ ਉਹਨੂੰ ਦੇਖ ਕੇ ਖੁਸ਼ ਹੋਣਾ ਚਾਹੀਦਾ ਯਾਰ। ਸੜਨਾ ਕਿਉਂ ਹੈ ਯਾਰ? ਮੇਰੇ ਨਾਲ ਬਥੇਰੇ ਹੈ, ਸਾਰੇ ਆਪਣਾ ਆਪਣਾ ਵਧੀਆ ਕੰਮ ਕਰੀ ਜਾਂਦੇ, ਮੈਨੂੰ ਤਾਂ ਖੁਸ਼ੀ ਹੁੰਦੀ ਹੈ। ਹੁਣ ਲੋਕਾਂ ਨੂੰ ਇਦਾਂ ਲੱਗਦਾ ਕਿ ਮੈਂ ਸੜ ਰਹੀ ਹਾਂ, ਤਾਂ ਸੋਚੀ ਜਾਓ। ਮੈਨੂੰ ਪਤਾ ਨਾ ਮੇਰੀ ਵਾਈਫਸ ਕੀ ਹੈ, ਮੈਨੂੰ ਪਤਾ ਮੇਰਾ ਵਾਹਿਗੁਰੂ ਕੀ ਦੇ ਰਿਹਾ ਉਹਦੇ ਪਿੱਛੇ, ਮੈਨੂੰ ਕੋਈ ਟੈਨਸ਼ਨ ਹੀ ਨਹੀਂ, ਜੋ ਮਰਜ਼ੀ ਸੋਚੋ। ਅਨਮੋਲ ਭਾਜੀ ਦਾ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਪਸੰਦ ਹੈ? ਬੀਬੀ ਬੰਬ ਬਈ ਜੀਦਾ ਬਦਾਮੀ ਰੰਗ ਬਈ ਯਾਰੋ, ਘੈਂਟ ਗਾਣਾ ਹੈ ਭਾਜੀ, ਬਹੁਤ ਜ਼ਿਆਦਾ ਘੈਂਟ ਗਾਣਾ। ਉਹ ਅੱਜ ਵੀ ਚਲਾ ਲਓ ਭਾਜੀ, ਲੱਗਦਾ ਹੀ ਨਹੀਂ ਕਿ 2013 ਦਾ ਗਾਣਾ ਹੈ, ਮਤਲਬ ਅੱਜ ਦੇ ਗਾਣਿਆਂ ਨੂੰ ਟੱਕਰ ਦਿੰਦਾ ਹੈ। ਔਰ ਮੈਨੂੰ ਏਦਾਂ ਲੱਗਦਾ ਇੱਕ ਵਾਰ ਦੇਖਿਓ, ਪਤਾ ਨਹੀਂ ਪੂਰੀ ਦੁਨੀਆ ਗਾਊਗੀ ਇਹ ਗਾਣਾ। नहीं 100% है, बहुत सोहना गाना है, बहुत सोहना। मतलब कई लोग ना वहां तक पहुंच नहीं पाते जहां तक उनको पहुंचना चाहिए, क्योंकि बहुत सारे लोग हैं जब सपोर्ट की जरूरत होती है तो देते नहीं है। अच्छा। तो मतलब इस इंडस्ट्री ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਹੈ, ਜੋ ਕਿ ਮੇਰੇ ਕੋਲ ਆਰਟਿਸਟ ਵੀ ਸੀਗੇ ਸਾਈਨ ਕੀਤੇ ਹੋਏ, ਕਿੰਨੇ ਸਾਰੇ ਆਰਟਿਸਟ ਸੀ, ਹੈ ਨਾ, ਤੇ ਹੀ ਇਜ਼ ਫੈਂਟਾਸਟਿਕ ਰਾਈਟਰ, ਬਹੁਤ ਅੱਛਾ ਲਿਖਦਾ ਹੈ। ਮੈਂ ਇਹ ਨਹੀਂ ਕਹਿੰਦੀ ਮੈਂ ਜਿਹੜਾ ਗਾਣਾ ਵਧੀਆ ਨਹੀਂ ਲਿਖਦਾ ਮੈਂ ਉਹਨੂੰ ਕਹਿ ਦਿੰਦੀ ਹਾਂ ਇਹ ਬੇਕਾਰ ਗਾਣਾ ਹੈ। ਮਤਲਬ ਆਈ ਐਮ ਵੈਰੀ ਵੈਰੀ ਕਲੀਅਰ ਐਂਡ ਹੀ ਨੋਜ਼ ਮੀ ਵੈਰੀ ਵੈਲ, ਬਟ ਉਸ ਬੰਦੇ ਦੀ ਮਤਲਬ ਰਾਈਟਿੰਗ ਦੇ ਵਿੱਚ ਗੱਲਬਾਤ ਹੈਗੀ ਹੈ, ਬਸ ਉਹ ਲੋਕਾਂ ਤੱਕ ਨਹੀਂ ਪਹੁੰਚੀ। ਜਿਸ ਦਿਨ ਉਹ ਪਹੁੰਚ ਗਈ ਨਾ ਬਾਜੀ, ਔਰ ਉਹ ਪਹੁੰਚੂਗੀ। कौन है वो? ਅਨਮੋਲ ਪ੍ਰੀਤ। ਤੁਸੀਂ ਸਰਚ ਕਰੋ ਜਾ ਕੇ, ਘੈਂਟ ਗਾਣੇ ਲਿਖਦਾ ਉਹ, ਬਸ ਪਹੁੰਚਿਆ ਨਹੀਂ ਉਹ ਲੋਕਾਂ ਤੱਕ। ਕਿਸਮਤ ਦੀ ਗੱਲ ਹੈ ਵੀਰੇ। ਕਈ ਗਾਣੇ ਬਿਨਾਂ ਮਤਲਬ ਤੋਂ ਸਿਰ ਪੈਰ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, 100 ਮਿਲੀਅਨ ਹੋਏ ਹੁੰਦੇ। ਰਾਈਟ। ਇਟ ਇਜ਼ ਆਲ ਅਬਾਊਟ ਤੁਹਾਡੀ ਕਿਸਮਤ। ਉਹਨੂੰ ਮੈਂ ਪਹਿਲਾਂ ਹੀ ਕਿਹਾ ਸੀ ਮੇਰੇ ਨਾਲ ਵਿਆਹ ਕਰਾ ਰਿਹਾ, ਸਟਰਗਲ ਕਰੇਗਾ, ਕਹਿੰਦਾ ਕਰਾਣਾ, ਵਿਚਾਰਾ ਕਰ ਰਿਹਾ। ਹੁਣ ਇੱਕੋ ਹੀ ਚੀਜ਼ ਮਿਲਦੀ ਹੈ ਨਾ ਕਦੇ ਕਦੇ ਜ਼ਿੰਦਗੀ ਦੇ ਵਿੱਚ, ਉਹਨੂੰ ਮੈਂ ਮਿਲ ਗਈ। ਪਹਿਲਾਂ ਲੱਗਿਆ ਕਿਸਮਤ ਖੁੱਲ ਗਈ, ਪਹਿਲਾਂ ਤਾਂ ਲੱਗਿਆ ਫਿਰ। ਓਏ ਹੋਏ ਨਹੀਂ। ਵੈਸੇ ਏਦਾਂ ਕਿਉਂ ਲੱਗਿਆ ਤੁਹਾਨੂੰ ਕਿ ਮਤਲਬ ਇੰਡਸਟਰੀ ਸਪੋਰਟ ਨਹੀਂ ਕਰਦੀ ਜਦੋਂ ਕਰਨਾ ਚਾਹੀਦਾ? ਕੁਝ ਹੋਇਆ ਤਾਂ ਸੀਗਾ? ਹਾਂਜੀ ਭਾਜੀ, ਜਦੋਂ ਸਾਡਾ ਗਾਣਾ ਚੱਲਿਆ ਸੀ ਨਾ ਬੀਬੀ ਬੰਬ ਗਾਣਾ, ਬਹੁਤ ਅੱਛਾ ਗਾਣਾ ਸੀ ਉਹ। ਸਾਡੀ ਲਈ ਸ਼ਾਦੀ ਤੋਂ ਮੈਰਿਜ ਤੋਂ ਬਾਅਦ ਦੀ ਗੱਲ ਹੈ? ਹਾਂਜੀ 2 ਸਾਲ ਹੋ ਚੁੱਕੇ ਸੀ, 2-3 ਸਾਲ ਬਾਅਦ ਦੀ ਗੱਲ ਹੈ। ਤਾਂ ਸਾਨੂੰ ਬਹੁਤ ਸਾਰੇ ਲੋਕਾਂ ਨੇ ਫੋਨ ਕੀਤੇ ਕਿ ਤੁਸੀਂ ਬੀਬੀ ਨੂੰ ਬੰਬ ਕਹਿ ਰਹੇ ਹੋ, ਇਹ ਕਹਿ ਰਹੇ ਹੋ, ਕਰ ਰਹੇ ਹੋ। ਸਾਨੂੰ ਅਕਾਲ ਤਖਤ ਤੋਂ ਵੀ ਕਿਸੇ ਨੇ ਫੋਨ ਕੀਤਾ ਕਿ ਵੀ ਤੁਸੀਂ ਬੀਬੀ ਬੰਬ ਕਹਿ ਰਹੇ ਹੋ, ਇੱਥੇ ਆਓ, ਹਾਜ਼ਰੀ ਦਿਓ, ਇਹ ਵੋ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਤੁਸੀਂ ਇੱਕ ਵਾਰ ਗਾਣਾ ਸੁਣੋ। ਉਹ 'ਚੋਂ ਕਹਿ ਰਿਹਾ, ਯਾਰੋ ਉਹ ਬੀਬੀ ਬੰਬ ਆ ਬਈ ਜੀ ਦਾ ਬਦਾਮੀ ਰੰਗ ਆ ਬਈ, ਛੋਟੇ ਛੋਟੇ ਕੱਪੜੇ ਉਹ ਪਾਉਂਦੀ ਨਹੀਂ, ਵਾਧੂ ਦੇ ਨਖਰੇ ਉਹ ਦਿਖਾਉਂਦੀ ਨਹੀਂ,
ਉਹਦੇ ਲਈ ਆਪਾਂ ਸਾਡਾ ਥੰਬ ਆ ਬਈ ਜੀ ਦਾ ਬਦਾਮੀ ਰੰਗ ਆ ਬਈ ਬਾਈ ਜੀ ਤੇ ਇਹ 'ਚ ਕੋਈ ਅਸ਼ਲੀਲ ਜਾਂ ਗਲਤ ਗੱਲ ਜਾਂ ਕਿਸੇ ਨੂੰ ਕੁਝ ਵੀ ਨਹੀਂ ਉਹਨੇ ਕੁਝ ਕਿਹਾ। ਬੀਬੀ ਮਤਲਬ ਪੰਜਾਬੀ ਦੇ ਵਿੱਚ ਇੱਕ ਲੇਡੀ। ਰਾਈਟ ਤੁਸੀਂ ਬੀਬੀ ਆਪਣੀ ਮੰਮੀ ਨੂੰ ਬੋਲਦੇ ਹੋ, ਉਹ ਤੁਹਾਡਾ ਇਮੋਸ਼ਨ ਹੈ। ਉਹਨੇ ਇੱਕ ਕੁੜੀ, ਜਦੋਂ ਅਸੀਂ ਕਹਿੰਦੇ ਕੁੜੀ ਤੂੰ ਪਟਾਕਾ, ਉਹ ਸਹੀ ਹੈ, ਬੀਬੀ ਬੰਬ ਗਲਤ ਹੋ ਗਿਆ। ਕਿਉਂ? ਫਿਰ ਉਹ ਕਹਿੰਦੇ ਤੁਸੀਂ ਆਪਣਾ ਨਾਮ ਬਦਲ ਕੇ ਬੀਬੀ ਬੰਬ ਨੂੰ ਕੁਝ ਹੋਰ ਰੱਖ ਲਓ, ਅਸੀਂ ਬੰਬਾ ਬਾਈ ਰੱਖ ਲਿਆ। ਓਕੇ ਤੇ ਲੋਕਾਂ ਨੇ ਮੇਰੇ ਨੰਬਰ ਨੂੰ, ਮੇਰੇ ਪਰਸਨਲ ਨੰਬਰ ਨੂੰ ਇਹੋ ਜਿਹੇ ਗਰੁੱਪਸ 'ਚ ਪਾਤਾ। ਮੈਂ ਇੰਨੀ ਨੌਨਸੈਂਸ ਵਰਡਿੰਗ ਸੁਣੀਆਂ ਆਪਣੇ ਲਈ। ਅਨਮੋਲ ਦੀ ਮੰਮੀ ਲਈ ਲਿਖ ਰਿਹਾ, ਭੈਣਾਂ ਲਈ ਲਿਖ ਰਿਹਾ, ਮੇਰੇ ਲਈ ਲਿਖ ਰਿਹਾ, ਵਾਈਫ ਲਈ ਲਿਖ ਰਿਹਾ, ਬੇਟੀ ਲਈ ਲਿਖ ਰਿਹਾ, ਕੁਝ ਵੀ ਲਿਖ ਰਿਹਾ, ਵੈਰੀ ਨੌਨਸੈਂਸ ਚੀਜ਼ਾਂ ਲਿਖ ਰਿਹਾ। ਮੈਨੂੰ ਨਹੀਂ ਸਮਝ ਆਇਆ ਕਿ ਕੌਣ, ਔਰ ਉਹ ਬਹੁਤ ਛੋਟੇ ਜਿਹੇ 100-200 ਲੋਕੀ ਹੁੰਦੇ ਜਿਹੜੇ ਨੈਗੇਟਿਵ ਹੁੰਦੇ ਹੈ ਨਾ, ਉਹ ਸੀਗੇ। ਉਹਦੀ ਵਜ੍ਹਾ ਨਾਲ ਅਸੀਂ ਬਹੁਤ ਨੈਗੇਟਿਵ ਹੋ ਗਏ ਕਿ ਅਸੀਂ ਪਤਾ ਨਹੀਂ ਇਹੋ ਜਿਹਾ ਕੀ ਕਰਤਾ। ਲੇਕਿਨ ਸਾਨੂੰ ਕੰਮ ਵੀ ਬਹੁਤ ਅੱਛਾ ਸੀ ਉਸ ਟਾਈਮ, ਤੇ ਕੰਮ ਵੀ ਮਿਲ ਰਿਹਾ ਸੀ, ਲੋਕਾਂ ਤੱਕ ਪਹੁੰਚ ਵੀ ਰਹੇ ਸੀ। ਤੇ ਸਾਡੀ ਗਲਤੀ ਕੀ ਹੋਈ, ਅਸੀਂ ਡੀਮੋਰਲਾਈਜ਼ ਹੋ ਗਏ ਇਹਨਾਂ ਨੈਗੇਟਿਵ ਚੀਜ਼ਾਂ ਤੋਂ। ਅਸੀਂ ਕੰਪਨੀਆਂ ਕੋਲ ਹੀ ਨਹੀਂ ਗਏ। ਓਹੋ ਔਰ ਅਸੀਂ ਜਦੋਂ ਉਸ ਤੋਂ ਬਾਅਦ ਕੰਪਨੀਆਂ ਕੋਲ ਗਏ ਤੇ ਉਹ ਕਹਿੰਦੇ ਵੀਰੇ ਜਦੋਂ ਤੁਸੀਂ ਉਦੋਂ ਆਉਂਦੇ ਤਾਂ ਤੁਹਾਡਾ ਗਾਣਾ ਬਹੁਤ ਵਧੀਆ ਸੀ, ਤੁਹਾਨੂੰ ਬਜਟ ਦਿੰਦੇ, ਹੁਣ ਤਾਂ ਅਸੀਂ ਇੰਨਾ ਬਜਟ ਨਹੀਂ, ਇੰਨਾ ਹੀ ਦੇ ਸਕਦੇ। ਪਰ ਫਿਰ ਵੀ ਬਹੁਤ ਸਾਰੇ ਇੱਦਾਂ ਦੇ ਲੋਕੀ ਹੈ ਜਿਨ੍ਹਾਂ ਨੇ ਸਾਨੂੰ ਸਪੋਰਟ ਵੀ ਕੀਤਾ, ਜਿਨ੍ਹਾਂ ਨੇ ਪੈਸੇ ਵੀ ਲਗਾਏ। ਹੁਣ ਅਸੀਂ ਇੰਨੇ ਗਾਣੇ ਕੀਤੇ ਹੈ, ਬੰਬੇ ਤੋਂ ਨੇ ਭਾਜੀ, ਦੀਪਕ ਭਾਜੀ, ਬਹੁਤ ਸਪੋਰਟ ਕੀਤਾ ਉਹਨਾਂ ਨੇ, ਬਹੁਤ ਪਿਆਰ ਕੀਤਾ, ਬਹੁਤ ਉਹਨਾਂ ਨੇ ਕੋਸ਼ਿਸ਼ ਕੀਤੀ, ਗਾਣੇ ਵੀ ਕੀਤੇ 3-4 ਉਹਨਾਂ ਨੇ। ਹੀ ਇਜ਼ ਵੈਰੀ ਗੁੱਡ। ਬਟ ਪ੍ਰੋਬਲਮ ਪਤਾ ਕਿੱਥੇ ਆਉਂਦੀ ਹੈ, ਜਦੋਂ ਤੁਹਾਡੇ ਕੋਲ ਅੱਛਾ ਕੰਟੈਂਟ ਹੁੰਦਾ ਹੈ, ਬਹੁਤ ਅੱਛੀਆਂ ਚੀਜ਼ਾਂ ਹੁੰਦੀਆਂ ਤੁਹਾਡੇ ਕੋਲ, ਤੁਸੀਂ ਉਹਨੂੰ ਜਦੋਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ, ਲੋਕੀ ਵੀਡੀਓ 'ਤੇ ਪੈਸਾ ਲਾ ਦਿੰਦੇ ਆ, ਆਡੀਓ 'ਤੇ ਪੈਸਾ ਲਾ ਦਿੰਦੇ ਆ। ਜਦੋਂ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਆਉਂਦੀ ਹੈ ਨਾ, ਐਡਵਰਟੀਜ਼ਮੈਂਟ, ਉੱਥੇ ਹੱਥ ਕੰਟਰੋਲ ਕਰ ਲੈਂਦੇ। ਜੇ ਆਪਾਂ ਐਡਵਰਟੀਜ਼ਮੈਂਟ ਹੀ ਨਹੀਂ ਕੀਤੀ, ਆਪਾਂ ਲੋਕਾਂ ਤੱਕ ਪਹੁੰਚੇ ਹੀ ਨਹੀਂ, ਤੇ ਅੱਛੀ ਭਾਵੇਂ ਜਿੰਨੀ ਮਰਜ਼ੀ ਹੋਵੇ ਚੀਜ਼, ਉਹ ਲੋਕਾਂ ਤੱਕ ਜਾਊਗੀ ਨਹੀਂ ਤਾਂ ਚੱਲੂਗੀ ਕੀ। ਰਾਈਟ ਔਰ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਨੌਨ ਸਪੋਰਟ ਦੀ ਪ੍ਰੋਬਲਮ ਆਈ ਹੈ ਨਾ, ਉਹ ਉੱਥੋਂ ਆਈ ਹੈ ਜਦੋਂ ਤੁਹਾਡੇ ਆਪਣੇ ਘਰ ਤੋਂ ਕੋਈ ਫੋਨ ਕਰਕੇ ਕਹਦੇ ਯਾਰ ਐਮੀ ਵਿਰਕ ਦੇ ਗਾਣੇ ਦੇ ਵਿਊ ਤਾਂ 1 ਮਿਲੀਅਨ ਹੋ ਜਾਂਦੇ, ਤੇਰੇ ਤਾਂ 5000 ਹੀ ਹੋਏ। ਫਿਰ ਉਹ ਬੰਦੇ ਨੂੰ ਨਾ ਔਰ ਉਹ ਵੀ ਤੁਹਾਡੇ ਆਪ ਦੇ ਹੀ, ਫਿਰ ਉਹ ਚੀਜ਼ਾਂ ਕੁਝ ਫਸ ਜਾਂਦੀਆਂ ਦਿਮਾਗ 'ਚ, ਫਿਰ ਤੁਸੀਂ ਡੀਮੋਰਲਾਈਜ਼ ਹੋ ਜਾਂਦੇ ਹੋ। ਯਾਰ ਮਤਲਬ ਹਰ ਕੋਈ ਬੰਦਾ ਮਿਹਨਤ ਕਰ ਰਿਹਾ, ਹਰ ਕੋਈ ਆਪਣੀ ਕਿਸਮਤ ਦਿਖਾ ਰਿਹਾ ਹੈ ਨਾ। ਹੁਣ ਉਹਨਾਂ ਦੇ ਗਾਣੇ ਚੱਲ ਗਏ, ਉਹਨਾਂ ਨੂੰ ਸਪੋਰਟ ਮਿਲ ਗਈ, ਉਹਨਾਂ ਨੂੰ ਕੰਪਨੀਆਂ ਵਧੀਆ ਪੈਸੇ ਦੇ ਰਹੀ ਹੈ। ਅਸੀਂ ਹਲੇ ਰਨਿੰਗ ਦੇ ਵਿੱਚ ਹਾਂ, ਜਦੋਂ ਸਾਡਾ ਟਾਈਮ ਆਊਗਾ ਸਾਨੂੰ ਵੀ ਮਿਲ ਜੂਗੇ। ਬਿਲਕੁਲ। ਸੋ ਇਟ ਇਜ਼ ਨਾਟ ਆਲਵੇਜ਼ ਕਿ ਦੇ ਆਰ ਗੁੱਡ ਔਰ ਯੂ ਆਰ ਬੈਡ, ਉਹ ਸਕਸੈਸ ਹੈ ਤੁਸੀਂ ਫੇਲੀਅਰ ਹੋ। ਉਹਨਾਂ ਦਾ ਟਾਈਮ ਪਹਿਲਾਂ ਆ ਗਿਆ, ਤੁਹਾਡਾ ਬਾਅਦ 'ਚ ਆਊਗਾ। ਇੱਦਾਂ ਨਹੀਂ ਟਾਈਮ ਨਹੀਂ ਆਉਂਦਾ, ਟਾਈਮ ਤਾਂ ਹਰ ਕੁੱਤੇ ਬਿੱਲੇ ਦਾ ਆਉਂਦਾ ਭਾਜੀ, ਸਿੱਧੀ ਗੱਲ ਹੈ। ਔਰ ਜਦੋਂ ਆਉਂਦਾ ਹੈ ਨਾ, ਫਿਰ ਲੋਕੀ ਇਹ ਕਹਿੰਦੇ ਯਾਰ ਲੈ ਪਹਿਲਾਂ ਤਾਂ ਮੇਰੇ ਕੋਲ ਉਹਦਾ ਨੰਬਰ ਸੀ, ਹੁਣ ਅੱਜ ਕੱਲ੍ਹ ਫੋਨ ਵੀ ਨਹੀਂ ਚੱਕਦਾ। ਕਿਉਂ ਚੱਕੇ? ਰਾਈਟ। ਇਹ ਹਰ ਆਰਟਿਸਟ ਦੀ ਗੱਲ ਹੈ, ਹਰ ਆਰਟਿਸਟ ਦੇ ਦਿਲ ਦੀ ਗੱਲ ਕਹਿ ਰਹੀ ਹਾਂ। ਜਦੋਂ ਆਰਟਿਸਟ ਸਟਰਗਲ ਕਰ ਰਿਹਾ ਹੁੰਦਾ ਨਾ, ਤੁਹਾਨੂੰ ਉਹ ਆਰਟਿਸਟ ਫੁੱਦੂ ਲੱਗਦਾ, ਸਿੱਧੀ ਗੱਲ, ਬਿਲਕੁਲ ਬੇਕਾਰ ਲੱਗਦਾ ਕਿ ਤੁਹਾਨੂੰ ਕੁਝ ਨਹੀਂ ਕਰ ਰਿਹਾ, ਉਹਦਾ ਗਾਣਾ ਵੀ ਬੇਕਾਰ, ਕੰਟੈਂਟ ਵੀ ਬੇਕਾਰ, ਸਭ ਕੁਝ ਬੇਕਾਰ। ਜਦੋਂ ਆਰਟਿਸਟ ਚੱਲ ਜਾਂਦਾ, ਫਿਰ ਚਾਹੇ ਬੇਕਾਰ ਤੋਂ ਬੇਕਾਰ ਗਾਣਾ ਹੋਵੇ, ਤੁਹਾਨੂੰ ਲੱਗਦਾ ਕਿਆ ਬਾਤ ਹੈ, ਕਿਆ ਬਾਤ ਹੈ। ਤੇ ਨਾਲੇ ਬਾਅਦ 'ਚ ਫਿਰ ਅਸੀਂ ਸੋਚਦੇ ਹਾਂ ਕਿ ਈਗੋ ਐਟੀਟਿਊਡ ਹੈ, ਜੇ ਫੋਨ ਨਹੀਂ ਚੁੱਕ ਰਿਹਾ ਜਾਂ ਫੋਟੋ ਨਹੀਂ ਖਿਚਾ ਰਿਹਾ, ਬਟ ਉਹਨੇ ਉਹ ਚੀਜ਼ ਫੇਸ ਕੀਤੀ ਹੁੰਦੀ ਹੈ ਉਸ ਟਾਈਮ ਤੇ। ਕਿਉਂਕਿ ਉਸ ਟਾਈਮ ਤੇ ਜਦੋਂ ਉਹ ਬੰਦਾ ਸਟਰਗਲ ਦੇ ਵਿੱਚ ਹੁੰਦਾ ਹੈ ਨਾ, ਉਸ ਟਾਈਮ ਤੇ ਤੁਸੀਂ ਉਹਨੂੰ ਆਰਟਿਸਟ ਸਮਝਦੇ ਹੀ ਨਹੀਂ, ਟੁੱਚੂ ਸਮਝ ਰਹੇ ਹੁੰਦੇ ਹੋ ਕਿ ਯਾਰ ਏਦਾਂ ਦੇ ਗਾਣੇ ਤਾਂ 3600 ਲਿਖੇ ਫਿਰਦੇ ਆ। ਇਸ ਲਈ ਕਦੇ ਵੀ ਕਿਸੇ ਵੀ ਬੰਦੇ ਨੂੰ ਉਹਦੀ ਰਾਈਟਿੰਗ, ਉਹਦੀ ਸ਼ਕਲ, ਉਹਦੇ ਪਹਿਨਾਵੇ ਦੇ ਨਾਲ ਜੱਜ ਕਰਨਾ ਨਹੀਂ ਚਾਹੀਦਾ। ਯੂ ਨੈਵਰ ਨੋ। ਕਾਕਾ ਭਾਜੀ ਨੂੰ ਦੇਖ ਲਓ, ਇਜ਼ ਅ ਬਿਗ ਐਗਜ਼ਾਮਪਲ। ਸੋ ਤੁਸੀਂ ਕਦੇ ਵੀ ਕਿਸੇ ਨੂੰ ਜੱਜ ਨਾ ਕਰੋ। ਯੂ ਨੈਵਰ ਨੋ ਕੌਣ ਕਿੱਥੇ ਪਹੁੰਚ ਜੇ। ਬੋਲਣ ਤੋਂ ਪਹਿਲਾਂ ਸੋਚੋ, ਤੁਸੀਂ ਆਪ ਸੋਚੋ ਤੁਸੀਂ ਕੀ ਹੋ। ਉਹ ਚੀਜ਼ਾਂ ਬਹੁਤ ਹਰਟ ਕਰਦੀਆਂ ਵੀਰੇ, ਬਹੁਤ ਹਰਟ ਕਰਦੀਆਂ। ਸਿੱਧੂ ਭਾਜੀ ਇਜ਼ ਆਲਸੋ ਅ ਬਿਗੇਸਟ ਐਗਜ਼ਾਮਪਲ। ਯੈਸ, ਮੈਨੂੰ ਯਾਦ ਹੈ ਉਹ ਜਿਹੜੇ ਗੁਰੂ ਜੀ ਸੀਗੇ, ਉਹਨਾਂ ਕੋਲ ਸਕੂਟਰ ਤੇ ਜਾਂਦੇ ਹੁੰਦੇ ਸੀ ਆਪਣੇ ਉਹ ਦੇਣ ਵਾਸਤੇ ਕਿ ਮੈਂ ਇਹ ਗਾਣਾ ਲਿਖਿਆ, ਮੈਂ ਇਹ ਗਾਣਾ ਲਿਖਿਆ, ਹੈ ਨਾ। ਫਿਰ ਉਹਨਾਂ ਨੇ ਜਦੋਂ ਬਾਹਰ ਗਏ, ਉੱਥੋਂ ਜਾ ਕੇ ਉਹਨਾਂ ਨੂੰ ਸਪੋਰਟ ਮਿਲੀ, ਯਾਰਾ ਦੋਸਤਾਂ ਸੀ, ਉਹ ਕਿੱਥੋਂ ਕਿੱਥੇ ਪਹੁੰਚੀ। ਅੱਜ ਉਹ ਲੈਜੈਂਡ ਹੈ, ਚਾਹੇ ਉਹ ਹੈ ਚਾਹੇ ਉਹ ਨਹੀਂ ਹੈ ਨਾ। ਤੋ ਇਟ ਇਜ਼ ਨਾਟ ਅਬਾਊਟ ਕਿ ਤੁਸੀਂ ਕੀ ਕਰੋ, ਇਟ ਇਜ਼ ਅਬਾਊਟ ਕਿ ਤੁਸੀਂ ਜੋ ਵੀ ਕਰ ਰਹੇ ਹੋ, ਜਦੋਂ ਤੁਹਾਡਾ ਟਾਈਮ ਆਇਆ, ਬੇਕਾਰ ਤੋਂ ਬੇਕਾਰ ਚੀਜ਼ ਵੀ ਚੱਲ ਜਾਊਗੀ ਭਾਜੀ। ਮਤਲਬ ਮੇਰੇ ਘਰ 'ਚ 7 ਵੋਟਾਂ ਸੀ, ਉਹ ਵੀ 4 ਪਈਆਂ। ਉਹ ਵੀ ਟਾਈਮ ਸੀਗਾ, ਤੇ ਮਤਲਬ ਹੁਣ ਇਹ ਇੰਨੀ ਜੀ ਗੱਲ ਤੋਂ ਜਿਹੜਾ ਬੰਦਾ ਹਿੱਟ ਹੋ ਸਕਦਾ ਹੈ, ਮਤਲਬ ਤੁਸੀਂ ਦੇਖੋ ਉਹਦਾ ਸ਼ੁਕਰ ਤੇ ਬੁੱਧ ਕਿੱਥੇ ਹੈ, ਨਾਈਸ, ਹੈ ਨਾ। ਸੋ ਯੂ ਨੈਵਰ ਨੋ ਕੌਣ ਕਦ ਕਿੱਥੇ ਚੱਲ ਜਾਏ। ਐਵਰੀਬਡੀ ਇਜ਼ ਡੂਇੰਗ देयर ਜੌਬ, ਸਪੋਰਟ them। ਮੈਨੂੰ ਇਦਾਂ ਹੀ ਲੱਗਦਾ ਕੋਈ ਵੀ ਕੁਝ ਵੀ ਕਰ ਰਿਹਾ, ਵਧੀਆ ਕਰ ਰਿਹਾ, ਮਾੜਾ ਕਰ ਰਿਹਾ, ਉਹਦੀ ਕਿਸਮਤ ਹੈ, ਜਦੋਂ ਟਾਈਮ ਆਊਗਾ ਚੱਲ ਜੂਗਾ। ਮੇਰੇ ਵੀ ਇੱਕ ਭਾਜੀ ਹੈ, ਰਾਮ ਜੀ ਭਾਜੀ,
वो भी कहते हैं, कई बार मैंने उनके साथ टाइम स्पेंड किया, कहते हैं कि इस इंडस्ट्री में कोई नहीं चलता कभी भी और किसी को कुछ नहीं आता है। कहते हैं जब आता है ना तो टाइम आता है, यस और कहता है फिर सबको, ऑडियंस को, कंपनी को सब कुछ बाता ਹੈ, ਚਾਹੇ आप कुछ भी कर रहे हो उस टाइम पे। ਇਹ ਰਿਐਲਿਟੀ ਹੈ ਭਾਜੀ, ਰਿਐਲਿਟੀ ਹੈ। ਤੁਹਾਡਾ ਟਾਈਮ ਬੋਲਦਾ ਹੈ ਤੁਸੀਂ ਕੌਣ ਹੋ। ਫਿਰ ਤੁਸੀਂ ਕਹੋਗੇ ਨਾ ਵੀਰੇ ਮੈਨੂੰ ਲੈਂਬੋਰਗਿਨੀ ਆਊਗੀ, ਤੇ ਤੁਹਾਡੇ ਲੈਂਬੋਰਗਿਨੀ ਹੀ ਆਊਗੀ। ਹੁਣ ਤੁਸੀਂ ਉਹਨਾਂ ਨੂੰ ਕਹਿ ਦਿਓ ਵੀਰੇ ਮੈਂ ਲੈਂਬੋਰਗਿਨੀ ਦਾ, ਅਸੀਂ ਕੀ ਕਰਨਾ ਹੈ? ਰਾਈਟ। ਦਿਸ ਇਜ਼ ਆਲ ਅਬਾਊਟ ਦ ਟਾਈਮ। ਤੁਹਾਡਾ ਟਾਈਮ ਕਦੋਂ ਆਇਆ, ਕਿਨੇ ਤੁਹਾਨੂੰ ਕਿੱਥੇ ਪਹੁੰਚਾਇਆ। ਭਾਈ ਦੇਖੋ, ਚੜ੍ਹਦੇ ਨੂੰ ਤਾਂ ਹਰ ਕੋਈ ਸਲਾਮ ਕਰਦਾ ਹੈ। ਬਿਲਕੁਲ। ਜਿਹੜਾ ਚੜ੍ਹਨ ਲੱਗਿਆ, ਜੇ ਤੁਸੀਂ ਉਹਨੂੰ ਸਪੋਰਟ ਕਰਕੇ ਕਿਤੇ ਲੈ ਜਾਓ ਤਾਂ ਸੋਚੋ ਲੋਕੀ ਕਿੱਥੋਂ ਤੋਂ ਕਿੱਥੇ ਪਹੁੰਚਣਗੇ। ਸਹੀ ਗੱਲ ਹੈ। ਸਹੀ ਗੱਲ ਹੈ। ਪੈਸਾ ਐਦਾਂ ਤਾਂ ਹੈ ਨਹੀਂ ਕਿ ਪੈਸਾ ਹੈ ਨਹੀਂ ਇੰਡਸਟਰੀ 'ਚ, ਐਦਾਂ ਤਾਂ ਹੈ ਨਹੀਂ ਕਿ ਲੋਕੀ ਕਿਸੇ ਤੇ ਲਾ ਨਹੀਂ ਰਹੇ। ਸਭ ਕੁਝ ਹੋ ਰਿਹਾ। ਖੜ ਜਾਵੇ ਹਜੇ ਆਇਆ ਟਾਈਮ ਨਹੀਂ, ਕੁੰਡਲੀ ਦੇ ਤਾਰੇ ਹਜੇ ਕੈਮ ਨਹੀਂ, ਜਿਹਦਾ ਸਦੀਆਂ ਤੱਕ ਮੇਚ ਨਹੀਂ ਉਹ ਮਿਲਣਾ, ਇਹੋ ਜਿਹਾ ਬਨ ਕੇ ਪੈਮਾਨਾ ਛਾਊਂਗਾ। ਲੋਕਾਂ ਦੇ ਤਾਂ ਦਿਨ ਆਉਂਦੇ ਆ ਵੀਰੇ, ਸਾਡਾ ਤਾਂ ਜ਼ਮਾਨਾ ਹੋਊਗਾ। क्या बात है। ਸੋ ਦਿਸ ਇਜ਼ ਸਮਥਿੰਗ ਲਾਈਕ ਯੂ Right. ਆਵੇ ਨਾ ਆਵੇ ਵੀਰੇ, ਅਸੀਂ ਸੋਚ ਕੇ ਚੱਲਦੇ ਆਊਗਾ। ਨਹੀਂ ਆਊਗਾ ਫਿਰ ਇਟ 100% ਇਜ਼ ਆਊਗਾ। ਆਲਵੇਜ਼ ਬੀ ਪੋਜ਼ਿਟਿਵ, ਯੂ ਨੈਵਰ ਨੋ। ਕਿਉਂਕਿ ਤੁਸੀਂ ਕਹੋਗੇ ਕਦੇ ਨਹੀਂ ਆਣਾ, ਬਥੇਰੇ ਪੋਡਕਾਸਟ ਦੇਖੇ ਜਾਣਗੇ ਕਦੇ ਨਹੀਂ ਆਣਗਾ। ਚੱਲ ਠੀਕ ਹੈ ਭਰਾਵਾ, ਨਹੀਂ ਆਊਗਾ, ਕੋਈ ਚੱਕਰ ਨਹੀਂ, ਅਸੀਂ ਸੋਚ ਕੇ ਚੱਲਦੇ ਆਊਗਾ। ਉਹਨੇ ਟਾਈਮ ਤਾਂ ਖੁਸ਼ ਹੀ ਆ। ਆਪਾਂ ਤਾਂ ਹਮੇਸ਼ਾ ਹੀ ਖੁਸ਼ ਆ, Right. ਕਿਉਂਕਿ ਪਤਾ ਕੀ ਹੈ ਵੀਰੇ, ਆਫਟਰ ਆਲ ਤੁਸੀਂ ਜੋ ਮਰਜ਼ੀ ਕਰ ਲਓ, ਤੁਹਾਨੂੰ ਦੋ ਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ, ਮੈਂਟਲ ਸੈਟੀਸਫੈਕਸ਼ਨ ਤੇ ਤੁਹਾਡੇ ਘਰ ਦੇ ਵਿੱਚ ਤੁਹਾਡਾ ਟਾਈਮ। ਰਾਈਟ। ਸਾਡੇ ਕੋਲ ਉਹ ਦੋਨੋਂ ਹੈਗੀਆਂ। ਸਾਡਾ ਟਾਈਮ ਤਾਂ ਆਇਆ ਹੀ ਹੋਇਆ। ਬਿਲਕੁਲ। ਸਾਡਾ ਉਹਦਾ ਟਾਈਮ ਤਾਂ ਉਦੋਂ ਹੀ ਆ ਗਿਆ ਸੀ ਜਦੋਂ ਉਹ ਆਪਣੇ ਘਰੇ ਜੰਮ ਗਿਆ ਸੀ। ਜਿਹਨੂੰ ਇਹੋ ਜਿਹੇ ਮਾਪਿਓ ਮਿਲ ਗਏ, ਉਹਦਾ ਟਾਈਮ ਤਾਂ ਆਇਆ ਹੋਇਆ ਸਹੀ ਗੱਲ ਹੈ। ਹੈ ਨਾ। ਹੁਣ ਹਰ ਕਿਸੇ ਦਾ ਆਪਣਾ ਲਾਈਫ ਆਫ ਸਟਰਗਲ ਹੈ ਕਿ ਕੋਈ ਕਿੱਦਾਂ ਸਟਰਗਲ ਕਰਕੇ ਕਿੱਥੇ ਪਹੁੰਚਦਾ ਹੈ, ਕੋਈ ਕਿੱਦਾਂ ਕਿੱਥੇ ਪਹੁੰਚਦਾ ਹੈ। Right. ਤੇ ਤੁਸੀਂ ਕਿਸੇ ਦੀ ਲਾਈਫ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ। ਸਾਰਿਆਂ ਦੀ ਆਪਣੀ ਜਰਨੀ ਹੈ। ਉਹਦੀ ਜਰਨੀ ਉਹਨੂੰ ਪੁੱਛ ਕੇ ਦੇਖੋ ਕਦੇ, ਉਹ ਦੱਸੂਗਾ ਤੁਹਾਨੂੰ ਉਹਨੇ ਕੀ ਨਹੀਂ ਫੇਸ ਕੀਤਾ, ਰਾਈਟ। ਕਿੱਥੋਂ ਨਹੀਂ ਕੀਤਾ, ਘਰ ਤੋਂ ਲੈ ਕੇ, ਆਪਣੇ ਰਿਸ਼ਤੇਦਾਰਾਂ ਤੋਂ ਲੈ ਕੇ, ਆਪਣੇ ਦੋਸਤਾਂ ਤੋਂ ਲੈ ਕੇ ਕੀ ਨਹੀਂ ਫੇਸ ਕੀਤਾ। ਨਹੀਂ ਆਪਾਂ ਉਹਨਾਂ ਦੇ ਮੂੰਹ ਤੋਂ ਹੀ ਜਾਣਾਂਗੇ। ਉਹੀ ਮੈਂ ਕਹਿ ਰਹੀ ਹਾਂ, ਉਹਨਾਂ ਨੂੰ journey। ਵੀ ਪੁੱਛ ਕੇ ਦੇਖਿਓ ਨਾ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਲਾਈਫ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾਰਟ ਐਂਡ ਪਾਰਸਲ ਹੈ। ਬਸ ਇੱਕੋ ਹੀ ਜ਼ਿੰਦਗੀ ਦਾ ਮੰਤਰ ਹੈ, ਬੀ ਪੋਜ਼ਿਟਿਵ। ਹਮੇਸ਼ਾ ਪੋਜ਼ਿਟਿਵ ਰਹੋ। ਉਹ ਮੈਨੂੰ ਹਮੇਸ਼ਾ ਇੱਕੋ ਹੀ ਗੱਲ ਕਹਿੰਦਾ, ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਮ એનર્ਜੀ ਕਿਵੇਂ ਚੱਕੀ ਫਿਰਦੀ ਹੈ। ਕਦੇ ਵੀ ਤੇ ਮਤਲਬ ਉਹਨੂੰ ਹਮੇਸ਼ਾ ਲੱਗਦਾ ਯਾਰ, ਕਦੇ ਵੀ ਮੈਨੂੰ ਹਮੇਸ਼ਾ ਪਤਾ ਕਹੂਗਾ ਯੂ ਆਰ ਟੂ ਮਚ। ਮੈਂ ਕਹੂੰਗੀ ਇਹ ਪੋਜ਼ਿਟਿਵ ਹੈ ਨੈਗੇਟਿਵ ਹੈ, ਨਹੀਂ ਕਹੂਗਾ ਯੂ ਆਰ ਟੂ ਮਚ। ਮਤਲਬ ਮੈਂ ਹਮੇਸ਼ਾ ਪੁੱਛਦੀ, ਇੱਕ ਦਿਨ ਮੈਂ ਪੁੱਛਿਆ, ਮੈਂ ਕਿਹਾ ਮਤਲਬ ਦੱਸ ਮੈਨੂੰ। ਕਹਿੰਦਾ ਸਵੇਰੇ ਉੱਠਦੇ ਰਾਤ ਨੂੰ ਸੌਂਦੇ ਸੇਮ એનર્ਜੀ ਕਿਵੇਂ ਹੋ ਸਕਦੀ ਹੈ ਇੱਕ ਬੰਦੇ ਦੀ ਰੋਜ਼। ਦੱਸ ਭੈਣੇ ਫਿਰ ਕਿਵੇਂ ਹੈ। ਬਸ ਉਹੀ ਬੀ ਪੋਜ਼ਿਟਿਵ। ਚੰਗਾ ਸੋਚੋ, ਚੰਗਾ ਹੋਊਗਾ। ਬੀ ਪੋਜ਼ਿਟਿਵ। ਆਪਾਂ ਸੋਚ ਲੈਂਦੇ ਆ ਕਿ ਇਹ ਹਾਏ ਇਹ ਏਦਾਂ ਹੋ ਗਿਆ, ਤਾਂ ਆਪਾਂ ਸੋਚਣਾ ਹੀ ਏਦਾਂ ਹੈ ਕਿ ਇਹ ਹੋਣਾ ਹੀ ਨਹੀਂ ਹੈ। ਹੋ ਹੀ ਜਾਂਦੋ ਜੋ ਹੋ ਰਿਹਾ, ਆਪਣਾ ਸੋਚਣਾ ਹੀ ਨਹੀਂ ਹੈ। ਸੋਚਦੀ ਤਾਂ ਗੇਮ ਹੈ ਸਾਰੀ। 13 ਮੇਰਾ ਫੇਵਰੇਟ ਨੰਬਰ ਹੈ। ਵਾਓ। ਮੈਂ 13 ਨੂੰ ਪੈਦਾ ਹੋਈ ਸੀ, ਅਨਮੋਲ ਵੀ 13 ਨੂੰ ਹੋਈ ਸੀ, ਤੇ ਸਾਡਾ ਵਿਆਹ ਵੀ 13 ਨੂੰ ਹੈ। ਐਜ਼ ਐਸਟ੍ਰੋਲੋਜਰ ਜਿਹੜੇ ਲੋਕ ਸਾਰੀ ਚੀਜ਼ਾਂ ਉਲਟਾ ਦੱਸਦੇ ਨਾ, ਤੁਸੀਂ ਉਹ ਜਾਣ ਕੇ ਕੀਤੀਆਂ ਹੋਈਆਂ। ਤੇਰਾ ਨੰਬਰ ਕਹਿੰਦੇ ਫਲੈਟ ਨਹੀਂ ਲੈਣਾ, ਤੁਹਾਡਾ ਫੇਵਰੇਟ ਹੈ। 8 ਨੰਬਰ ਅਨਲੱਕੀ ਹੈ, ਤੁਸੀਂ ਕਹਿੰਦੇ ਨਹੀਂ ਮੇਰੀ ਬੇਟੀ ਦਾ 8 ਹੈ, ਮੈਂ ਗੰਡਮੂਲ ਚ ਪੈਦਾ ਕੀਤੇ, ਏਦਾਂ ਹੈ ਨਾ। ਇੱਕ अच्छा, आपका ड्रीम क्लाइंट या कोलैब कौन सी है? मैनिफेस्टेशन भी हो जाएगी नाले। मतलब आने वाला, हाँ, जिनके साथ करना चाहते हो, करना चाहते हो, ਕੰਮ ਕਰਨਾ ਚਾਹੁੰਦੀ ਹਾਂ। क्लाइंट या कोलैबोरेशन। ਮੈਂ ਤਾਂ ਸੱਚੀ ਦੱਸਾਂ, ਮੈਂ ਐਸ ਸੱਚ ਕੁਝ ਨਹੀਂ ਸੋਚਿਆ ਹੋਇਆ। ठीक है। ਮੇਰੀ ਜ਼ਿੰਦਗੀ ਦਾ ਬਸ ਇੱਕੋ ਹੀ ਮੋਟਿਵ ਹੈ, ਮੈਂ ਜ਼ਿੰਦਗੀ 'ਚ ਕੁਝ ਅੱਛਾ ਕਰਨਾ ਚਾਹੁੰਦੀ ਹਾਂ। ਔਰ ਉਹਦੇ ਲਈ ਅੱਜ ਦੀ ਡੇਟ ਦੇ ਵਿੱਚ ਜੋ ਮੇਰੇ ਲਈ ਸਭ ਤੋਂ ਇੰਪੋਰਟੈਂਟ ਹੈ ਉਹ ਕੌਸਰ ਹੈ। ਔਰ ਮੈਂ ਕੌਸਰ, ਮੇਰਾ ਡ੍ਰੀਮ ਸੀਗਾ 2007 ਤੋਂ ਸ਼ੁਰੂ ਕਰਨ ਦਾ। ਔਰ ਮੇਰਾ ਇੱਕੋ ਹੀ ਡ੍ਰੀਮ ਹੈ ਕਿ ਇਸ ਕੰਪਨੀ ਦਾ IPO ਆਊਗਾ। ਵਾਹ। ਦੈਟਸ ਇਟ। ਅਰੇ ਇਹ ਮੇਰਾ ਡ੍ਰੀਮ ਹੈ ਔਰ ਇਹ ਹੋਊਗਾ। ਮੈਨੂੰ ਨਹੀਂ ਪਤਾ 2 ਸਾਲ 10 ਸਾਲ 5 ਸਾਲ ਕਦੋਂ, ਬਟ ਇਹ ਹੋਊਗਾ। ਹਰ ਸ਼ਹਿਰ ਦੇ ਵਿੱਚ ਕਸਰ ਹੋਊਗਾ, not in 1 2 or 3 cities। ਇਹ ਜਦੋਂ ਤੁਸੀਂ ਇੱਕ ਪੈਸਾ ਲਾ ਕੇ ਖੋਲ ਦਿਓ, ਇੱਕ ਹੁੰਦਾ। ਜਦੋਂ ਸਾਰੀ ਦੁਨੀਆ 10-10 ਰੁਪਏ ਤੁਹਾਡੇ ਕਸਰ 'ਚ ਲਾਊਗੀ, ਉਹਨਾਂ ਦੇ ਹਰ ਸ਼ਹਿਰ ਦੇ ਵਿੱਚ ਕਸਰ ਹੋਊਗਾ। ਔਰ ਉਹ ਇੱਦਾਂ ਦਾ ਬ੍ਰਾਂਡ ਹੋਊਗਾ ਜੋ ਤੁਹਾਨੂੰ ਐਜੂਕੇਸ਼ਨ ਦੇ ਨਾਲ ਹਰ ਇੱਕ ਚੀਜ਼ 100% ਆਥੈਂਟਿਕ ਦੇਊਗਾ। ਇਹੀ ਮੇਰਾ ਡ੍ਰੀਮ ਹੈ, ਇਹੀ ਮੇਰਾ ਕੋਲੈਬ ਹੈ ਇੰਡੀਆ ਦੇ ਨਾਲ ਕਰਨਾ, IPO लेके आना। क्या बात है। इतने सारे रोल्स हैं आपके, अगर आपको एक चूज़ करना पड़े, हीलर, डायरेक्टर, एंटरप्रेन्योर, एस्ट्रोलॉजर, एक रोल कौन सा चूज़ करोगे?
मैं क्या बनना चाहूँगी, हम्म। मैं ना एक्चुअली सारे रोल्स बहुत अच्छे इंजॉय करती हूँ। मैं ਇੱਕ 'ਚ ਬੋਰ ਹੋ ਜਾਣਾ ਮੇਰੇ ਤੋਂ ਇੱਕ ਚੀਜ਼ ਕੁਝ ਵੀ ਨਹੀਂ ਹੋਣੀ। ਮੈਨੂੰ ਲੋਕੀ ਪੁੱਛਦੇ ਸਾਰੀ ਚੀਜ਼ਾਂ ਕਿੱਦਾਂ ਮੈਨੇਜ ਕਰਦੇ ਹੋ, ਮੈਨੂੰ ਇੱਦਾਂ ਲੱਗਦਾ ਮੈਂ ਇੱਕ ਚੀਜ਼ ਨਹੀਂ ਮੈਨੇਜ ਕਰ ਪਾਉਂਗੀ। ਮੈਂ ਥੋੜੀ ਕੁ ਦੇਰ ਇੱਕ ਕੰਮ ਕਰਦੀ ਹਾਂ, ਮੈਂ ਬੋਰ ਹੋ ਜਾਂਦੀ, ਮੈਨੂੰ ਹੁੰਦਾ ਕਿ ਹੁਣ ਦੂਜਾ, ਹੁਣ ਤੀਜਾ, ਹੁਣ ਚੌਥਾ, ਇੱਦਾਂ ਹੁੰਦਾ। ਮੈਨੂੰ ਇੱਦਾਂ ਹੁੰਦਾ ਕਿ ਆਈ ਵਾਂਟ ਮਾਈਸੈਲਫ ਟੂ ਬੀ ਇੰਗੇਜਡ ਇਨ। ਸੋ ਜੇ Different ਤੁਸੀਂ things. ਇੱਕ ਰੋਲ ਪੁੱਛੋ, ਇਹ ਪੁੱਛ ਸਕਦੇ ਹੋ ਕਿ ਮੇਰਾ ਫੇਵਰੇਟ ਰੋਲ ਕਿਹੜਾ ਰਿਹਾ। ਕਿਹੜਾ ਰਿਹਾ? ਦਿਸ ਇਜ਼ ਸਮਥਿੰਗ ਵਿਚ Your favorite role? ਹਾਂ, ਇਹ ਪੁੱਛ ਸਕਦੇ ਹੋ ਕਿ ਮੇਰਾ ਫੇਵਰੇਟ ਰੋਲ ਕਿਹੜਾ ਸੀ। ਮੇਰਾ ਫੇਵਰੇਟ ਰੋਲ ਸੀਗਾ ਨੂੰਹ ਬਣਨ ਦਾ। ਉਹ ਬੜਾ ਅਜੀਬ ਐਕਸਪੀਰੀਅੰਸ ਸੀ, ਜਿਹਨੂੰ ਮੈਂ ਬਹੁਤ ਕੁਝ ਹੋਰ ਸੋਚ ਕੇ ਆਈ ਸੀ, ਕੁਝ ਹੋਰ ਹੋਇਆ, ਉਹਨੂੰ ਮੈਂ ਬਹੁਤ ਅੱਛੇ ਤਰੀਕੇ ਨਾਲ ਇੰਜੋਏ ਕੀਤਾ ਹੈ, ਕਿਉਂਕਿ ਮੇਰੇ ਨਾਲ ਅਨਮੋਲ ਸੀਗੇ ਸਪੋਰਟ। ਮਤਲਬ ਅਨਮੋਲ ਦੇ ਮੰਮੀ ਪਾਪਾ ਬਹੁਤ ਅੱਛੇ ਹੈ, ਬਹੁਤ ਅੱਛੇ, ਰੀਅਲੀ ਮਤਲਬ ਲਿਟਰਲੀ ਅੱਛੇ ਹੈ, ਬਹੁਤ ਅੱਛੇ ਹੈ। ਮਤਲਬ ਮੈਂ ਕਹਿ ਸਕਦੀ ਹਾਂ ਕਿ ਆਈ ਐਮ ਬਲੈਸਡ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੰਨੀ ਅੱਛੀ ਪਰਵਰਿਸ਼ ਦਿੱਤੀ ਹੈ। ਵਾਓ। ਦੇ ਆਰ ਵੈਰੀ ਗੁੱਡ। ਅੱਛਾ ਸੀ ਉਹ ਮੇਰਾ ਰੋਲ। ਔਰ ਮੈਂ ਮੈਨੂੰ ਅੱਛਾ ਲੱਗਦਾ ਬਿਕੋਜ਼ ਮੇਰੇ ਡੈਡ ਨਹੀਂ ਹੈ ਹੁਣ। ਅਨਮੋਲ ਦੇ ਡੈਡ ਨੂੰ ਮੈਂ ਬਹੁਤ ਜ਼ਿਆਦਾ प्यार कर दिया है ना, बहुत अच्छे लगते हैं मैंने वो। आपकी लाइफ का एक टैगलाइन होता तो क्या होता? बी पॉजिटिव छोड़ के, क्योंकि वो मेरे को पता लग गया बी पॉजिटिव तो है ही। की हुंदा मेरी लाइफ दा एक टैगलाइन है, वैसे मेरा मैं वही बोलदा हाँ, भाई तो ऐसे ही करेगा, भाई तो ऐसे ही चलेगा, भाई देख लेगा। भाई हूँ ना, सलमान खान है ना भाई। राइट। वार्डरोब में सबसे महंगी आइटम क्या है? ज्वेलरी है भाजी मेरी, रिंग्स। आई लव डायमंड रिंग्स। कितनी है सबसे एक्सपेंसिव रिंग? मैम मेरे पास ना 14-15 रिंग्स थी। बहुत सारी, मतलब बहुत सारी रिंग्स थी। अभी मेरी थोड़ी सी कम हुई है, मैंने एक्सचेंज कर करके मिक्सड अप की हैं, तो है 4.5-5 लाख तक की। आज ही डिमांड करेंगे हम। ये भी मेरी बहुत अच्छी रिंग है। ये रूबी है? हाँ जी, ये रूबी है विद डायमंड्स है। ये भी अराउंड 270-80 का है। वाह। मतलब ये मेरा, मैं थोड़ी सी चीज़ों पे ही स्पेंड करती हूँ। अच्छे कपड़े, अच्छा कॉस्मेटिक, अच्छी ज्वेलरी, शुक्र की सारी चीज़, पता नहीं अपने आप ही अट्रैक्ट होती हूँ मैं इन सब चीज़ों में। मैं ऐसी ही हूँ। और अच्छे परफ्यूम्स। एक सेलिब्रिटी जिसका आप फैशन सेंस बहुत एडमायर करते हो? बहुत अच्छा लगता है मुझे ऐश्वर्या राय का, बहुत अच्छा लगता है फैशन सेंस। आई लाइक द वे शी कैरी हरसेल्फ। और अगर आप लोकल पंजाब के इसमें बात करोगे, सारा गुरपाल का बहुत अच्छा है। उसकी प्रोफाइल देख के अच्छा लगता है, लगता है कि अच्छी प्रोफाइल है। और वो बोलना भी चाहिए, क्लाइंट है। नहीं, शी इज़ नॉट माई क्लाइंट बेसिकली, बट आई सो हाँ वो आती है review. बट वैसे मुझे वो अच्छी लगती है मुझे। वो इतने बच्चे मेरे पास रहे हैं, शहनाज भी थी, शहनाज गिल, भूमिका शर्मा, सब मेरे पास थे, है ना। तो मुझे ऐसा लगता है कि ये सबसे कम मेरे साथ रही है, लेकिन ये मुझे बहुत अच्छे से समझती है सबसे ज़्यादा। उसको पता है कि मैं कैसे फील कर रही होंगी इस चीज़ के लिए। ओके। शी इज़ लाइक दैट। और इट इज़ नॉट लाइक कि वो मुझे समझती है तो मुझे उसका फैशन सेंस अच्छा लगता है। मुझे अच्छा लगता है द वे शी कैरी हर सेल्फ, बहुत अच्छा लगता है कि मतलब उसको ऐसे नहीं लगता कि कुछ दिख रहा है। लोग अनकंफर्टेबल हो जाते हैं, लड़कियां अनकंफर्टेबल हो जाती है। शी कैरी हर सेल्फ वेरी वेल, आई लाइक हर। और मैं पहले भी, मेरे साथ कोई और भी होता तो मैं उनको यही बोलती थी, उसका प्रोफाइल बहुत अच्छा, उसको देखा करो, फॉलो किया करो, उससे सीखो। ओके। तब वो मुझे जानती भी नहीं थी। अच्छा। हाँ, तो मुझे, और वही बात होती है कि मैं उसको, मुझे वो अच्छी लगती थी और वो आज उसको मैं बहुत अच्छी लगती हूँ। सो इट इज़ ऑलवेज कि मैनिफेस्टेशंस, मेरे पास बहुत एग्जांपल्स हैं ऐसे। तो वो मुझे बहुत प्यार करती है, बहुत बोलती है। मेरे एक दिन हस्बैंड ने उससे पूछा, सारा तू ऐसे क्यों, मतलब तुझे इतनी अच्छी क्यों लगती है ये? ਕਹਿੰਦੀ ਵੀਰ ਜੀ ਤੁਸੀਂ ਨਾ ਉਹਨਾਂ ਨੂੰ ਸਮਝਦੇ ਹੋ। ਕਹਿੰਦੀ ਮੈਂ ਉਹਨਾਂ ਨੂੰ ਸਮਝਦੀ ਹਾਂ ਕਿ ਉਹ ਕੀ ਫੀਲ ਕਰ ਰਹੇ ਹੋਣਗੇ, ਉਹ ਇਸ ਟਾਈਮ ਹਰਟ ਹੈ। ਤੁਸੀਂ ਪਤਾ ਮੈਂ ਅਗਰ ਕਿਸੇ ਚੀਜ਼ ਲਈ ਪ੍ਰੋਬਲਮ में हूँ, ਕਦੇ ਕੋਈ ਟੈਨਸ਼ਨ ਹੋਵੇ, ਕੋਈ ਮੇਰਾ EMPLOYE ਨਹੀਂ ਹੈ, ਕੁਝ ਮੈਨੂੰ ਦਿੱਕਤ ਹੈ, ਲਿਓ ਭਾਬੀ ਮੈਂ ਕਰਦੀ ਹਾਂ, ਮੈਂ ਕਰ ਦੂੰਗੀ, ਆਪਾਂ ਇਹਨੂੰ ਇੱਦਾਂ ਕਰ ਲੈਂਦੇ ਹਾਂ, ਮੈਂ ਕਰਕੇ ਦਿੰਦੀ ਹਾਂ ਸੋਲਵ, ਤੁਸੀਂ ਟੈਨਸ਼ਨ ਨਹੀਂ ਲੈਣੀ। ਮਤਲਬ ਸ਼ੀ ਇਜ਼ ਕੰਸਰਨਡ ਦੈਟ ਵਾਈ ਆਈ ਐਮ ਵਰੀਡ। ਸੋ ਉਹੀ ਮੇਰੇ, ਜਦਕਿ ਸਾਡਾ ਕੋਈ ਇੰਨਾ ਜ਼ਿਆਦਾ ਬਹੁਤ ਪੁਰਾਣਾ ਰਿਲੇਸ਼ਨ ਜਾਂ ਬਹੁਤ ਜ਼ਿਆਦਾ ਪਿਆਰ ਨਹੀਂ ਸੀ,
ਇਟ ਇਜ਼ ਆਲ ਅਬਾਊਟ ਕਿ ਬਸ ਅਸੀਂ ਇੱਕ ਦੂਜੇ ਨੂੰ ਮਿਲੇ, ਸਾਡੀ ਵਾਈਬ ਇੰਨੀ ਅੱਛੀ ਹੋ ਗਈ ਐਂਡ ਸ਼ੀ ਇਜ਼ ਟੂ ਗੁੱਡ, ਮੈਨੂੰ ਬਹੁਤ ਅੱਛੀ ਲੱਗਦੀ ਹੈ। ਹੁਣ ਸ਼ੀ ਵਾਜ਼ ਔਨ ਟ੍ਰਿਪ, ਮੈਨੂੰ ਵੀਡੀਓ ਕਾਲ ਕਰ ਰਹੀ ਸੀ ਉੱਥੋਂ, ਮੈਂ ਵੀ ਉਹਨੂੰ ਕੀਤੀ ਸੀ ਮੌਰੀਸ਼ੀਅਸ ਤੋਂ। ਲਾਈਕ ਇਟ ਇਜ਼ ਆਲਵੇਜ਼ ਲਾਈਕ ਕਿ ਕਨੈਕਟ ਹੈ, ਇਟਸ ਗੁੱਡ, ਇਟਸ ਨਾਟ ਲਾਈਕ ਸ਼ੀ ਇਜ਼ ਮਾਈ ਕਲਾਇੰਟ। ਉਹ ਮੇਰੇ ਈਵਨ ਕਿ ਜਿਹੜੇ ਮੇਰੇ ਕਲਾਇੰਟ ਹੈ ਨਾ, ਉਹ ਵੀ ਮੈਨੂੰ ਆ ਕੇ ਪੁੱਛਦੇ ਹੋ ਆਏ ਮੈਮ ਮੌਰੀਸ਼ੀਅਸ ਤੋਂ, ਹੋ ਆਏ ਮੈਮ ਗੋਆ ਤੋਂ, ਲਾਈਕ ਦੇ all are following me on। मैं इस बार तो मैं पूछ लिया, मैं कहा मैम आप मुझे इंस्टाग्राम पे फॉलो कर रहे हो? हाँ जी मैम इंस्टाग्राम पे फॉलो कर रही हूँ। क्लाइंट्स फॉलो कर रहे हैं तो मैनू अच्छा लगता ਕਿ ਠੀਕ ਹੈ ਯਾਰ, ਮਤਲਬ ਇੱਕ ਕਨੈਕਟ ਹੀ ਹੈ ਤਾਂ ਹੀ ਕੋਈ ਤੁਹਾਨੂੰ ਫੋਲੋ ਕਰਦਾ, ਨਹੀਂ ਤਾਂ ਕਿਸੇ ਨੂੰ ਕੀ ਫਰਕ ਪੈਂਦਾ। ਪੈਸੇ ਦਿੱਤੇ, ਸਰਵਿਸ ਕਰਾਈ, अच्छे है तो अच्छा रिव्यू, माड़े है तो माड़ा रिव्यू। सही गल है। इतनी सारी आप बिजनेस डील्स भी करते हो, आपके लिए बिगेस्ट रेड फ्लैग इन बिजनेस डील्स? ਬਹੁਤ ਸਾਰੇ ਲੋਕੀ ਸਪਾ ਸੈਂਟਰਸ ਤੋਂ ਨਾ ਨੈਗੇਟਿਵ ਨੇ ਕਿ ਉੱਥੇ ਬਹੁਤ ਸਾਰੀ, ਤੁਸੀਂ ਦੇਖਿਆ ਹੋਊਗਾ, ਰੇਟਸ ਪੈਂਦੀਆਂ ਇਹ ਉਹ, ਹੈ ਨਾ, ਤਾਂ ਮੈਂਟੈਲਿਟੀ ਉਹੀ ਹੁੰਦੀ ਹੈ ਬਹੁਤ ਸਾਰੇ ਲੋਕਾਂ ਦੀ। ਅਤੇ ਉਹਦੇ ਬੇਸਿਸ 'ਤੇ ਕਈ ਲੋਕ ਆਉਂਦੇ ਹੈ ਅਤੇ ਸਾਡਾ ਬਹੁਤ ਅੱਛਾ ਪ੍ਰੀਮੀਅਮ ਲਗਜ਼ਰੀ ਸੈਲੂਨ ਹੈ। ਅਤੇ ਕੋਈ ਵੀ ਬੰਦਾ, ਮੇਰੇ ਕਿਸੇ ਵੀ ਬੱਚੇ ਨੂੰ, 2 ਮੇਰੇ ਕੋਲ ਮਸਾਜ ਥੈਰੇਪਿਸਟ ਹੈ, ਉਹਨਾਂ ਨੂੰ ਕੋਈ ਵੀ ਕੁਛ ਵੀ ਗਲਤ ਨਹੀਂ ਕਹਿ ਸਕਦਾ। ਜੇ ਕਿਸੇ ਨੇ ਕੁਛ ਕਿਹਾ, ਦੇ ਹੈਵ ਸਟ੍ਰਿਕਟਲੀ ਇੰਸਟਰਕਟਿਡ ਕਿ ਛੱਡ ਕੇ ਬਾਹਰ ਆ ਜਾਓ, ਆਈ ਵਿਲ ਹੈਂਡਲ। ਔਰ ਮੈਂ ਇੱਦਾਂ ਇੱਕ ਬੰਦੇ ਨੂੰ ਹੈਂਡਲ ਵੀ ਕੀਤਾ, ਉਹਦੇ ਤੋਂ ਸੌਰੀ ਵੀ ਮੰਗਵਾਈ ਹੈ, ਬੱਚੇ ਨੂੰ ਕੰਪਨਸੇਸ਼ਨ ਵੀ ਦਿੱਤਾ, ਔਰ ਅੱਛਾ ਖਾਸਾ ਵੈਰੀ ਵੈਲ ਰਿਨੋਨਡ ਬੰਦਾ ਸੀ ਉਹ, ਬਹੁਤ ਅੱਛੀ ਕੰਪਨੀ 'ਚ ਅੱਛੀ ਪੋਸਟ 'ਤੇ ਜੋਬ ਕਰਦਾ ਸੀ। ਅਤੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ, ਬਟ ਯੂ ਸ਼ੁੱਡ ਨੋ ਵਾਟ ਇਜ਼ ਯੋਰ ਲਿਮਿਟ, ਅਤੇ ਤੁਸੀਂ ਕਿੱਥੇ ਗਏ ਹੋ, ਦੈਟਸ ਇਟ। ਅਤੇ ਉਹਦੇ ਲਈ ਮੈਂ ਸਟੈਂਡ ਲਿੱਤਾ, ਔਰ ਮੈਂ ਹਮੇਸ਼ਾ ਲਊਂਗੀ। ਆਪਣੇ ਜਿਹੜੇ ਵੀ ਮੇਰੇ ਇੰਪਲੋਈਜ਼ ਹੈ ਉਹ ਮੇਰੇ ਬੱਚੇ ਹੈ ਸਾਰੇ, ਬਿਕੋਜ਼ ਮੈਂ ਆਪਣੀ ਫੈਮਿਲੀ ਤੋਂ ਜ਼ਿਆਦਾ ਉਹਨਾਂ ਦੇ ਨਾਲ ਟਾਈਮ ਬਿਤਾਉਂਦੀ ਹਾਂ। ਸੋ ਮੇਰੇ ਲਈ ਉਹਨਾਂ ਦੀ ਬਹੁਤ ਇੰਪੋਰਟੈਂਸ ਹੈ, ਅਤੇ ਉਹ ਚਾਹੇ ਮੇਰੇ ਆਫਿਸ 'ਚ ਬੱਚੇ ਹੋਣ, ਚਾਹੇ ਮੇਰੇ ਸੈਲੂਨ ਦੇ ਬੱਚੇ ਹੋਣ, ਚਾਹੇ ਮੇਰੇ ਫੂਡ ਆਊਟਲੈਟ ਦੇ ਬੱਚੇ ਹੋਣ, ਮੇਰੇ ਲਈ ਸਾਰੇ ਹੀ ਇੰਪੋਰਟੈਂਟ ਹੈ, ਇਕੁਅਲੀ ਇੰਪੋਰਟੈਂਟ ਹੈ। ਹਾਂ, ਮੈਂ ਕਿਸੇ ਕੁੜੀ ਦੇ ਬਾਰੇ, ਕੋਈ ਵੀ ਕੁੜੀ ਹੋਵੇ, ਚਾਹੇ ਮੇਰੇ ਕੋਲ ਸ਼ਹਿਨਾਜ਼ ਸੀ, ਚਾਹੇ ਮੇਰੇ ਕੋਲ ਭੂਮਿਕਾ, ਜਾਂ ਮੇਰੇ ਨਾਲ ਕੋਈ ਵੀ ਹੈ, ਮੈਂ ਕਿਸੇ ਵੀ ਕੁੜੀ ਦੇ ਬਾਰੇ ਕੋਈ ਵੀ ਇੱਦਾਂ ਦਾ ਵਰਡ ਮੈਂ ਨਹੀਂ ਸੁਣ ਸਕਦੀ ਜਿਹੜਾ ਐਪਰੋਪਰੀਏਟ ਨਾ ਹੋਵੇ, ਜਿਹੜਾ ਕਿ ਉਹਨੂੰ ਡਿਸਰਿਸਪੈਕਟ ਕਰਦਾ ਹੋਵੇ। ਚਾਹੇ ਉਹ ਗਲਤ ਹੋਵੇ, ਚਾਹੇ ਉਹ ਸਹੀ ਹੋਵੇ, ਯੂ ਆਰ ਨੋਬਡੀ ਟੂ ਜੱਜ। ਤੁਹਾਨੂੰ ਨਹੀਂ ਪਤਾ ਉਹਦੀ ਕੀ ਮਜਬੂਰੀ ਹੋਊਗੀ ਕਿਸੇ ਵੀ ਕੰਮ ਦੇ ਪਿੱਛੇ, ਅਤੇ ਤੁਸੀਂ ਕੋਈ ਨਹੀਂ ਹੁੰਦੇ ਕਿਸੇ ਦੀ ਲਾਈਫ ਨੂੰ ਜੱਜ ਕਰਨ ਵਾਲੇ। ਮੇਰੀ ਲਾਈਫ ਦਾ ਇੱਕ ਸਿੱਧਾ ਜਿਹਾ ਫੰਡਾ ਹੈ, ਤੁਸੀਂ ਮੈਨੂੰ ਕਹੋਗੇ ਯਾਰ ਮੈਂ ਚੋਰ ਹਾਂ, ਠੀਕ ਹੈ, ਮੈਂ ਤੁਹਾਨੂੰ ਇਹ ਵੀ ਸਮਝ ਲੂੰਗੀ ਹਾਂ ਯਾਰ ਇਹ ਚੋਰ ਹੈ, ਇਹਨੇ ਚੋਰੀ ਕੀਤੀ ਹੈ, ਕਿਉਂ ਕੀਤੀ ਹੈ, ਇਹਦੀ ਇਹ ਪ੍ਰੋਬਲਮ ਰਹੀ ਹੈ, ਮੈਨੂੰ ਗੁੱਸਾ ਨਹੀਂ ਆਊਗਾ ਕਿ ਇਹਨੇ ਚੋਰੀ ਕੀਤੀ। ਮਤਲਬ ਆਈ ਐਮ ਦਾ ਪਰਸਨ ਹੂ ਅੰਡਰਸਟੈਂਡ ਯੂ ਦਿਸ ਵੇ, ਇਸ ਐਕਸਟੈਂਟ ਤੱਕ ਸਮਝ ਜਾਂਦਾ ਉਹ ਤੁਹਾਨੂੰ ਕਿ ਬਈ ਮੈਨੂੰ ਇੱਦਾਂ ਲੱਗਦਾ ਕਿ ਨਹੀਂ ਯਾਰ ਇਹਦੀ ਆਹ ਪ੍ਰੋਬਲਮ ਹੈ। ਮੈਨੂੰ ਬਹੁਤ ਗਾਲਾਂ ਪੈਂਦੀਆਂ ਘਰੋਂ, ਅਨਮੋਲ ਤੋਂ, ਕਿ ਤੁਸੀਂ ਉਹਦੇ ਘਰੇ ਹੀ ਚਲੇ ਜਾਓ, ਉਹਦੇ ਸਾਰਾ ਕੁਛ ਹੀ ਦੇ ਆਓ। ਲਾਈਕ ਇਟ ਇਜ਼ ਆਲਵੇਜ਼ ਲਾਈਕ ਕਿ ਮੈਨੂੰ ਇੱਦਾਂ ਲੱਗਦਾ ਕਿ ਨਹੀਂ ਯਾਰ, ਮਤਲਬ ਮੈਂ ਹਰ ਕਿਸੇ ਨੂੰ ਹੀ ਇੱਦਾਂ ਸਮਝਦੀ ਹਾਂ। ਅਤੇ ਕੁੜੀਆਂ ਦੇ ਬਾਰੇ ਮੈਂ ਕਿਉਂਕਿ ਮੈਂ ਬੀਇੰਗ ਅ ਗਰਲ, ਮੈਂ ਬਹੁਤ ਕੁਛ ਦੇਖਿਆ ਆਪਣੀ ਲਾਈਫ 'ਚ, ਅਤੇ ਮੈਂ ਉਹ ਚੀਜ਼ਾਂ ਫੀਲ ਕਰ ਪਾਉਂਦੀ ਹਾਂ। ਜੇ ਕੋਈ ਕਿਸੇ ਨੂੰ ਇਹ ਚੀਜ਼ ਬੋਲ ਰਿਹਾ ਜਾਂ ਕੋਈ ਇਹ ਵਰਡ ਉਹਦੇ ਪਿੱਛੇ ਵੀ ਯੂਜ਼ ਕਰ ਰਿਹਾ, ਉਹਦੀ ਪਤਾ ਨਹੀਂ ਉਸ ਬੰਦੇ ਦੀ ਕੀ ਮਜਬੂਰੀ ਹੋ ਗਈ, ਉਹਨੇ ਉਹ ਕਿਉਂ ਕੀਤਾ ਹੋਗਾ, ਅਤੇ ਹੂ ਆਰ ਵੀ ਟੂ ਟਾਕ ਅਬਾਊਟ ਹਰ ਐਂਡ ਜੱਜ ਹਰ ਲਾਈਕ ਦਿਸ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿਸੇ ਨੂੰ ਜੱਜ ਕਰਨਾ ਚਾਹੀਦਾ। ਡੂ ਯੂ ਹੈਵ ਐਨੀ ਰਿਗਰੈਟਸ? ਨਹੀਂ, ਮੈਨੂੰ ਕੋਈ ਰਿਗਰੈਟ ਨਹੀਂ ਹੈ, ਕਿਸੇ ਚੀਜ਼ ਤੋਂ ਨਹੀਂ ਹੈ। ਆਈ ਐਮ ਵੈਰੀ ਬਲੈਸਡ। ਮੈਂ ਅੱਛੀ ਫੈਮਿਲੀ 'ਚ ਪੈਦਾ ਹੋਈ, ਮੇਰੇ ਮੰਮੀ ਪਾਪਾ ਨੇ ਮੈਨੂੰ ਬਹੁਤ ਅੱਛੀ ਅਪਬ੍ਰਿੰਗਿੰਗ ਦਿੱਤੀ। ਫਿਰ ਮੈਂ ਇੱਕ ਬਹੁਤ ਅੱਛੀ ਫੈਮਿਲੀ 'ਚ ਮੇਰਾ ਵਿਆਹ ਹੋਇਆ, ਜਿੱਥੇ ਮੇਰੇ ਸੱਸ ਸਹੁਰਿਆਂ ਨੇ ਮੈਨੂੰ ਉਸ ਲੈਵਲ ਤੱਕ ਸਮਝ ਲਿਆ ਜਿਸ ਲੈਵਲ ਤੱਕ ਮੈਂ ਐਕਸਪੈਕਟ ਕਰ ਸਕਦੀ ਸੀ, ਠੀਕ ਹੈ। ਸਭ ਤੋਂ ਬੈਸਟ ਪਾਰਟ ਮੇਰੀ ਲਾਈਫ ਦਾ ਕਿ ਮੈਨੂੰ ਮੇਰਾ ਜੋ ਹਸਬੈਂਡ ਮਿਲਿਆ, ਉਹੀ ਮਿਲਿਆ ਜੋ ਮੈਨੂੰ ਚਾਹੀਦਾ ਸੀ, ਜਿਹਨੂੰ ਲੋਕੀ ਕਹਿੰਦੇ ਨਾ ਸ਼ਿਵਜੀ ਜੀ। ਐਕਚੁਅਲ 'ਚ ਕੁੜੀਆਂ ਚਾਹੁੰਦੀਆਂ ਕਿ ਸ਼ਿਵਜੀ ਵਰਗਾ ਬੰਦਾ ਮੈਨੂੰ ਮਿਲੇ ਮੇਰੀ ਜ਼ਿੰਦਗੀ ਦੇ ਵਿੱਚ, ਉਹ ਮੇਰੇ ਕੋਲ ਹੈਗਾ, ਠੀਕ ਹੈ। ਅਤੇ ਮੈਂ ਬਹੁਤ ਬਲੈਸਡ ਹਾਂ ਕਿ ਮੇਰੇ ਕੋਲ ਬੱਚਾ ਹੈ, ਮੈਂ ਬਹੁਤ ਬਲੈਸਡ ਹਾਂ ਕਿ ਮੇਰੇ ਅੱਛਾ ਕੰਮ ਹੈ, ਔਰ ਮੈਂ ਉਸ ਤੋਂ ਵੀ ਜ਼ਿਆਦਾ ਬਲੈਸਡ ਹਾਂ ਕਿ ਮੇਰੇ ਕੋਲ ਜੋ ਬੱਚੇ ਕੰਮ ਕਰ ਰਹੇ ਹੈ ਉਹ ਵੀ ਬਹੁਤ ਅੱਛੇ ਨੇ। ਅਤੇ ਬਾਕੀ ਦੇਖੋ, ਜਿਹੜੇ ਲੋਕੀ ਤੁਹਾਡੀ એનર્ਜੀ ਨੂੰ ਮੈਚ ਨਹੀਂ ਕਰਦੇ ਨਾ, ਉਹ ਆਉਂਦੇ ਜਾਂਦੇ ਰਹਿੰਦੇ ਆ। ਜਿਨ੍ਹਾਂ ਨੂੰ ਇੱਦਾਂ ਲੱਗਦਾ ਹੈ ਕਿ ਮੈਮ ਸਾਨੂੰ ਕੁਛ ਕੰਟਰੋਲ ਨਹੀਂ ਕਰਨ ਦੇ ਰਹੇ। ਮੇਰਾ ਜਿਹੜਾ ਇਨਵਾਇਰਮੈਂਟ ਆਫ ਵਰਕਿੰਗ ਹੈ ਨਾ, ਬਹੁਤ ਫਰੈਂਡਲੀ ਹੈ, ਪਰ ਜਦੋਂ ਉੱਥੇ ਕੋਈ ਇੱਦਾਂ ਦਾ ਬੰਦਾ ਆਉਂਦਾ ਨਾ ਜਿਹਨੂੰ ਲੱਗਦਾ ਕਿ ਮੈਂ ਕੰਟਰੋਲਿੰਗ ਹਾਂ, ਉਹ ਕੰਟਰੋਲ ਕਰਨਾ ਚਾਹੁੰਦਾ ਹੈ ਕਿ ਮੇਰੀ ਮੰਨਣ, ਉਹ ਸਾਡੇ ਇਨਵਾਇਰਮੈਂਟ 'ਚ ਐਡਜਸਟ ਹੋ ਹੀ ਨਹੀਂ ਸਕਦਾ, ਉਹ ਚਲਿਆ ਜਾਂਦਾ ਹੈ। ਅਤੇ ਮੈਨੂੰ ਉਹਨਾਂ ਦੇ ਜਾਣ ਦਾ ਕੋਈ ਰਿਗਰੈਟ ਨਹੀਂ ਹੈ, ਉਹ ਸਾਡੇ ਲਈ ਬਣੇ ਹੀ ਨਹੀਂ ਸੀ, ਅਤੇ ਜਿਹੜਾ ਬਣਿਆ ਹੋਊਗਾ ਉਹ ਆ ਹੀ ਜਾਊਗਾ।
ਤੇ ਮੈਨੂੰ ਚਾਹੀਦਾ ਹੈ ਭਾਜੀ, ਮੈਂ ਜ਼ਿੰਦਗੀ 'ਚ ਸੋਚਦੀ ਸੀ ਮੇਰੇ ਕੋਲ ਮਰਸੀਡੀਜ਼ ਹੋਵੇ, ਮੇਰੇ ਕੋਲ ਹੈਗੀ ਹੈ, ਮੇਰੇ ਕੋਲ ਇੱਕ ਵਧੀਆ ਹਾਇਤ ਵਰਗਾ ਘਰ ਹੋਵੇ, ਮੇਰੇ ਕੋਲ ਹੈਗਾ ਹੈ। ਮਤਲਬ ਜੋ ਵੀ ਵਾਟਐਵਰ ਮਤਲਬ ਮੇਰੇ ਲਈ ਤਾਂ ਉਹ ਹਾਇਤ ਹੀ ਹੈ ਵੀਰੇ, ਹੈ ਨਾ, ਬਿਲਕੁਲ ਚਾਹੇ ਜਿੱਦਾਂ ਦਾ ਵੀ ਹੈ ਮੇਰੇ ਲਈ ਉਦਾਂ ਦਾ ਹੀ ਹੈ। ਤੇ ਮਤਲਬ ਮੈਨੂੰ ਜੋ ਵੀ ਸੋਚਦੀ ਸੀ ਮੇਰੇ ਕੋਲ ਉਹ ਸਭ ਕੁਝ ਹੈ, ਤੇ ਮੈਨੂੰ ਰਿਗਰੈਟ ਕਿਸ ਚੀਜ਼ ਦਾ ਹੈ? ਰਾਈਟ। ਕੋਈ ਰਿਗਰੈਟ ਨਹੀਂ ਹੈ ਮੈਨੂੰ ਆਪਣੀ ਲਾਈਫ ਤੋਂ, ਬਲਕਿ ਮੈਨੂੰ ਖੁਸ਼ੀ ਹੈ ਕਿ ਕੁਝ ਇਦਾਂ ਦੀਆਂ ਚੀਜ਼ਾਂ ਹੈ ਜੋ ਨਹੀਂ ਹੋਈਆਂ, ਬਹੁਤ ਅੱਛਾ ਹੋਇਆ ਕਿ ਉਹ ਨਹੀਂ ਹੋਈਆਂ। ਸ਼ਾਇਦ ਉਹ ਹੁੰਦੀ ਤੇ ਅੱਜ ਮੈਂ ਉਹ ਨਾ ਹੁੰਦੀ ਜੋ ਮੈਂ ਹੈਗੀ ਹਾਂ। क्या बात ਤੇ ਉਹ ਮੈਨੂੰ ਖੁਸ਼ੀ ਹੈ ਕਿ ਕਿਉਂਕਿ ਜਦੋਂ ਕੁਝ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨਾ ਆਪਣੀ ਲਾਈਫ ਦੇ ਵਿੱਚ, ਜਦੋਂ ਅਸੀਂ ਟੁੱਟ ਜਾਂਦੇ ਆ, ਸਾਨੂੰ ਪ੍ਰੋਬਲਮਸ ਹੁੰਦੀਆਂ, ਬਸ ਮੈਨੂੰ ਹਾਂ ਇੱਕ ਚੀਜ਼ ਦਾ ਰਿਗਰੈਟ ਆਪਾਂ ਕਹਿ ਸਕਦੇ ਹਾਂ ਕਿ ਹੈ ਕਿ ਕਾਸ਼ ਮੇਰੇ ਪਾਪਾ ਹੁੰਦੇ, ਉਹਨਾਂ ਨੂੰ ਮੈਂ ਉਹ ਸਭ ਕੁਝ ਕਰਵਾ ਪਾਉਂਦੀ ਜ਼ਿੰਦਗੀ ਦੇ ਵਿੱਚ ਜੋ ਮੈਂ ਖੁਦ ਕਰ ਰਹੀ ਹਾਂ ਅੱਜ। ਉਹਨਾਂ ਨੇ ਮੇਰੇ ਨਾਲ ਮੌਰੀਸ਼ੀਅਸ ਜਾਣਾ ਸੀ ਬਿਕੋਜ਼ ਮੇਰੇ ਪਾਪਾ ਦੇ ਫਰੈਂਡਸ ਉੱਥੇ ਬਹੁਤ ਰਹਿੰਦੇ, ਹੀ ਆਲਵੇਜ਼ ਵਾਂਟਡ ਟੂ ਗੋ। ਮੈਂ ਉਹਨਾਂ ਨੂੰ, ਉਹ ਬਹੁਤ ਜਲਦੀ ਚਲੇ ਗਏ, ਉਹਨਾਂ ਨੂੰ ਹੋਰ ਕੁਝ ਦਿਖਾ ਪਾਉਂਦੀ, ਲੈ ਜਾ ਪਾਉਂਦੀ, ਸਾਰਾ ਕੁਝ ਕਰਾ ਪਾਉਂਦੀ, ਬਟ ਠੀਕ ਹੈ, ਇਟਸ ਓਕੇ। ਉਹਨੂੰ ਤੁਸੀਂ ਰਿਗਰੈਟ ਮੰਨ ਲਓ ਜਾਂ ਰੱਬ ਦਾ ਭਾਣਾ ਮੰਨ ਲਓ ਕਿ ਰਾਈਟ। ਉਹ ਇਦਾਂ ਹੀ ਹੋਣਾ ਸੀ, ਦੈਟ ਇਟ ਵਾਸ ਰਿਟਨ ਲਾਈਕ ਦਿਸ। ਠੀਕ ਹੈ, ਬਸ ਉਹਨਾਂ ਨੂੰ ਮਿਸ ਕਰਦੀ ਹਾਂ। नहीं वो जिथे भी होंगे बहुत प्राउड होंगे ਤੁਹਾਡੇ ਤੋਂ ਹੋਣਗੇ। ਪਤਾ ਨਹੀਂ ਮੈਮ ਕਿਹਨੇ ਨਹੀਂ। ਦੇਖਿਆ ਹੈ ਕੌਣ ਕਿੱਥੇ ਜਾਂਦਾ ਮਰਨ ਤੋਂ ਬਾਅਦ, ਨੋਬਡੀ ਨੋਸ। ਆਪਾਂ ਜਸਟ ਇਹ ਗੱਲਾਂ ਕਹਿੰਦੇ ਆ, ਬਟ ਐਕਚੁਅਲ 'ਚ ਸੋਚ ਕੇ ਦੇਖੋ ਪਤਾ ਹੀ ਨਹੀਂ ਕਿਸੇ ਨੂੰ ਕੌਣ ਕਿੱਥੇ ਜਾਂਦਾ, ਰਾਈਟ। ਨੋਬਡੀ ਨੋਸ। ਜਦੋਂ ਤੱਕ ਹੈ ਨਾ ਉਦੋਂ ਤੱਕ ਹੀ ਹੈ, ਮਰਨ ਤੋਂ ਬਾਅਦ ਤੁਸੀਂ ਕਿਸੇ ਦਾ ਕੁਝ ਮਰਜ਼ੀ ਕਰ ਲਓ, ਜ਼ੀਰੋ ਹੈ। ਮੈਂ ਹੈਗੀ ਹਾਂ, ਮੇਰੀ ਰਿਸਪੈਕਟ ਹੀ ਨਹੀਂ ਕੀਤੀ, ਮੈਨੂੰ ਪਿਆਰ ਹੀ ਨਹੀਂ ਦਿੱਤਾ, ਮਰਨ ਤੋਂ ਬਾਅਦ 10 ਵਾਰ ਬੋਲੋ ਬਹੁਤ ਚੰਗੀ ਸੀ, ਕੋਈ ਫਾਇਦਾ ਨਹੀਂ। ਮੈਂ ਇਸ ਚੀਜ਼ ਨੂੰ ਮੰਨਦੀ ਹੀ ਨਹੀਂ, ਕੋਈ ਉਹ ਜਿੱਥੇ ਹੋਊਗਾ ਤੈਨੂੰ ਦੇਖ ਰਿਹਾ ਹੋਊਗਾ। ਮੈਂ ਅੱਜ ਤੱਕ ਨਾ ਬੋਲਦੀ ਹਾਂ ਕਿਸੇ ਨੂੰ, ਨਾ ਮੈਨੂੰ ਇਦਾਂ ਲੱਗਦਾ ਕਿ ਇਦਾਂ ਕੁਝ ਹੁੰਦਾ ਹੈ। ਪ੍ਰੈਕਟੀਕਲੀ ਗੱਲ ਕਰਦੀ ਹਾਂ ਮੈਨੂੰ ਨਹੀਂ ਪਤਾ, ਸਾਰੀ ਫਿਲਾਸਫੀਜ਼ ਹੈ, ਥਿਉਰੀਜ਼ ਹੈ, ਰਾਈਟ। ਬਟ ਰਿਐਲਿਟੀ ਉਹੀ ਹੈ, ਆਪਾਂ ਬੈਠੇ ਹਾਂ ਜਿਹੜਾ ਬਸ। ਬੈਠੇ ਆ। ਨਾ ਥੈਂਕ ਯੂ ਮੈਮ, ਬਹੁਤ ਵਧੀਆ ਲੱਗਿਆ ਸੀ। ਪਹਿਲਾਂ ਮੈਨੂੰ ਲੱਗਦਾ ਐਵੇਂ ਦਾ ਪੋਡਕਾਸਟ ਸੀ ਜਿਸ 'ਚ ਪਲਾਨ ਕੀਤਾ ਸੀਗਾ, ਬਟ ਉਹ ਬਿਲਕੁਲ ਆਊਟ ਆਫ ਪਲਾਨ, ਬਿਲਕੁਲ ਕੈਂਡਿਡ ਐਂਡ ਰੋ ਕਨਵਰਸੇਸ਼ਨ ਹੋਈ। ਮੇਰੀ ਹੋ ਹੀ ਨਹੀਂ ਸਕਦੀ ਮੈਮ ਪਲਾਨ, ਮੈਂ ਬਹੁਤ ਅਨਕੌਂਸ਼ੀਅਸ ਹੋ ਜਾਂਦੀ ਹਾਂ, ਮੈਨੂੰ ਇਦਾਂ ਲੱਗਦਾ ਕਿ ਮੇਰੇ ਤੋਂ ਨਹੀਂ ਹੋਗਾ। नहीं बट मज़ा आया, बहुत बहुत बढ़िया सच्ची में लगी। बहुत ज़्यादा मज़ा आया मुझे, मतलब लग रहा है कि हाँ जब मूड हो ना तभी कोई चीज़ करनी चाहिए, क्योंकि आज जब आपका मूड था ना तब आपने हाँ की, तो ही मेरे को लग रहा है इतना अच्छा पॉडकास्ट निकल पाया, अदरवाइज नहीं निकलता। अगर मैं आपको फोर्स करता ना, नहीं मैम मेरे को करना ही है, मुझे 100% अभी लग रहा है कि वो ऐसा नहीं होना था। ਕੋਈ ਮੈਨੂੰ ਪੁੱਛੇ ਤੁਹਾਡਾ ਪ੍ਰੋਫੈਸ਼ਨ ਕੀ ਹੈ, ਮੈਨੂੰ ਸਮਝ ਹੀ ਨਹੀਂ ਆਉਂਦਾ। ਵਾਟ ਵਿਲ ਯੂ ਸੇ? ਤੁਸੀਂ 4-5 ਚੀਜ਼ਾਂ ਕਰਦੇ ਹੋ, ਵਾਟਸ ਯੋਰ ਪ੍ਰੋਫੈਸ਼ਨ? ਓਕੇ, ਮੈਂ ਆਈ ਐਮ ਅ ਪਾਰਟਨਰ ਆਫ ਕੋਸਰ, ਆਈ ਐਮ ਅ ਪਾਰਟਨਰ ਆਫ ਮਾਈ ਡਿਜੀਟਲ ਕੰਪਨੀ, ਮੇਰੇ ਔਰ ਅਨਮੋਲ ਦੀ ਪਾਰਟਨਰਸ਼ਿਪਸ ਹੈ ਨਾ। ਸੇ ਅਸੀਂ ਕੀ ਕਹਿਣਾ ਕਿ ਜੇ ਮੈਂ ਐਸਟ੍ਰੋਲੋਜੀ ਵੀ ਕਰਦੀ ਹਾਂ, ਬੰਦਾ ਕਹੂਗਾ ਯਾਰ ਇਹ ਬਿਜ਼ਨਸ ਕਰਦੇ ਆ, ਐਸਟ੍ਰੋਲੋਜੀ ਕਰਦੇ ਆ, राइट। ਇਹ ਕੀ ਕਰਦੇ ਆ, ਡਾਇਰੈਕਟਰ ਵੀ ਹੈ, ਇਹ ਆਰਟਿਸਟ ਵੀ, ਮੈਨੇਜਮੈਂਟ ਕਰਦੇ, ਕੀ ਕਰਦੇ ਆ। ਸੋ ਤੁਸੀਂ ਕਿਸੇ ਨੂੰ ਕੁਝ ਦੱਸ ਹੀ ਨਹੀਂ ਪਾਉਂਦੇ। ਮੈਨੂੰ ਇਦਾਂ ਲੱਗਦਾ ਕਿ ਬਸ ਜਿਹੜਾ ਬੰਦਾ ਜਿਸ ਮਾਹੌਲ ਤੇ ਜਿੱਥੇ ਮਿਲਿਆ ਉਹਨੂੰ ਜੋ ਦੱਸਦਾ ਉਹੀ ਹੈ। सो ये था एक एपिसोड जिसमें हमने इनर एंड आउटर दोनों ब्यूटी के बारे में बहुत डिटेल में बात की। आपको अरुणा की कौन सी बात सबसे अच्छी लगी? डू लेट अस नो इन कमेंट्स, एंड फॉर मोर एपिसोड्स लाइक दिस डू सब्सक्राइब आवर चैनल शालुनीशा पॉडकास्ट। आई विल सी यू इन नेक्स्ट एपिसोड। टिल देन कीप शाइनिंग, कीप स्माइलिंग, कीप हसलिंग, कीप लिसनिंग। बाय।